2201 ਸਾਊਥ ਯੂਨੀਅਨ ਵਿਲੇਜ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁੱਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ 661 304 7500 661 885 8858। रिलायबल मतलब भरोसेमंद ते भरोसेमंद मतलब रिलायबल टायर डिपो। रिलायबल टायर डिपो डील्स इन होलसेल ट्रक टायर्स इन कैलीफोर्निया ते इस तो इलावा ट्रकों का ऑयल चेंज करवाना होवे, ब्रेक्स का काम करवाना होवे, सील्स का, AC का या फिर ट्रक का कोई होर काम करवाना होए, तुसी रिलायबल टायर डिपो ते अखा बंद करके विश्वास कर सकते हो। वी आर ऑल्सो ऑथराइज्ड डीलर ऑफ JK विक्रांत टायर्स ते पक्का है कि प्राइस दे मामले च असी बेस्ट हाँ। सो डू विजिट रिलायबल टायर डिपो 1601 साउथ यूनियन एवेन्यू बेकर्सफील्ड कैलीफोर्निया। ज्यादा जानकारी दे लई सुरजीत सिंह बाजवा ते इंद्रजीत सिंह गिल नू हेठ लिखे नंबरां ते संपर्क करो 6613782373 6613784622। Where there is a will, there is a way, and where there is a way, there is Pandal Brothers. ਤੁਹਾਡਾ ਹਰ ਲੋਡ ਸਾਡੀ ਜ਼ਿੰਮੇਵਾਰੀ ਹੈ। 70 ਤੋਂ ਉੱਪਰ ਨਵੇਂ ਵੋਲਵੋ ਟਰੱਕਸ, ਕਸਟਮ ਆਰਡਰ ਰੈਫ੍ਰਿਜਰੇਟਡ ਟ੍ਰੇਲਰ, ਫਾਈਨ ਲੌਜਿਸਟਿਕਸ। ਟਾਰਗੇਟ ਇੱਕੋ ਕਿ ਤੁਹਾਡੇ ਅੱਗੇ ਸਾਡਾ ਬੈਸਟ ਕੈਰੀਅਰ ਦਾ ਦਰਜਾ, ਤੁਹਾਡਾ ਭਰੋਸਾ ਬਰਕਰਾਰ ਰਹੇ। ਸ਼ਿਪਮੈਂਟ ਵੱਡੀ ਹੋਵੇ ਜਾਂ ਛੋਟੀ, ਸਰਵਿਸਿਜ਼ ਵਿੱਚ ਕਿਸੇ ਕਮੀ ਦਾ ਸਵਾਲ ਹੀ ਨਹੀਂ। ਟੈਕਨੀਕ ਪੱਖੋਂ ਵੀ ਸਾਡਾ ਵਿਜ਼ਨ ਕਲੀਅਰ ਹੈ। ਤਾਂ ਹੀ ਟਰੱਕ ਟਰੈਕਿੰਗ ਸੌਫਟਵੇਅਰ, ਨਿਊ ਤੇ ਅਪਡੇਟਡ ਫਲੀਟ, ਸੇਫਟੀ ਲਈ CLD ਸੌਫਟਵੇਅਰ, ਇਹ ਸਭ ਮੁੱਖ ਹੈ ਕਿਉਂਕਿ ਇੱਥੇ ਗੱਲ ਵਿਸ਼ਵਾਸ ਦੀ ਹੈ। So for efficient transport services, contact Hollister, California's Pandal Brothers. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਪ੍ਰੋਗਰਾਮ ਸਿੱਖਾਂ ਦੇ ਭਖ ਦੇ ਮਸਲੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਐਤਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ, ਪਿਛਲੇ ਕਾਫੀ ਸਮੇਂ ਤੋਂ ਆਪਾਂ ਲਗਾਤਾਰ ਪ੍ਰੋਗਰਾਮ ਕਿਸਾਨੀ ਅੰਦੋਲਨ ਉੱਤੇ ਕਰਦੇ ਆ ਰਹੇ ਹਾਂ। ਉਸੇ ਲੜੀ ਤਹਿਤ ਅੱਜ ਦਾ ਪ੍ਰੋਗਰਾਮ ਪਿਛਲੇ ਇੱਕ ਹਫ਼ਤੇ ਦੀ ਬ੍ਰੇਕ ਤੋਂ ਬਾਅਦ ਆਪਾਂ ਫਿਰ ਕਿਸਾਨੀ ਅੰਦੋਲਨ ਦਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਬਹੁਤ ਸਾਰੀਆਂ ਕਾਲਾਂ ਆਈਆਂ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਕਿ ਕਿਸਾਨੀ ਅੰਦੋਲਨ ਉੱਤੇ ਤੁਸੀਂ 2 ਹਫ਼ਤੇ ਹੋ ਗਏ ਪ੍ਰੋਗਰਾਮ ਨਹੀਂ ਕੀਤਾ, ਦੁਬਾਰਾ ਕਰੋ। ਕਰੰਟ ਉੱਥੇ ਸਿਚੁਏਸ਼ਨ ਕੀ ਆ, ਉੱਥੇ ਦੇ ਮੌਜੂਦਾ ਹਾਲਾਤ ਕੀ ਅਸੀਂ ਜਾਣਨਾ ਚਾਹੁੰਦੇ ਹਾਂ। ਤੁਹਾਡਾ ਪ੍ਰੋਗਰਾਮ ਹੀ ਆ ਜਿੱਥੋਂ ਸਾਨੂੰ ਹਰ ਹਫ਼ਤੇ ਪਤਾ ਲੱਗ ਜਾਂਦਾ, ਅਪਡੇਟ ਮਿਲ ਜਾਂਦੀ ਕਿਸਾਨੀ ਅੰਦੋਲਨ ਦੀ ਕਿ ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸੋ ਇਸ ਕਰਕੇ ਅਸੀਂ ਰਮਿੰਦਰ ਸਿੰਘ ਉਹਨਾਂ ਨੂੰ ਦੁਬਾਰਾ ਲੈ ਕੇ ਆਏ ਹਾਂ ਪ੍ਰੋਗਰਾਮ ਦੇ ਵਿੱਚ, ਤਾਂ ਕਿ ਤੁਹਾਨੂੰ ਉੱਥੋਂ ਦੀ ਫਸਟ ਹੈਂਡ ਜਿਹੜੀ ਜਾਣਕਾਰੀ ਆ ਉਹ ਮਿਲ ਸਕੇ ਵੀ ਉੱਥੇ ਚੱਲ ਕੀ ਰਿਹਾ। ਹਾਂਜੀ ਜਗਮੋਹਨ ਸਿੰਘ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰੋ। ਬਿਲਕੁਲ ਜੀ, ਪਹਿਲਾਂ ਤਾਂ ਜੀ ਆਇਆਂ ਜਿਹੜੇ ਦਰਸ਼ਕ ਸਾਨੂੰ ਗੁਰਮਤਿ TV, ਦੇਸੀ ਚੈਨਲ, ਪਿਓਰ ਪੰਜਾਬੀ ਤੇ ਸਾਂਝੀ ਸੋਚ TV ਤੇ ਦੇਖ ਰਹੇ ਆ।
ਜਿਹੜੇ ਦਰਸ਼ਕ ਸਾਨੂੰ ਫੇਸਬੁੱਕ ਪੇਜ ਸੱਚ ਦੀ ਖੋਜ ਤੇ ਗੁਰਮਤ ਟੀਵੀ ਦੇਸੀ ਚੈਨਲ ਫੇਸਬੁੱਕ ਪੇਜ ਤੇ ਉਹਨਾਂ ਦਾ ਵੀ ਜੀ ਆਇਆਂ। ਜਿਹੜੇ ਸਾਨੂੰ SDBM TV YouTube ਤੇ ਦੇਖਦੇ ਆ ਉਹਨਾਂ ਦਾ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ। ਸੋ ਹਮੇਸ਼ਾ ਦੀ ਤਰ੍ਹਾਂ ਕੋਸ਼ਿਸ਼ ਕਰਦੇ ਆ ਕਿ ਵੱਖ-ਵੱਖ ਸ਼ਖਸੀਅਤਾਂ ਲਿਆ ਕੇ ਤੁਹਾਡੇ ਰੂਬਰੂ ਕੀਤੀਆਂ ਜਾਣ, ਤੱਥਾਂ ਭਰਪੂਰ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਦੇ ਅੱਗੇ ਪੇਸ਼ ਕੀਤੀ ਜਾਵੇ। ਸਭ ਤੋਂ ਪਹਿਲਾਂ ਤਾਂ ਆਪਾਂ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਅਰਜ਼ ਕਰਦੇ ਹਾਂ ਆਪਣੇ ਦਰਸ਼ਕਾਂ ਨਾਲ, ਸਰੋਤਿਆਂ ਨਾਲ ਤੇ ਸਰਦਾਰ ਰਮਿੰਦਰ ਸਿੰਘ ਹੁਣਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਮੋਹਨ ਸਿੰਘ ਜੀ, ਮੈਂ ਇੱਕ ਚੀਜ਼ ਐਡ ਕਰ ਦਵਾਂ, ਕੱਲ ਤੋਂ ਆਪਣਾ ਪ੍ਰੋਗਰਾਮ YouTube ਤੇ ਨਹੀਂ ਚੱਲ ਰਿਹਾ। ਮੇਰਾ ਖਿਆਲ ਜਿਹੜੀ ਆਪਾਂ ਪਿਛਲੇ ਹਫਤੇ ਰਾਈਡ ਕੀਤੀ ਆ ਲਾਈਵ, ਉਹ ਬਹੁਤ ਘੰਟਿਆਂ ਦਾ ਲਗਾਤਾਰ ਹੋ ਗਿਆ, ਉਹਦੇ ਕਰਕੇ ਹੁਣ ਆਪਣਾ YouTube ਤੇ ਵੀ ਬੈਨ ਲੱਗਾ ਹੋਇਆ ਹੈ, ਲਾਈਵ ਨਹੀਂ ਚੱਲ ਰਿਹਾ YouTube ਤੇ, ਰਿਕਾਰਡਡ ਪ੍ਰੋਗਰਾਮ ਪਾਵਾਂਗੇ। ਸੋ ਜਿਨ੍ਹਾਂ ਨੇ ਜਿਹੜੇ ਸਾਨੂੰ YouTube ਤੇ ਦੇਖਦੇ ਆ ਉਹ ਕਿਰਪਾ ਕਰਕੇ ਜਾਂ ਤੇ ਇੱਧਰ ਆ ਜਾਓ, ਫੇਸਬੁੱਕ ਤੇ ਦੇਖ ਲਓ ਤੇ ਜਾਂ ਟਵਿੱਟਰ ਤੇ ਜਾਂ ਕਿਸੇ ਹੋਰ ਪਲੇਟਫਾਰਮ ਤੇ ਦੇਖ ਲਓ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤੇ ਲਖੀਮਪੁਰ ਖੀਰੀ ਬਾਰੇ ਗੱਲ ਕਰਨੀ ਹੈ, ਜਿੱਥੇ ਸਰਦਾਰ ਰਮਿੰਦਰ ਸਿੰਘ ਪਹਿਲੇ ਇਹ ਆਪਣੇ ਕਿਸਾਨ ਨੇਤਾ ਸੀਗੇ ਜਿਹੜੇ ਉੱਥੇ ਪਹੁੰਚੇ। ਉੱਥੇ ਪਹੁੰਚ ਕੇ ਇਹਨਾਂ ਨੇ ਤਾਂ ਜਾਇਜ਼ਾ ਲਿਆ, ਪਰ ਆਪਾਂ ਸ਼ੁਰੂਆਤ ਕਰਨੀ ਆ ਸਰਦਾਰ ਰਮਿੰਦਰ ਸਿੰਘ ਹੁਣਾਂ ਨਾਲ ਤਾਜ਼ਾ ਹਾਲਾਤ ਬਾਰੇ ਕਿ ਇਸ ਟਾਈਮ ਮੌਜੂਦਾ ਹਾਲਾਤ ਕੀ ਆ। ਕਿਉਂਕਿ ਬਹੁਤ ਸਾਰੇ ਵੀਰ ਇੱਥੇ ਕਾਲ ਕਰਦੇ ਆ ਸਾਨੂੰ ਵੀ ਜਗਮੋਹਨ ਭਾਜੀ ਮੋਰਚੇ ਦਾ ਕੀ ਬਣੂਗਾ, ਲੱਗਦਾ ਉੱਥੇ ਬੰਦੇ ਚਲੇ ਗਏ ਆ, ਲੱਗਦਾ ਜਿਹੜੇ ਲੀਡਰ ਆ ਉਹ ਵੀ ਥੱਕ ਗਏ ਆ, ਲੱਗਦਾ ਕਿ ਲੀਡਰ ਹੁਣ ਟੁੱਟ ਚੁੱਕੇ ਆ, ਹੁਣ ਬਸ ਸਮਾਪਤੀ ਹੋਣ ਵਾਲੀ ਆ। ਸੋ ਆਪਾਂ ਰਮਿੰਦਰ ਸਿੰਘ ਹੁਣਾਂ ਨੂੰ ਪੁੱਛਾਂਗੇ ਵੀ ਸਰਦਾਰ ਸਾਹਿਬ ਦੱਸੋ ਸਾਨੂੰ ਇਹ ਵੀ ਇਸ ਟਾਈਮ ਮੋਰਚੇ ਦੇ ਮੌਜੂਦਾ ਹਾਲਾਤ ਕੀ ਆ, ਕੀ ਸਾਡੇ ਲੀਡਰ ਕਿੰਨੀ ਕੁ ਹੋਰ ਕੌਨਫੀਡੈਂਸ ਵੱਧ ਰਿਹਾ ਜਾਂ ਘਟ ਰਿਹਾ, ਜਾਂ ਇਹ ਜਿਹੜੀਆਂ ਅਫਵਾਹਾਂ ਸਾਨੂੰ ਮਿਲ ਰਹੀਆਂ ਜਾਂ ਅਫਵਾਹਾਂ ਹੀ ਆ ਜਾਂ ਇਹਨਾਂ ਵਿੱਚ ਕੁਝ ਸੱਚਾਈ ਆ। ਹਾਂਜੀ ਸਰਦਾਰ ਰਮਿੰਦਰ ਸਿੰਘ ਜੀ, ਪਹਿਲਾਂ ਜੀ ਆਇਆਂ ਤੇ ਤਾਜ਼ਾ ਹਾਲਾਤਾਂ ਬਾਰੇ ਮੋਰਚੇ ਦੇ। ਭਾਜੀ ਤਾਜ਼ਾ ਹਾਲਾਤ ਪਿਛਲੇ 1-2 ਦਿਨਾਂ 'ਚ ਜਿਹੜੀਆਂ ਘਟਨਾਵਾਂ ਵਾਪਰੀਆਂ, ਉਹਨਾਂ ਘਟਨਾਵਾਂ ਕਰਕੇ ਸਾਰੇ ਹੀ ਬਹੁਤ ਚਿੰਤਾਗ੍ਰਸਤ ਨੇ। ਚਿੰਤਾਗ੍ਰਸਤ ਇਸ ਗੱਲੋਂ ਵੀ ਆ ਕਿ ਮੋਦੀ ਮੀਡੀਆ ਨੂੰ ਜਾਂ ਮੋਦੀ ਸਰਕਾਰ ਨੂੰ ਇੱਕ ਅਟੈਕ ਕਰਨ ਦਾ ਮੌਕਾ ਇੱਕ ਵਾਰੀ ਫੇਰ ਮੋਰਚੇ ਤੇ ਮਿਲ ਗਿਆ ਹੈ। ਜਿਹੜਾ ਲਖੀਮਪੁਰ ਖੀਰੀ ਜਾਂ ਮੁਜ਼ੱਫਰਨਗਰ ਪੰਚਾਇਤ ਭਾਰਤ ਲਖੀਮਪੁਰੀ ਦੀਆਂ ਜੋ ਸਾਰਿਆਂ 'ਚ ਇਹ ਲੱਗਦਾ ਸੀ ਕਿ ਮੋਰਚਾ ਅਗਾਂਹ ਤੁਰ ਰਿਹਾ ਔਰ ਭਾਜਪਾ ਬੈਕਫੁੱਟ ਤੇ ਆ। ਤੋ ਇਹਨਾਂ ਜਿਹੜੀ ਸਿੰਘੂ ਬਾਰਡਰ ਤੇ ਜਿਹੜੀ ਘਟਨਾ ਵਾਪਰੀ ਹੈ, ਇਸ ਘਟਨਾ ਤੋਂ ਬਾਅਦ 'ਚ ਇੱਕ ਪੂਰਾ ਹੋ ਹੱਲਾ ਮਚਾਇਆ ਜਾ ਰਿਹਾ। ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਫਾਈਲ ਹੋਈ ਹੈ ਫਿਰ ਦੁਬਾਰਾ ਤੋਂ। ਪਹਿਲਾਂ ਆਲਰੇਡੀ ਇੱਕ ਫਾਈਲ ਸੀ, ਉਹਦੇ ਤੇ 20 ਤਰੀਕ ਨੂੰ ਸੁਣਵਾਈ ਲਈ ਕੁਝ ਜਥੇਬੰਦੀਆਂ ਨੂੰ ਵੀ ਸੰਮਨ ਹੋਏ ਨੇ, 40 ਦੇ ਕਰੀਬ 42 ਕਰੀਬ ਜਥੇਬੰਦੀਆਂ ਨੂੰ ਸੰਮਨ ਹੋਏ ਨੇ। ਉਹ ਇੱਕ ਮੋਨਿਕਾ ਅਗਰਵਾਲ ਨਾਂ ਦੀ ਇੱਕ ਲੇਡੀ ਹੈ, ਉਸਨੇ ਪਾਈ ਹੈ, ਔਰ ਉਹ ਇੱਕ ਕਨੈਕਸ਼ਨ ਲੱਭਣਾ ਉਹ ਬਹੁਤਾ ਔਖਾ ਨੇ। ਉਹ ਵੀ ਇੱਦਾਂ ਦੇ ਜਿਹੜੇ ਇੱਕਾ ਦੁੱਕਾ ਬੰਦੇ ਕੋਈ ਸੁਪਰੀਮ ਕੋਰਟ 'ਚ ਮੂਵ ਕਰਦੇ ਨੇ, ਤਾਂ ਇਹਨਾਂ ਦੇ ਪਿੱਛੇ ਸਰਕਾਰ ਦਾ ਕੋਈ ਨਾ ਕੋਈ ਹੱਥ ਹੁੰਦਾ ਆ। ਔਰ ਹੁਣ ਇਸ ਸਿੰਘੂ ਬਾਰਡਰ ਦੀ ਘਟਨਾ ਨੂੰ ਲੈ ਕੇ ਉਹ ਪਹਿਲਾਂ ਸੀਗੀ ਪਟੀਸ਼ਨ ਜਿਹੜੀ ਵੀ ਰਸਤਾ ਖੁੱਲ੍ਹਾਇਆ ਜਾਵੇ, ਹੁਣ ਇਸ ਘਟਨਾ ਨੂੰ ਨਾਲ ਜੋੜ ਕੇ ਵੀ ਇੱਥੇ ਹੁਣ ਇਸ ਤਰ੍ਹਾਂ ਦੇ ਹਾਲਾਤ ਨੇ, ਇਸ ਤਰ੍ਹਾਂ ਦੀ ਉੱਥੇ ਘਟਨਾਵਾਂ ਵਾਪਰ ਰਹੀਆਂ, ਬੰਦਾ ਕਤਲ ਕਰ ਦਿੱਤਾ ਗਿਆ ਆ, ਇਸ ਨੂੰ ਲੈ ਕੇ ਵੀ ਸੁਪਰੀਮ ਕੋਰਟ 'ਚ ਮੂਵ ਹੋਈ ਹੈ। ਔਰ ਕੁਆਇਟ ਪੋਸੀਬਲ ਹੈ, ਅਸੀਂ ਉਡੀਕ ਕਰ ਰਹੇ ਹਾਂ ਵੀ ਸੁਪਰੀਮ ਕੋਰਟ ਦੇ ਰਾਹੀਂ ਗੌਰਮੈਂਟ ਹੁਣ ਇਸ ਨੂੰ ਫਿਰ ਘੇਰਨ ਲਈ ਇੱਕ ਹੋਰ ਨਵਾਂ ਦਾ ਵੀ ਖੇਡੂਗੀ ਸਾਡੇ ਨਾਲ। ਤੋ ਇਹਨਾਂ ਪਰਿਸਥਿਤੀਆਂ 'ਚ ਮੋਰਚੇ ਨੇ ਬਿਲਕੁਲ ਸਪਸ਼ਟ ਗੱਲ ਕੀਤੀ ਹੈ ਕਿ ਜੇ ਇਹ ਵਾਕਈ ਕੋਈ ਬੇਅਦਬੀ ਦਾ ਮਾਮਲਾ ਹੈ ਤੇ ਇਹ ਵੀ ਜਾਂਚ ਦਾ ਸਵਾਲ ਹੈਗਾ ਆ। ਕਿਉਂਕਿ ਇੱਕ ਸਵਾਲ ਦੋ ਕਿਸਮ ਦੀਆਂ ਗੱਲਾਂ ਆ ਰਹੀਆਂ ਨੇ ਔਰ ਇਹ ਨਿਹੰਗਾਂ ਦੇ ਬਿਆਨਾਂ 'ਚ ਵੀ ਹੈਗਾ ਆ। ਉਹ ਸ਼੍ਰੀ ਗੁਰੂ ਗ੍ਰੰਥ ਦੀ ਗੱਲ ਕਰ ਰਿਹਾ ਤੇ ਕੁਝ ਲੋਕ ਗ੍ਰੰਥ ਦੀ ਗੱਲ ਹੈ ਜਿਹੜੀ ਉਹ ਹੋ ਰਹੀ ਹੈ। ਔਰ ਸਿੱਖ ਪੰਥ ਦੇ ਵਿੱਚ ਵੀ ਮਤਲਬ ਹਰ ਵਿਰੋਧ ਨੂੰ ਲੈ ਕੇ ਵਿਦਵਾਨ ਸਿੱਖ ਚਿੰਤਕ ਇੱਕ ਮਤ ਨਹੀਂ ਹੈਗੇ, ਸਿੱਖ ਇਤਿਹਾਸਕਾਰ ਵੀ ਇੱਕ ਮਤ ਨਹੀਂ ਹੈਗੇ। ਨਾ ਤਾਂ ਇਹਦੇ ਆਥਰ ਬਾਰੇ ਹਾਲੇ ਕੰਟਰੋਵਰਸੀ ਆ ਔਰ ਇਸ ਦੀ ਮਾਨਤਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤਾਂ ਬਿਲਕੁਲ ਵੀ ਨਹੀਂ ਰੱਖੀ ਜਾ ਸਕਦੀ। ਇਸ ਨੂੰ ਤਾਂ ਮੈਂ ਵੀ ਮੰਨਦਾ ਕਿ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਦਰਜਾ ਆ ਉਹ ਅਸੀਂ ਸਰਬ ਲੋਕ ਗ੍ਰੰਥ ਨੂੰ ਨਹੀਂ ਦੇ ਸਕਦੇ।
ਸੋ ਸਿੱਖ ਵਿਦਵਾਨ ਇਸ ਤੇ ਫੈਸਲਾ ਕਰਨ। ਪਰ ਇਹ ਦੋ ਕਿਸਮ ਦੀ ਜਿਹੜੀ ਇਹ ਚਰਚਾ ਆ ਰਹੀ ਹੈ, ਤੋ ਇਸ ਨਾਲ ਲੋਕ ਹੁਣ ਇਸ ਚੀਜ਼ ਨੂੰ ਦੇਖ ਰਹੇ ਨੇ ਵੀ ਇਹ ਕੋਈ ਸਾਜ਼ਿਸ਼ ਹੈ, ਜਿਹੜੀ ਕਿਤੇ ਸਾਜ਼ਿਸ਼ੀ ਗੱਲ ਤਾਂ ਨਹੀਂ ਹੋਈ। ਕਿਉਂਕਿ ਜਿਹੜਾ ਬੰਦਾ ਕਤਲ ਵੀ ਹੋਇਆ ਆ, ਉਸ ਬੰਦੇ ਬਾਰੇ ਵੀ ਜਿਹੜੀ ਉਹਦੀ ਭੈਣ ਦੀ ਸਟੋਰੀ ਆਈ ਹੈ, ਤਾਂ ਕੋਈ ਲੋਕ ਜਿਹੜੇ ਉਹਦੇ ਨਾਲ ਇਨ ਟੱਚ ਨੇ, ਔਰ ਉਹ ਬੰਦਾ ਜਿਸ ਤਰ੍ਹਾਂ ਦੀ ਨਸ਼ੇ ਦੀ ਆਦਤ ਦਾ ਸ਼ਿਕਾਰ ਸੀ, ਬਾਰਡਰ ਪੱਟੀ ਚੋਂ ਸੀ, ਤਾਂ ਏਜੰਸੀਆਂ ਬਹੁਤ ਕੁਝ ਖੇਡ ਸਕਦੀਆਂ ਇਸ ਦੇ ਵਿੱਚ। ਕੋਈ ਸੰਧੂ ਸਾਹਿਬ ਕਰਕੇ ਬੰਦੇ ਦਾ ਜ਼ਿਕਰ ਆ ਰਿਹਾ ਸੀ, ਤੋ ਇਹ ਕੋਈ ਸਾਜ਼ਿਸ਼ ਜਾਂ ਇਸ ਸਾਜ਼ਿਸ਼ ਦਾ ਕਿਸ ਤਰ੍ਹਾਂ ਸ਼ਿਕਾਰ ਹੋ ਗਏ, ਜੇ ਬੇਦਬੀ ਦੇ ਰਾਹੀਂ ਇਸ ਮਸਲੇ ਨੂੰ ਭਟਕਾ ਕੇ ਮੋਰਚੇ ਨੂੰ ਡਾਈਵਰਟ ਕਰਨ ਦੀ ਕੋਸ਼ਿਸ਼, ਜਾਂ ਲਖੀਮਪੁਰੀ ਖੀਰੀ ਦੀਆਂ ਘਟਨਾਵਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼, ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਇਹ ਅਸੀਂ ਬਹੁਤ ਗੰਭੀਰਤਾ ਨਾਲ ਇਹਨਾਂ ਨੂੰ ਜਿਹਨੂੰ ਕਹਿ ਲਈਏ ਕਿ ਪੂਰੇ ਗਹਿਰਾਈ 'ਚ ਜਾ ਕੇ ਵਾਚਣ ਦੀ ਕੋਸ਼ਿਸ਼ ਕਰ ਰਹੇ ਆ, ਔਰ ਤਾਂ ਜੋ ਇਸ ਤੇ ਨਿਗਾਹ ਰੱਖੀ ਜਾ ਸਕੇ, ਔਰ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਤਾਂ ਉਸ ਨੂੰ ਅਨਫੋਲਡ ਕੀਤਾ ਜਾ ਸਕੇ, ਜਨਤਾ ਦੇ ਸਾਹਮਣੇ ਲਿਆਂਦਾ ਜਾ ਸਕੇ। ਤੋ ਇਹ ਜੀ ਪਰਿਸਥਿਤੀ 'ਚ ਟੈਨਸ਼ਨ ਦਾ ਮਾਹੌਲ ਤਾਂ ਖੜਾ ਹੋਇਆ ਹੀ, ਜਿਸ ਤਰ੍ਹਾਂ ਦਾ ਇਹ ਸਾਰਾ ਆਇਆ ਉਹਨੂੰ ਹੱਲ ਹੋਈਆਂ ਨੇ, ਔਰ 2 ਦਿਨਾਂ ਦੇ ਵਿੱਚ ਕਾਫੀ ਚੀਜ਼ਾਂ ਕੁਛ ਤਾਂ ਸਪਸ਼ਟ ਹੋਈਆਂ ਨੇ, ਚੀਜ਼ਾਂ ਹੌਲੀ ਹੌਲੀ ਹੋਰ ਵੀ ਸਪਸ਼ਟ ਹੋਣਗੀਆਂ। ਪਰ ਇਸ ਨਾਲ ਇਹ ਜ਼ਰੂਰ ਹੈ ਕਿ ਨਿਹੰਗ ਸਿੰਘਾਂ ਦੀ ਜਿਹੜੀ ਇਸ ਸਾਰੀ ਘਟਨਾ ਨਾਲ ਜੋੜ ਕੇ ਜਦੋਂ ਦੇਖ ਰਹੇ ਆ, ਤਾਂ ਘੱਟੋ ਘੱਟ ਰਾਜੇਵਾਲ ਸਾਹਿਬ ਦੀ ਦਸੰਬਰ ਜਨਵਰੀ 'ਚ ਕੀਤੀ ਹੋਈ ਉਹ ਤਕਰੀਰ, ਜਿਹਦੀ ਬੜੀ ਕੰਟਰੋਵਰਸੀ ਛਿੜੀ ਸੀ, ਉਹ ਬੜੀ ਸਪਸ਼ਟਤਾ ਨਾਲ ਹੁਣ ਲੋਕਾਂ ਨੂੰ ਕੁਝ ਸਪਸ਼ਟ ਸਮਝ ਆਉਣੀ ਸ਼ੁਰੂ ਹੋਈ ਹੈ, ਕਿਉਂਕਿ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ। ਨਿਹੰਗ ਸਿੰਘਾਂ ਬਾਰੇ ਇਲਾਕੇ ਦੇ ਲੋਕ ਲਗਾਤਾਰ ਸਾਡੇ ਕੋਲੇ ਇਹ ਪੋਜੀਸ਼ਨਾਂ ਲਿਆਂਦੇ ਜਾ ਰਹੇ ਸੀਗੇ ਵੀ ਇਹ ਮੋਰਚਾ ਤੁਹਾਡਾ ਨੁਕਸਾਨ ਕਰਨਗੇ। ਇਲਾਕਾ ਜਿਹੜਾ ਕੁੰਡਲੀ ਪਿੰਡ ਹੈ ਜਿੱਥੇ ਬੈਠੇ ਆ, ਉਸ ਸਮਾਂ ਪਹਿਲਾਂ ਇਹਨਾਂ ਨੇ ਉੱਥੇ ਇੱਕ ਨੌਜਵਾਨ ਜਿਹੜਾ ਦਲਿਤ ਨਾਬਾਲਗ ਬੱਚਾ ਸੀ, ਨਾਬਾਲਗ ਸੀ ਹਾਲੇ, ਨੌਜਵਾਨ ਪੂਰਾ ਮੈਚਿਓਰ ਨਹੀਂ ਸੀ ਹੋਇਆ, ਤਾਂ ਉਸ ਦਾ ਜਿਹੜਾ ਮਤਲਬ ਹੱਥ ਹੈ, ਜਿਹੜਾ ਗੋਟਾ, ਉਹ ਵੱਢ ਦਿੱਤਾ। ਜੇ ਉਹ ਆਪਣਾ ਹੱਥ ਅੱਗੇ ਨਾ ਕਰਦਾ ਤਾਂ ਸ਼ਾਇਦ ਉਸ ਦਾ ਸਿਰ ਫਾੜ ਹੋ ਜਾਂਦਾ। ਉਸ ਨੂੰ ਅਸੀਂ ਉਦੋਂ ਬਚਾਇਆ। ਉਦੋਂ ਵੀ ਇੱਕ ਡਰ ਸੀਗਾ ਵੀ ਇਹ ਕਾਸਟ ਬੇਸ ਤੇ ਇਹਦੀ ਡਿਵੀਜ਼ਨ ਨਾ ਕਰ ਜਾਵੇ ਭਾਜਪਾ, ਜਿਵੇਂ ਹੁਣ ਵੀ ਪੰਜਾਬ 'ਚ ਵਿਜੇ ਸਾਂਪਲਾ ਨੇ ਬਿਆਨ ਦੇ ਕੇ ਇਸ ਨੂੰ ਕਾਸਟ ਡਿਵੀਜ਼ਨ ਕਰਨ ਦੀ ਕੋਸ਼ਿਸ਼ ਕੀਤੀ ਆ। ਉਸ ਤੋਂ ਬਾਅਦ ਕੁਛ ਲੋਕਾਂ ਨੇ ਇਹਦਾ ਪੱਠੇ ਵੱਢ ਲਿਆਏ, ਕੁਛ ਹੋਰ ਲਿਆਏ। ਉਹ ਵੀ ਲੋਕ ਆਏ ਵੀ ਜੇ ਅਸੀਂ ਮੋਰਚੇ ਦੇ ਨਾਲ ਆ, ਇੰਨੀ ਮਦਦ ਕਰ ਰਹੇ ਆਲੇ ਦੁਆਲੇ ਦੇ ਲੋਕ, ਵੀ ਸਾਡਾ ਹੀ ਖੇਤ ਉਜਾੜ ਦਿਓ, ਤਾਂ ਇਹ ਠੀਕ ਨਹੀਂ ਹੈ। ਤਾਂ ਉਹਨਾਂ ਤੋਂ ਵੀ ਕਿਸਮ ਨਾਲ ਇਹੀ ਕਹਿੰਦੇ ਰਹੇ ਨੇ ਕਿ ਵੀ ਅਸੀਂ ਸਮਝਾਵਾਂਗੇ, ਕਰਾਂਗੇ। ਪਿੱਛੇ ਇੱਕ ਨੌਜਵਾਨ ਦਾ ਜਾਂਦਾ ਸੀ, ਉਹਦੇ ਕੜਾ ਮਾਰ ਕੇ ਉਹਦਾ ਸਿਰ ਖੋਲ ਤੋਂ ਟੈਂਪੂ ਤੇ ਜਾਂਦਾ ਸੀ, ਉਹ ਵੀ ਲੋਕਲ ਸੀ ਉੱਥੋਂ ਦਾ। ਹੋਰ ਤਾਂ ਹੋਰ ਕਾਰ ਸੇਵਾ, ਹਜੂਰ ਸਾਹਿਬ ਦੇ ਜਿਹੜੇ ਹਜੂਰ ਸਾਹਿਬ ਵਾਲੇ ਬਾਬਿਆਂ ਦਾ ਲੰਗਰ ਚੱਲਦਾ ਇੱਥੇ, ਤਾਂ ਉਹਨਾਂ ਦੇ ਕੈਂਪ ਤੇ ਵੀ ਇਹਨਾਂ ਨੇ ਹਮਲਾ ਕੀਤਾ, ਉਹਨਾਂ ਦੇ ਇੱਕ ਸੇਵਾਦਾਰ ਦਾ ਨੁਕਸਾਨ ਕੀਤਾ, ਉਹਦਾ ਕਰਨਾਲ ਇਲਾਜ ਹੋਇਆ। ਉਹ ਲਗਭਗ ਇਹਨਾਂ ਸਾਰਿਆਂ ਚ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਕਿਸੇ ਦੀ ਵੱਧ ਕਿਸੇ ਦੀ ਘੱਟ ਕੁਛ ਨਾ ਕੁਛ ਮਦਦ ਕਰਕੇ ਇਸ ਮਾਮਲਿਆਂ ਨੂੰ ਇੱਕ ਕਿਸਮ ਨਾਲ ਮੋਰਚੇ ਦੇ ਖਿਲਾਫ ਜਾਣ ਤੋਂ ਬਚਾਉਣ ਦੀ ਕੋਸ਼ਿਸ਼ ਹੈ ਜਿਹੜੀ ਕੀਤੀ। ਇਸ ਤਰ੍ਹਾਂ ਦੀਆਂ ਕਾਰਵਾਈਆਂ ਦਾ ਜਿਹੜਾ ਹੁਣ ਇਹ ਸਿੱਟਾ ਇੱਥੋਂ ਤੱਕ ਗਿਆ ਹੈਗਾ ਆ, ਤਾਂ ਇਹ ਪੰਜਾਬੀ ਭਾਈਚਾਰੇ ਨੂੰ, ਕਿਸਾਨ ਭਾਈਚਾਰੇ ਨੂੰ, ਪੰਜਾਬੀ ਲੋਕਾਂ ਨੂੰ ਇਹ ਦੇਖਣਾ ਪਊਗਾ ਕਿ ਵਾਕਈ ਕੀ ਇਹ ਸਾਡੇ ਮੋਰਚੇ ਦੇ ਹਿੱਤ 'ਚ ਜਾ ਰਿਹਾ ਜਾਂ ਨੁਕਸਾਨ 'ਚ ਜਾ ਰਿਹਾ ਆ। ਇਹ ਸਾਨੂੰ ਸਾਰਾ ਇਹ ਫੈਸਲਾ ਲੈਣ ਦਾ ਸਮਾਂ ਆ ਗਿਆ ਆ। ਉਮੀਦ ਹੈ ਕਿ ਮੋਰਚੇ ਦੇ ਖਿਲਾਫ ਜੇ ਕੋਈ ਨੈਰੇਟਿਵ ਬਿਲਡ ਹੁੰਦਾ ਆ, ਤਾਂ ਉਹ ਚੀਜ਼ ਸਾਨੂੰ ਬਹੁਤ ਗੰਭੀਰਤਾ ਨਾਲ ਦੇਖਣੀ ਹੋਊ। ਦੂਜੇ ਪਾਸੇ ਇਹ ਧਾਰਮਿਕ ਭਾਵਨਾਵਾਂ ਦਾ ਮਸਲਾ ਵੀ ਹੈਗਾ ਆ, ਔਰ ਸਾਨੂੰ ਇਹ ਬਹੁਤ ਗੰਭੀਰਤਾ ਨਾਲ ਇਹ ਦੇਖਣਾ ਪਊਗਾ ਕਿ ਸਰਬ ਲੋਧ ਤੇ ਗੁਰੂ ਗ੍ਰੰਥ ਸਾਹਿਬ ਦੇ ਦੋ ਵੱਖ-ਵੱਖ ਬਿਆਨ ਆ ਰਹੇ ਨੇ। ਇਸ ਦੀ ਗੰਭੀਰਤਾ ਨੂੰ ਪਛਾਣਦੇ ਹੋਏ ਦੇਖਣਾ ਪਊਗਾ ਕਿ ਵਾਕਈ ਬੇਅਦਬੀ ਕਿਸ ਗੱਲ ਦੀ ਹੋਈ ਹੈਗੀ ਆ, ਤੇ ਜੇ ਇਸ ਮਾਮਲੇ 'ਚ ਕੋਈ ਕੌਨਸਪੀਰੇਸੀ ਦਾ ਸ਼ਿਕਾਰ ਹੋ ਗਏ ਨੇ ਸਾਰੇ, ਤਾਂ ਇਹ ਹੋਰ ਵੀ ਚਿੰਤਾਜਨਕ ਗੱਲ ਹੋਊਗੀ। ਤੇ ਇਹ ਸਾਰੀਆਂ ਚੀਜ਼ਾਂ ਹੌਲੀ-ਹੌਲੀ ਹੋਰ ਸਪਸ਼ਟ ਹੋਣਗੀਆਂ, ਪਰ ਸਾਡੀ ਪਹਿਲੀ ਕੋਸ਼ਿਸ਼ ਇਹੀ ਸੀ ਕਿ ਮਾਮਲਾ ਕਿਸੇ ਵੀ ਤਰ੍ਹਾਂ ਲੋਕਲ ਲੋਕਾਂ ਨਾਲ ਕਿਸੇ ਦੰਗੇ ਫਸਾਦ 'ਚ ਨਾ ਬਦਲੇ, ਔਰ ਇਸ ਦੇ ਵਿੱਚ ਜਿਹੜੇ ਨਿਹੰਗ ਸਿੰਘਾਂ ਨੇ ਕਾਰਾ ਕੀਤਾ ਉਹ ਆਪ ਇਸ ਨੂੰ ਸਪਸ਼ਟ ਕਰ ਦੇਣ
ਉਹਨਾਂ ਨੇ ਜ਼ਿੰਮੇਵਾਰੀ ਉੱਠ ਕੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਆ। ਔਰ ਮੋਰਚੇ 'ਚ ਕੋਈ ਕਿਸੇ ਤਰ੍ਹਾਂ ਦੀ ਭੜਕਾਟ ਨਾ ਆਵੇ, ਲੋਕਾਂ ਨੂੰ ਸਮਝਾ ਬੁਝਾ ਕੇ, ਕਿਉਂਕਿ ਧਾਰਮਿਕ ਭਾਵਨਾਵਾਂ ਜਦੋਂ ਬਲੂੰਦਰਦੀਆਂ ਤਾਂ ਬੰਦਾ ਕਈ ਵਾਰੀ ਜਜ਼ਬਾਤੀ ਹੋ ਕੇ ਉਹ ਬਾਕੀ ਸਾਰੀਆਂ ਚੀਜ਼ਾਂ ਤਰਕ ਵੀ ਪਾਸੇ ਰੱਖ ਦਿੰਦਾ ਹੈ। ਹਾਲਾਂਕਿ ਸਿੱਖ ਫਲਸਫਾ, ਸਿੱਖ ਗੁਰੂਆਂ ਦੀ ਸਾਰੀ ਜਿਹੜੀ ਦੇਣ ਹੈ ਉਹ ਤਰਕ ਨੂੰ ਕਦੀ ਵੀ ਪਾਸੇ ਨਹੀਂ ਰੱਖਣ ਦੀ ਹੈਗੀ, ਤਰਕ ਤੇ ਰਹਿ ਕੇ ਤੁਰਨ ਦੀ ਗੱਲ ਹੈਗੀ ਹੈ। ਪਰ ਕਈ ਵਾਰੀ ਜਜ਼ਬਾਤ ਤਰਕ ਦੇ ਉੱਪਰ ਹਾਵੀ ਹੋ ਜਾਂਦੇ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਹੌਲੀ ਹੌਲੀ ਅਸੀਂ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ। ਲੋਕ ਥੋੜਾ ਉਭਰ ਆਏ ਨੇ ਉਸ ਗੱਲ ਦੇ ਵਿੱਚੋਂ ਵੀ, ਜੇ ਇਹਦੇ 'ਚ ਕੋਈ ਸਾਜ਼ਿਸ਼ ਹੋਊਗੀ ਤਾਂ ਉਹ ਵੀ ਸਾਹਮਣੇ ਆ ਜਾਊਗੀ। ਬਿਲਕੁਲ ਜੀ। ਰਮਿੰਦਰ ਸਿੰਘ ਜੀ, ਅਸੀਂ ਕੱਲ ਪਰਸੋਂ ਦੀਆਂ ਇਹ ਘਟਨਾਵਾਂ ਵਾਚ ਕਰ ਰਹੇ ਹਾਂ, ਬਹੁਤ ਕਲੋਜ਼ਲੀ ਵਾਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਬਹੁਤ ਜ਼ਿਆਦਾ ਕਨਫਿਊਜ਼ਨ ਆ। ਤੁਸੀਂ ਤਾਂ ਉੱਥੇ ਬਾਰਡਰ ਤੇ ਬੈਠੇ ਹੋ, ਸਕਦਾ ਤੁਹਾਨੂੰ ਘੱਟ ਹੋਵੇ, ਪਰ ਜਿਹੜੇ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਉਹਨਾਂ ਵਾਸਤੇ ਬਹੁਤ ਵੱਡਾ ਕਨਫਿਊਜ਼ਨ ਆ। ਪਹਿਲਾਂ ਸਭ ਤੋਂ ਜਿਹੜਾ ਬਿਆਨ ਆਇਆ ਸੀ ਉਹ ਇਹ ਸੀ, ਇੱਕ ਬਾਬੇ ਵੱਲੋਂ, ਉਹਨੇ ਜਾ ਕੇ ਅੰਦਰ ਦਿਖਾਇਆ ਵੀ ਸੀ ਵੀ ਇੱਥੇ ਪੋਥੀ ਪਈ ਸੀ, ਸਰਬਲੋ ਗ੍ਰੰਥ ਪਿਆ ਸੀ, ਉਹਨੂੰ ਉਹ ਚੱਕ ਕੇ ਭੱਜ ਗਿਆ, ਬਹੁਤ ਤੇਜ਼ ਦੌੜਿਆ, ਉਹਦੇ ਪਿੱਛੇ ਅਸੀਂ ਜਾ ਕੇ ਉਹ ਤੋਂ ਫੜ ਲਿਆ, ਉਹ ਸਿੱਟ ਗਿਆ, ਫਿਰ ਅਸੀਂ ਉਹਦਾ ਗੁੱਟ ਵੱਢਤਾ, ਫਿਰ ਲਿਆ ਕੇ ਜਿਹੜੀਆਂ ਵੀਡੀਓ ਆਈਆਂ ਸਾਹਮਣੇ ਉਹ ਸਿਰਫ ਉਹਦੇ ਗੁੱਟ ਵੱਢੇ ਤੇ ਲੱਤ ਵੱਢਣ ਤੋਂ ਬਾਅਦ ਉਹਨੂੰ ਟੰਗੇ ਦੀਆਂ ਸੀਗੀਆਂ, ਜਿਹੜੀਆਂ ਬਹੁਤ ਜ਼ਿਆਦਾ ਕਰੂਅਲ ਦੇਖਣ ਨੂੰ ਕਿਸੇ ਦੀ ਵੀ ਝੁੰਚਣੀ ਛਿੜ ਸਕਦੀ ਆ। ਅੱਜ ਤੱਕ ਪਿਛਲੇ 2 ਹਫ਼ਤਿਆਂ ਤੋਂ ਹਰ ਬੰਦਾ ਇਹ ਸੋਚ ਰਿਹਾ ਸੀ ਕਿ ਜਿਹੜੀ ਲਖੀਮਪੁਰ ਖੇੜੀ 'ਚ ਘਟਨਾ ਹੋਈ ਆ ਉਹ ਬਹੁਤ ਕਰੂਅਲਟੀ ਸੀ, ਕਿ ਬੰਦੇ ਆਰਾਮ ਨਾਲ ਖੜੇ ਉਹਨਾਂ ਉੱਤੇ ਇੱਕ ਗੱਡੀ ਚੜ੍ਹਾ ਦਿੱਤੀ ਆ ਕੇ, ਹਰੇਕ ਦੇ ਦਿਮਾਗ ਵਿੱਚ ਉਹ ਪਿਕਚਰ ਸੀ। ਪਰ ਇਹ ਜੋ ਪਿਕਚਰ ਪਰਸੋਂ ਦੀ ਮੀਡੀਆ ਤੇ ਚੱਲ ਰਹੀ ਆ, ਸੋਸ਼ਲ ਮੀਡੀਆ ਤੇ ਚੱਲ ਰਹੀ ਆ, ਉਹਨੇ ਉਹ ਪਿਕਚਰਾਂ ਨੂੰ ਇੱਦਾਂ ਲੱਗਣ ਲੱਗ ਪਿਆ ਵੀ ਉਹ ਤਾਂ ਕੋਈ ਗੱਲ ਹੀ ਨਹੀਂ ਸੀਗੀ, ਜਿਹੜੀ ਗੱਡੀ ਚੜ੍ਹਾਈ ਉਹ ਤਾਂ ਆਊਟ ਆਫ ਕੰਟਰੋਲ ਹੋ ਕੇ ਵੀ ਜਾ ਸਕਦੀ, ਆਹ ਅਸਲੀ ਕਰੂਅਲਟੀ ਆ। ਸੋ ਉਹਨਾਂ ਨੇ ਇੱਕ ਉਹਦੇ ਤੋਂ ਵੱਡੀ ਕਰੂਅਲਟੀ ਕਰਕੇ ਉਹ ਘਟਨਾ ਨੂੰ ਕਿਤੇ ਨਾ ਕਿਤੇ ਦਬਾ ਦਿੱਤਾ। ਦੂਸਰੀ ਗੱਲ, ਜਿਹੜੀਆਂ ਖਬਰਾਂ ਬਾਹਰ ਆਈਆਂ, ਪਹਿਲਾਂ ਇੱਕ ਨੇ ਕਿਹਾ ਵੀ ਉਹ ਸਰਬਲੋਕ ਗ੍ਰੰਥ ਲੈ ਕੇ ਭੱਜਿਆ ਤੇ ਅਸੀਂ ਉਹਦਾ ਗੁੱਟ ਲਾਤਾ ਤੇ ਲਿਆ ਕੇ ਉਹਨੂੰ ਇੱਥੇ ਟੰਗਤਾ। ਫਿਰ ਉਹਨੇ ਇਹ ਵੀ ਨਾਲ ਕਿਹਾ, ਜੇ ਸਾਰਿਆਂ ਨੂੰ ਯਾਦ ਹੋਵੇ, ਵੀ ਉਹ ਬੰਦਾ ਸਾਡੇ ਨਾਲ ਕਾਫੀ ਦੇਰ ਤੋਂ ਘੁੰਮ ਰਿਹਾ, 1 ਸਾਲ ਤੋਂ, ਉਹਦੀ ਸ਼ਬਦਾਵਲੀ ਸੀ 1 ਸਾਲ ਤੋਂ ਸਾਡੇ ਨਾਲ ਹੀ ਸੀਗਾ ਇਹ ਬੰਦਾ, ਘੋੜਿਆਂ ਦਾ ਇਹ ਕਰਦਾ ਸੀਗਾ, ਦੇਖਭਾਲ ਕਰਦਾ ਸੀ ਬੰਦਾ ਜਿਹਨੇ ਬੇਅਦਬੀ ਕੀਤੀ। ਫਿਰ ਇੱਥੇ ਸਵਾਲ ਇਹ ਹੁੰਦਾ, ਜੇ 1 ਸਾਲ ਤੁਸੀਂ ਉਹਨੂੰ ਹੋਣੀ ਕੀ ਸੁੱਝੀ ਵੀ ਮੈਂ ਬੇਅਦਬੀ ਕਰਨੀ ਆ। ਜਦੋਂ ਉਹਦੇ ਪਿੰਡ ਤੋਂ ਖਬਰ ਆਈ, ਕਹਿੰਦੇ ਪਿਛਲੇ ਹਫ਼ਤੇ ਇੱਥੋਂ ਗਿਆ, ਪਿਛਲੇ ਹਫ਼ਤੇ ਤੋਂ ਪਹਿਲਾਂ ਤਾਂ ਕਦੀ ਗਿਆ ਹੀ ਨਹੀਂ ਉੱਥੇ। ਸੋ ਉਹ ਵੀ ਨਹੀਂ ਗੱਲ ਰਲਦੀ। ਉਹਦੀ ਭੈਣ ਕਹਿ ਰਹੀ ਆ ਕੋਈ ਸੰਧੂ ਕੋਈ ਬੰਦਾ ਸੀਗਾ, ਉਹਦੇ ਨਾਲ ਉਹ ਘੁੰਮ ਰਿਹਾ ਸੀਗਾ ਪਿਛਲੇ ਕੁਝ ਦਿਨਾਂ ਤੋਂ, ਤੇ ਨਾਲ ਇਹ ਕਹਿ ਰਿਹਾ ਸੀ ਕਿ ਮੇਰੇ ਬਹੁਤ ਵੱਡਿਆਂ 'ਚ ਹੱਥ ਪੈ ਗਏ ਆ, ਹੁਣ ਮੇਰੇ ਨਾਲ ਕੋਈ ਪੰਗਾ ਨਾ ਲਵੇ, ਮੇਰੀ ਪਹੁੰਚ ਬਹੁਤ ਦੂਰ ਤੱਕ ਹੋ ਗਈ ਆ। ਸੋ ਇਹਦੇ ਤੋਂ ਕੀ ਲਿਆ ਜਾਵੇ। ਤੀਜੀ ਗੱਲ, ਜਿਹੜਾ ਕੱਲ ਨਿਹੰਗ ਪੇਸ਼ ਹੋਇਆ ਆ ਆਪਣੇ ਪਿੰਡੋਂ ਤਰਨਤਾਰਨ ਕੋਲੋਂ ਆ ਕੇ, ਉਹਦੇ ਬਿਆਨ ਹੈ, ਉਹਨੇ ਸਰਬਲੋ ਦਾ ਨਾਮ ਹੀ ਨਹੀਂ ਲਿਆ। ਉਹ ਕਹਿੰਦਾ ਵੀ ਉਹ 2 ਪੋਥੀਆਂ ਲੈ ਕੇ ਭੱਜਿਆ, ਇੱਕ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਤੇ ਇੱਕ ਦਸਮ ਗ੍ਰੰਥ ਦੀ ਪੋਥੀ। ਪਹਿਲੀ ਗੱਲ ਤਾਂ ਦੋਵੇਂ ਪੋਥੀਆਂ ਲੈ ਕੇ ਭੱਜਣਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸਿਰ ਤੇ ਚੱਕਿਆ ਹੋਇਆ, ਤਕਰੀਬਨ ਹਰ ਸਿੱਖ ਨੂੰ ਕਿਤੇ ਨਾ ਕਿਤੇ ਮੌਕਾ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਉੱਪਰ ਸਿਰ ਦੇ ਚੱਕਣ ਦਾ। ਉਹਨਾਂ ਨੂੰ ਪਤਾ ਹੋਣਾ ਵੀ ਦੋਨਾਂ ਨੂੰ ਚੱਕ ਕੇ ਭੱਜਣਾ ਕਿੰਨਾ ਔਖਾ ਹੋਊਗਾ ਕਿਸੇ ਵੀ ਬੰਦੇ ਵਾਸਤੇ। ਫਿਰ ਕਹਿੰਦੇ, ਪਹਿਲੇ ਦਿਨ ਕਹਿੰਦਾ ਸੀ ਵੀ ਇੱਥੇ ਸਰਵੇਲੈਂਸ ਲੱਗੀ ਹੋਈ ਸਾਡੀ ਬੱਸ ਵਿੱਚ, ਅਸੀਂ ਵੀਡੀਓ ਬਹੁਤ ਛੇਤੀ ਤੁਹਾਡੇ ਸਾਹਮਣੇ ਲਿਆ ਦਾਂਗੇ। ਮੈਂ ਨਹੀਂ ਦੇਖੀ, ਜੇ ਤੁਸੀਂ ਦੇਖੀ ਹੋਵੇ ਉੱਥੇ ਤਾਂ ਦੱਸਿਓ ਵੀ ਕਿੱਦਾਂ ਪਤਾ ਲੱਗ ਜਾਵੇ ਵੀ ਕਿੱਦਾਂ ਬੇਅਦਬੀ ਹੋਈ। ਹੁਣ ਤੱਕ ਜਿੰਨੀਆਂ ਘਟਨਾਵਾਂ ਹੋਈਆਂ ਪੰਜਾਬ 'ਚ, ਕਿਤੇ ਨਾ ਕਿਤੇ ਉਹਨਾਂ ਦੀ ਵੀਡੀਓ ਬਾਹਰ ਆ ਗਈ ਆ ਵੀ ਕੋਈ ਸ਼ਰਾਬੀ ਉੱਪਰ ਘੁੰਮ ਰਿਹਾ, ਕੀ ਕਰ ਰਿਹਾ, ਕਿੱਦਾਂ ਟੱਚ ਕਰ ਰਿਹਾ ਆ। ਇਹ ਹਾਲੇ ਤੱਕ ਸਾਨੂੰ ਮਾਰਕਾਟ ਦੀ ਤਾਂ ਦਿਖੀ ਆ, ਬੇਅਦਬੀ ਵਾਲੀ ਨਹੀਂ ਦਿਖੀ। ਸੋ ਜਿਹੜੇ ਸਾਰੇ ਕਨਫਿਊਜ਼ਨ ਆ, ਸਾਨੂੰ ਤਾਂ ਬਹੁਤ ਜ਼ਿਆਦਾ ਹੋ ਰਹੇ, ਸਾਨੂੰ ਕੁਝ ਸਮਝ ਨਹੀਂ ਆ ਰਹੀ ਵੀ ਕੀ ਹੋਇਆ, ਕਿਹਦੀ ਬੇਅਦਬੀ ਹੋਈ ਆ, ਕਿੱਦਾਂ ਹੋਈ ਆ, ਹੋਈ ਵੀ ਆ ਕਿ ਨਹੀਂ ਹੋਈ, ਕਿ ਬੰਦਾ ਹੀ ਵੱਢਤਾ ਆ। ਤੁਹਾਨੂੰ ਉੱਥੇ ਫਸਟ ਹੈਂਡ ਇਨਫੋਰਮੇਸ਼ਨ ਜਿਹੜੀ ਆ, ਕਿਉਂਕਿ ਬਹੁਤ ਸਾਰੇ ਲੋਕ ਉੱਥੇ ਖੜੇ ਸੀਗੇ ਜਿਨ੍ਹਾਂ ਨੇ ਦੇਖਿਆ ਆ, ਉਹਨਾਂ ਨੂੰ ਕੋਈ ਖਬਰ ਹੈ ਵੀ ਅੰਦਰ ਉਹਨਾਂ ਨੇ ਕਿੱਦਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਖਿਲਾਰਾ ਪਾਇਆ? ਕਿਉਂਕਿ ਜਿਹੜੀ ਫੋਟੋਆਂ ਆਈਆਂ ਉਹ 'ਚ ਤਾਂ ਸਾਰਾ ਕੁਝ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਸੀ, ਕਹਿੰਦੇ ਅਸੀਂ ਬਾਅਦ 'ਚ ਕੀਤਾ ਆ। ਸੋ ਕੋਈ ਹੈ ਤੁਹਾਡੇ ਕੋਲ ਵੀਡੀਓ ਜਾਂ ਕੋਈ ਖਬਰ ਇੱਦਾਂ ਦੀ? ਦੇਖੋ, 2-3 ਪੁਆਇੰਟ। ਮੈਂ ਨੰਬਰ 1 ਤਾਂ ਜਿਹੜਾ ਸਵਾਲ ਉਹਦੀ, ਜਿਹੜਾ ਬੰਦਾ ਲਖਵੀਰ ਸਿੰਘ ਜਿਹੜਾ ਕਤਲ ਹੋਇਆ, ਹਾਂਜੀ, ਉਸਦੀ ਸਿਸਟਰ ਦਾ ਜਿਹੜਾ ਬਿਆਨ ਆ, ਉਹ ਕਹਿੰਦੀ ਵੀ ਸੰਧੂ ਸਾਹਿਬ ਨਾਲ ਕੋਈ ਨਾਲ ਉਹ ਫੋਨ ਤੇ ਗੱਲ ਕਰਦਾ ਸੀ। ਫਸਟ ਆਫ ਆਲ ਤਾਂ ਉਹਦੀ ਫੋਨ ਡਿਟੇਲ ਆ ਜਿਹੜੀ ਉਹ ਪੁਲਿਸ ਨੂੰ ਜਾਂ ਇਹ ਪ੍ਰੋਕਿਓਰ ਕਰਨੀ ਚਾਹੀਦੀ ਆ, ਜਾਂ ਇਸ ਨੂੰ ਸੁਰੱਖਿਅਤ ਹਾਸਲ ਕਰਕੇ ਇਸ ਨੂੰ ਨੰਗਾ ਕਰਨਾ ਚਾਹੀਦਾ ਵੀ ਉਹ ਸੰਧੂ ਕੌਣ ਹੈ। ਇਹ ਮਹੱਤਵਪੂਰਨ ਪੁਆਇੰਟ ਹੋਊਗਾ। ਤੋ ਇਹ ਪਹਿਲਾ ਪੁਆਇੰਟ ਹੈ ਜਿਹੜਾ ਇੱਕ ਸ਼ੱਕ ਦਾ ਜਿਹੜਾ ਦਾਇਰਾ ਸਾਡਾ ਵਧਾਉਂਦਾ ਆ।
ਬਾਰਡਰ ਰੀਜਨ ਹੈ, ਏਜੰਸੀਆਂ ਉੱਥੇ ਲਗਾਤਾਰ ਆਪਰੇਟ ਕਰਦੀਆਂ ਨੇ ਹਿੰਦੁਸਤਾਨ ਦੀਆਂ, ਔਰ ਸੰਧੂ ਇੱਕ ਸ਼ੱਕੀ ਕਿਰਦਾਰ ਵਜੋਂ ਸਾਹਮਣੇ ਆਉਂਦਾ। ਦੂਜੀ ਗੱਲ ਇਹ ਵੀ ਸੱਚ ਹੈ ਕਿ ਇਹ ਵਿਅਕਤੀ ਜਦੋਂ ਉੱਥੋਂ ਆਇਆ ਤਾਂ ਇਹਨਾਂ ਨਿਹੰਗ ਸਿੰਘਾਂ ਦੇ ਕੈਂਪ 'ਚ ਹੀ ਸੀ, ਬਾਣਾ ਵੀ ਉਹਨੇ ਉਹਨਾਂ ਦਾ ਪਾਇਆ ਔਰ ਉਹਨਾਂ ਨੇ ਉਸਨੂੰ ਆਪਣੇ ਦਲ 'ਚ ਸ਼ਾਮਲ ਵੀ ਕੀਤਾ ਆ। ਇਸ ਕਰਕੇ ਇਸ ਦੇ ਵਿੱਚ ਉਹਨਾਂ ਦੇ ਅੰਦਰ ਹੀ ਇਹ ਘਟਨਾਵਾਂ ਵਾਪਰੀਆਂ। ਜਦੋਂ ਉਹ ਭੱਜਿਆ, ਸਵੇਰੇ ਤੜਕੇ ਭੱਜਿਆ, ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਰੌਲੇ ਰੱਪੇ ਤੋਂ ਬਾਅਦ ਵੀ ਆਹ ਕਰਤਾ, ਫਿਰ ਕਹਾਣੀ ਪਤਾ ਲੱਗਣ ਲੱਗੀ ਹੈ। ਸਾਨੂੰ ਵੀ ਜਦੋਂ ਪਤਾ ਲੱਗਿਆ ਤਾਂ ਅਸੀਂ ਆਪਣੇ ਉੱਥੇ ਨੇੜੇ ਜਿਹੜੇ ਕੈਂਪ ਸੀ ਉਹਨਾਂ ਨੂੰ ਭੇਜਿਆ ਵੀ ਜਾ ਕੇ ਪਤਾ ਕਰੋ। ਸਾਡੇ ਕੋਲੇ ਖਬਰ ਇਹ ਆਈ ਵੀ ਬੰਦਾ ਉਹਨਾਂ ਨੇ ਗੁੱਟ ਵੱਢਤਾ, ਪਰ ਜਦੋਂ ਸਾਡੇ ਬੰਦਿਆਂ ਨੇ ਜਾ ਕੇ ਉੱਥੇ ਦੇਖਿਆ ਤਾਂ ਫਿਰ ਪਤਾ ਲੱਗਿਆ ਵੀ ਬੰਦਾ ਤਾਂ ਕਤਲ ਹੋ ਚੁੱਕਾ ਹੈ, ਬੰਦਾ ਮਾਰਿਆ ਜਾ ਚੁੱਕਾ ਹੈ। ਤਾਂ ਉਹ ਫੌਰੀ ਅਸੀਂ ਸਾਰਿਆਂ ਨੂੰ ਇਕੱਠਾ ਕੀਤਾ ਔਰ ਜਿੰਨੀ ਤੱਕ ਹਾਲੇ ਤੱਕ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ 'ਚ ਸਰਬ ਲੋਕ ਗ੍ਰੰਥ ਹੀ ਆ ਰਹੇ ਨੇ ਵੀ ਉਸ ਗ੍ਰੰਥ ਦਾ, ਔਰ ਇਸ ਗ੍ਰੰਥ ਨੂੰ ਜੇ ਉਹ ਇਕੁਇਲੈਂਟ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਦੇ, ਇਹ ਅਸੀਂ ਸਿੱਖ ਭਾਈਚਾਰੇ ਤੇ ਸਿੱਖ ਵਿਦਵਾਨਾਂ ਤੇ ਸਿੱਖ ਇਤਿਹਾਸਕਾਰਾਂ ਤੇ ਛੱਡਦੇ ਆ ਕਿ ਉਹਨਾਂ ਦੇ ਇਸ ਨੂੰ ਇਕੁਇਲੈਂਟ ਗੁਰੂ ਗ੍ਰੰਥ ਸਾਹਿਬ ਦੇ ਮੰਨਣਾ ਜਾਂ ਨਹੀਂ ਮੰਨਣਾ। ਇਹ ਸਵਾਲ ਸੰਗਤ ਦੇ ਹਵਾਲੇ ਕਰਦੇ ਆ ਕਿ ਵੀ ਕੀ ਦੋਹਾਂ ਦਾ ਦਰਜਾ ਬਰਾਬਰ ਹੈ। ਮੇਰੀ ਨਜ਼ਰ 'ਚ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਉੱਚਾ ਹੈ, ਮੇਰੀ ਨਜ਼ਰ 'ਚ ਤਾਂ ਹੈ। ਬਿਲਕੁਲ ਜੀ। ਤੀਸਰਾ ਸਵਾਲ ਜਿਹੜਾ ਤੁਸੀਂ ਤਰਨਤਾਰਨ ਜਿਹੜਾ ਨਿਹੰਗ ਸਿੰਘ ਜੀ ਨੇ ਗ੍ਰਿਫਤਾਰੀ ਦਿੱਤੀ ਆ ਉਹਨਾਂ ਦਾ ਸੀ, ਮੈਂ ਉਹਨਾਂ ਦਾ ਵੀ ਬਿਆਨ ਸੁਣਿਆ ਆ। ਉਹ ਵੀ ਆਪਣੀ ਵੀਡੀਓ 'ਚ ਇਹ ਕਹਿੰਦੇ ਨੇ ਵੀ ਮੇਰੇ ਜਾਂਦਿਆਂ ਨੂੰ ਤਾਂ ਮੈਨੂੰ ਉਹਨਾਂ ਨੇ ਰੋਕ ਕੇ ਸਿੰਘਾਂ ਨੇ ਕਿਹਾ ਵੀ ਇਹਨਾਂ ਨੇ ਬੇਅਦਬੀ ਕੀਤੀ ਆ। ਇਹ ਉਹਨਾਂ ਦੇ ਬਿਆਨ 'ਚ ਵੀ ਨਹੀਂ, ਵੀ ਉਹਨਾਂ ਨੇ ਵੀ ਮਤਲਬ ਇਹ ਨਹੀਂ ਕਿਹਾ ਵੀ ਮੇਰੇ ਸਾਹਮਣੇ ਵਾਪਰਿਆ। ਉਸ ਤੋਂ ਪਹਿਲਾਂ ਉਹ ਕਾਂਡ ਹੋ ਗਿਆ। ਉਹ ਕਹਿੰਦੇ ਵੀ ਮੈਂ ਫਿਰ ਉਹਦਾ ਗੁੱਟ ਵੱਢਿਆ ਸੀ, ਮੈਂ ਉਹਦਾ ਵੀ ਇਹਦੀ ਸਜ਼ਾ ਦੇਣੀ ਚਾਹੀਦੀ ਹੈ ਸੋਧਾ, ਉਹਨਾਂ ਨੇ ਉਹਦੇ ਜਿਹੜਾ ਲੱਤ ਹੈ ਜਿਹੜੀ ਉਹ ਵੱਡੀ ਹੈਗੀ ਆ। ਉਹਨਾਂ ਦਾ ਵੀ ਬਿਆਨ ਇਹ ਹੈ। ਹੁਣ ਉਹਨਾਂ ਦੇ ਤੇ ਬਾਕੀ ਬਿਆਨਾਂ 'ਚ ਇਹ ਕੰਟਰੋਵਰਸੀ ਜਿਹੜੀ ਖੜੀ ਹੋ ਰਹੀ ਹੈ, ਇਹ ਸਾਨੂੰ ਇਹ ਲੱਗਦਾ ਵੀ ਇਹ ਪੂਰਾ ਗਹਿਰਾਈ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਤੇ ਇਹ ਵਾਕਈ ਏਜੰਸੀਆਂ ਦੀ ਖੇਡ ਤਾਂ ਨਹੀਂ ਜਿਹਦੇ 'ਚ ਇਹ ਸਾਰੇ ਸ਼ਿਕਾਰ ਹੋ ਗਏ ਹੋਣ। ਔਰ ਇਸ ਰਾਹੀਂ ਭਾਜਪਾ ਨੇ ਲਖੀਮਪੁਰ ਖੀਰੀ 'ਚ ਜੋ ਵਾਪਰਿਆ ਹੈਗਾ ਉਸ ਨੂੰ ਪਾਸੇ ਕਰਨ ਲਈ, ਉਹਦੇ ਤੋਂ ਧਿਆਨ ਹਟਾਉਣ ਲਈ, ਉਸ ਸਾਰੇ ਤੋਂ ਪਾਸੇ ਕਰਕੇ ਇਸ ਕ੍ਰੂਅਲਟੀ ਨੂੰ ਵੱਡਾ ਬਣਾ ਕੇ ਦਿਖਾ ਕੇ ਪੇਸ਼ ਕਰਕੇ ਤੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਜਿਹਦੇ 'ਚ ਸੁਪਰੀਮ ਕੋਰਟ 'ਚ ਮੂਵ ਹੋਈ ਪਟੀਸ਼ਨ। ਮੇਰੀ ਇਸ ਸਾਜ਼ਿਸ਼ੀ ਜਿਹੜਾ ਪਹਿਲੂ ਹੈ ਇਸ ਨੂੰ ਕਾਫੀ ਬਲ ਹੈ ਜਿਹੜਾ ਮੇਰੇ ਵਿਚਾਰ ਨੂੰ ਉਹ ਮਿਲ ਰਿਹਾ ਹੈਗਾ ਆ। ਉਹ ਇਹ ਚੀਜ਼ਾਂ ਅਸੀਂ ਵੀ ਗਹਿਰਾਈ ਨਾਲ ਦੇਖ ਰਹੇ ਹਾਂ। ਅਸੀਂ ਇਹ ਸਾਜ਼ਿਸ਼ ਨੂੰ ਰੂਲ ਆਊਟ ਨਹੀਂ ਕਰਦੇ, ਇਸੇ ਕਰਕੇ ਨਿਰਪੱਖ ਜਾਂਚ ਦੀ ਮੰਗ ਹੈ ਜਿਹੜੀ ਮੋਰਚੇ ਵੱਲੋਂ ਕੀਤੀ ਗਈ ਹੈਗੀ ਹੈ ਕਿ ਵੀ ਇਹ ਨਿਰਪੱਖ ਤੌਰ ਤੇ ਇਹਦੇ 'ਚ ਜਾਂਚ ਹੋਣੀ ਚਾਹੀਦੀ ਹੈਗੀ ਹੈ, ਸਾਰੀ ਸਾਹਮਣੇ ਆਉਣੀ ਚਾਹੀਦੀ ਹੈ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿੱਤਰਨਾ ਚਾਹੀਦਾ। ਹਾਂਜੀ, ਮੈਂ ਵੀਰ ਰਮਿੰਦਰ ਸਿੰਘ ਜੀ ਇੱਕ ਤਾਂ ਗੱਲ ਕਲੀਅਰ ਕਰਾਂ ਸਰੋਤਿਆਂ ਨਾਲ ਵੀ ਦਰਸ਼ਕਾਂ ਨਾਲ ਵੀ, ਜਿਹੜੇ ਕਿਸਾਨ ਮੋਰਚਾ ਵਾਲੇ ਵੀ ਸਾਨੂੰ ਸੁਣ ਰਹੇ ਇਸ ਟਾਈਮ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹਰ ਇੱਕ ਸਿੱਖ ਦੇ, ਈਵਨ ਸਿੱਖਾਂ ਤੋਂ ਬਿਨਾਂ ਹੋਰ ਵੀ ਜਿਹੜੇ ਲੋਕ ਹੈ ਸਾਡੇ ਹਿੰਦੂ ਭਰਾ ਵੀ ਆ ਜਾਂ ਮੁਸਲਮਾਨ ਵੀ ਆ, ਜਿਹੜਾ ਵੀ ਕੋਈ ਅਸਲੀ ਵਿੱਚ ਧਰਮ ਦੀ ਗੱਲ ਕਰਦਾ ਜਾਂ ਧਰਮ ਨੂੰ ਰਿਸਪੈਕਟ ਕਰਦਾ, ਉਹ ਹਰ ਇੱਕ ਗ੍ਰੰਥ ਦੀ ਰਿਸਪੈਕਟ ਕਰਦਾ। ਕੋਈ ਵੀ ਇੱਦਾਂ ਬੇਅਦਬੀ ਨਹੀਂ ਕਰਦਾ, ਚਾਹੇ ਉਹ ਕਿਸੇ ਹੋਰ ਬਰਾਦਰੀ 'ਚੋਂ ਵੀ ਹੋਵੇ, ਅਨਲੈਸ ਉਹਨੂੰ ਕੋਈ ਪੈਸੇ ਦਿੱਤੇ ਜਾਣ ਜਾਂ ਪੈਸੇ ਦੇ ਕੇ ਕੰਮ ਕਰਵਾਇਆ ਜਾਵੇ। ਦੂਜੀ ਗੱਲ ਰਹੀ ਸਰਬਲੋਕ ਗ੍ਰੰਥ ਦੀ ਜਾਂ ਬਚਿੱਤਰ ਨਾਟਕ ਗ੍ਰੰਥੀ ਜਿਹਨੂੰ 10ਵਾਂ ਗ੍ਰੰਥ ਕਹਿੰਦੇ, ਇਹ ਸਾਡੇ ਕੋਲ ਅਕਾਲ ਤਖਤ ਤੋਂ ਸਿੱਖ ਰਹਿਤ ਮਰਿਆਦਾ ਜਿਹੜਾ ਸਾਡੇ ਕੋਲ ਅੱਜ ਸਭ ਤੋਂ ਵੱਡਾ ਜਿਹੜਾ ਸਾਡੇ ਕੋਲ ਪ੍ਰਮਾਣਿਤ ਪੱਤਰ ਹੈ ਅਕਾਲ ਤਖਤ ਦਾ, ਉਹਦੇ ਹਿਸਾਬ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਵੀ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਸਪਸ਼ਟ ਲਿਖਿਆ ਆ। ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਤੇ ਨਾਲ ਇੱਕ ਪਾਸੇ ਸਰਬਲੋਕ ਦਾ ਜਾਂ ਗੋਬਿੰਦ ਗੀਤਾ ਦਾ ਜਾਂ ਬਚਿੱਤਰ ਨਾਟਕ ਦਾ ਪ੍ਰਕਾਸ਼ ਆ, ਇਹਦਾ ਮਤਲਬ ਕਿ ਨਿਹੰਗ ਪਹਿਲਾਂ ਹੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਆਪ ਹੀ ਕਰ ਰਹੇ ਆ। ਕਿਉਂਕਿ ਇਹ ਮੈਂ ਨਹੀਂ ਕਹਿ ਰਿਹਾ, ਇਹ ਸਾਡਾ ਅਕਾਲ ਤਖਤ ਦੀ ਸਿੱਖ ਰਹਿਤ ਮਰਿਆਦਾ ਜਿਹੜਾ ਸਰਵੋੱਚਮ ਅਸੀਂ ਕਹਿੰਦੇ ਸਿੱਖਾਂ ਵਾਸਤੇ, ਵੀ ਅਕਾਲ ਤਖਤ ਦੀ ਰਹਿਤ ਮਰਿਆਦਾ ਕਹਿ ਰਹੀ ਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਵੀ ਕਿਤੇ ਵੀ ਜਗ੍ਹਾ ਇਹ ਗੁਰੂ ਗ੍ਰੰਥ ਦੇ ਬਰਾਬਰ, ਚਾਹੇ ਸਰਬਲੋਕ ਗ੍ਰੰਥ ਹੋਵੇ, ਚਾਹੇ ਬਚਿੱਤਰ ਨਾਟਕ ਹੋਵੇ, ਚਾਹੇ ਗੋਬਿੰਦ ਗੀਤਾ ਹੋਵੇ, ਚਾਹੇ ਇਹਨਾਂ ਦਾ ਉਗਰਦੀ, ਕਿਉਂਕਿ ਇਹ 8-10 ਗ੍ਰੰਥ ਲਈ ਫਿਰਦੇ ਆ, ਠੀਕ ਹੈ ਜੀ, ਉਹ ਕਿਸੇ ਦਾ ਵੀ ਬਰਾਬਰ ਪ੍ਰਕਾਸ਼ ਨਹੀਂ ਹੋ ਸਕਦਾ। ਦੂਜੀ ਗੱਲ, ਜਿਹੜੀਆਂ ਤੁਸੀਂ ਘਟਨਾਵਾਂ
ਨਿਹੰਗ ਸਿੰਘਾਂ ਦੀਆਂ ਦੱਸੀਆਂ ਆ ਉੱਥੇ ਵੀ ਇੱਕ ਬੰਦੇ ਦਾ ਕੜਾ ਮਾਰ ਕੇ ਸਿਰ ਖੋਲ ਦਿੱਤਾ ਆ, ਇੱਕ ਦਲਿਤ ਦਾ ਮੁੰਡੇ ਦਾ ਗੁੱਟ ਵੱਢਿਆ ਇਹਨਾਂ ਨੇ, ਤੇ ਇਦਾਂ ਦੀਆਂ ਝੁੱਟ-ਪੁੱਟ ਹਜ਼ੂਰ ਸਾਹਿਬ ਵਾਲੇ ਬਾਬਿਆਂ ਦੇ ਲੰਗਰ ਤੇ ਜਾ ਕੇ ਅਟੈਕ ਕੀਤਾ ਆ। ਮੈਂ ਨਾਲ ਦਰਸ਼ਕਾਂ ਨੂੰ ਹੋਰ ਵੀ ਦੱਸਾਂ, ਕਿਉਂਕਿ ਆਪਾਂ ਪਿੱਛੇ ਵੀ ਥੋੜੀ ਜਿਹੀ ਗੱਲ ਕਰ ਲਈਏ ਵੀ ਸਿੱਖ ਕੌਮ ਨੂੰ ਨਿਹੰਗ ਸਿੰਘਾਂ ਦੀ ਕੀ ਦੇਣ ਆ। ਸਭ ਤੋਂ ਪਹਿਲੀ ਇਹ ਦੇਣ ਆ ਵੀ ਜਦੋਂ 1984 ਦੇ ਵਿੱਚ ਬਲੂ ਸਟਾਰ ਆਪਰੇਸ਼ਨ ਹੋਇਆ ਆ ਤੇ ਸਿੱਖ ਚਾਹੁੰਦੇ ਸੀ ਵੀ ਸਾਡੇ ਹਿਰਦੇ ਵਲੂੰਦਰੇ ਗਏ ਆ, ਇਹ ਇਮਾਰਤ ਇਦਾਂ ਹੀ ਰੱਖੀ ਜਾਵੇ। ਉਦੋਂ ਵੀ ਸੰਤਾ ਸਿੰਘ ਨਿਹੰਗ ਜਿਹੜਾ ਆ ਬੁੱਢਾ ਦਲ ਵਾਲਾ, ਉਹਨੂੰ ਕਾਂਗਰਸ ਨੇ ਹਾਇਰ ਕਰਕੇ ਉਹਦੇ ਤੋਂ ਇਹ ਸਾਰੀ ਅਕਾਲ ਤਖਤ ਦੀ ਮੁਰੰਮਤ ਕਰਵਾਈ। ਸੋ ਇਹ ਇਹਨਾਂ ਦੀ ਦੇਣ ਆ। ਮੈਂ ਦੱਸ ਰਿਹਾ ਵੀ ਜਿੱਥੇ ਪੂਰੀ ਕੌਮ ਚਾਹੁੰਦੀ ਸੀ ਵੀ ਏਦਾਂ ਹੀ ਰਵੇ, ਲੋਕਾਂ ਨੂੰ ਪੂਰੇ ਦੁਨੀਆ ਨੂੰ ਦਿਸੇ ਕੀ ਹੋਇਆ ਸਾਡੇ ਧਾਰਮਿਕ ਸਥਾਨ ਤੇ। ਫਿਰ ਇਹਦੀ ਤੀਜੀ ਗੱਲ ਉਸ ਤੋਂ ਬਾਅਦ ਆ ਜਾਈਏ ਆਪਾਂ, ਇਹਨਾਂ ਦਾ ਮੇਨ ਜਿਹੜਾ ਅਗਲਾ ਨਿਹੰਗ ਹੋਇਆ ਅਜੀਤ ਸਿੰਘ ਪੂਲਾ, ਜਿਹਨੂੰ ਬਾਅਦ ਵਿੱਚ ਜੇਲ੍ਹ ਦੇ ਵਿੱਚ ਮਾਰਿਆ ਗਿਆ। ਅਜੀਤ ਸਿੰਘ ਪੂਲੇ ਦੇ ਉੱਪਰ 1000 ਤੋਂ ਉੱਪਰ ਰੇਪ ਕੇਸ ਸੀ, ਜੋ ਕਿ ਸੰਧੂ ਸਾਹਿਬ, ਕਰਨਲ ਸੰਧੂ ਸਾਹਿਬ ਜਿਹੜੇ ਆ ਉਹਨਾਂ ਕੋਲ ਪੂਰਾ ਰੈਕਡ ਆ ਉਹਨਾਂ ਦਾ ਪੂਰਾ। ਫਿਰ ਇਹਨੇ ਅਜੀਤ ਸਿੰਘ ਪੂਲੇ ਨਿਹੰਗ ਨੇ ਹੀ ਸਾਰੇ ਜਿਹੜੇ ਬਲਵਿੰਦਰ ਸਿੰਘ ਜਟਾਣਾ ਦਾ ਪਰਿਵਾਰ ਹੈ ਵਿੱਚ ਉਹਦੀ ਵਿਰਧ ਮਾਤਾ ਅਪਾਹਿਜ ਲੜਕੀ, ਸਾਰਿਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ। ਤੇ ਆਪਾਂ ਨੂੰ ਇਹ ਵੀ ਪਤਾ ਜਿਹੜਾ ਕਵੀਸ਼ਰ ਸੀ ਜੋਗਾ ਸਿੰਘ ਜੋਗੀ, ਉਹਦੀ ਬੇਟੀ ਵੀ ਜਿਹੜਾ ਅਜੀਤ ਸਿੰਘ ਪੂਲਾ ਚੱਕ ਕੇ ਲੈ ਗਿਆ ਸੀਗਾ, ਤੇ ਬਹੁਤ ਸਾਰੀਆਂ ਲੱਗਿਆ। ਫਿਰ ਸੰਧੂ ਸਾਹਿਬ ਹੁਣਾਂ ਨੇ ਕਰਨਲ ਸੀ, ਆਰਮੀ ਚੋਂ ਰਿਟਾਇਰ ਹੋਏ, ਹਲੇ ਵੀ ਜੀਂਦੇ ਆ ਉਹ, ਉਹਨਾਂ ਨੇ ਇੱਕ ਆਪਣੀ ਫੋਰਸ ਬਣਾਈ, ਆਪਣੇ ਨਾਲ ਬੰਦੇ ਇਕੱਠੇ ਕੀਤੇ, ਤਾਂ ਪੂਲਾ ਨਿਹੰਗ ਨੂੰ, ਅਜੀਤ ਸਿੰਘ ਪੂਲਾ ਇਹਨੂੰ ਨੱਥ ਪਾਈ ਤੇ ਇਹਨੂੰ ਅੰਦਰ ਕਰਾਇਆ। ਸੋ ਮੈਂ ਇਹ ਗੱਲ ਤਾਂ ਸਾਰੀਆਂ ਰਿਪੀਟ ਕਰ ਰਿਹਾ ਵੀ ਜਿਹੜੇ ਸਾਡੇ ਭਰਾ ਫੇਸਬੁੱਕਾਂ ਤੇ ਕਹਿੰਦੇ ਨਿਹੰਗ ਸਿੰਘ ਹੈ, ਆ ਨਿਹੰਗ ਸਿੰਘਾਂ ਦੀਆਂ ਤੁਹਾਨੂੰ ਪ੍ਰਾਪਤੀਆਂ ਦੱਸ ਦਿੱਤੀਆਂ ਆ। ਤੇ ਸਭ ਤੋਂ ਪਹਿਲਾਂ ਨਿਹੰਗ ਸਿੰਘਾਂ ਦਾ ਮੁਕਾਬਲਾ ਜਿਹੜਾ ਸੀ ਉਹ ਪੁਲਿਸ ਦੀਆਂ ਗੋਲੀਆਂ ਮਾਰੀਆਂ ਸੀ, ਉਹ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਦਲ ਵਾਲੇ। ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਆ ਗੋਲੀ ਚਲਾ ਕੇ ਨਿਹੰਗ ਜਿਹੜੇ ਕਿਸੇ ਗੁਰਦੁਆਰੇ ਜਾ ਕੇ ਕਬਜ਼ਾ ਕਰਕੇ ਇੱਦਾਂ ਹੀ ਉੱਥੇ ਖਰੂਦ ਮਚਾਇਆ, ਤੇ ਉੱਥੇ ਉਹਨਾਂ ਤੇ ਗੋਲੀ ਚੱਲੀ ਤਾਂ ਫਿਰ ਗੋਲੀ ਚੱਲ ਕੇ ਫਾਇਰਿੰਗ ਹੋਈ, ਉੱਥੇ 4 ਨਿਹੰਗ ਸਿੰਘ ਮੇਰਾ ਖਿਆਲ ਮਾਰੇ ਗਏ ਸੀਗੇ। ਸੋ ਮੈਂ ਇਹ ਗੱਲਾਂ ਤਾਂ ਸਾਡੇ ਦਰਸ਼ਕਾਂ ਲਈ, ਸਰੋਤਿਆਂ ਲਈ ਰਿਪੀਟ ਕਰਦਾ ਵੀ ਜੇ ਸ਼ਾਇਦ ਕਈਆਂ ਦੇ ਜਿਹੜੇ ਵਿਚਾਰੇ ਪਹਿਲੀ ਵਾਰ ਨਿਹੰਗ ਸਿੰਘਾਂ ਬਾਰੇ ਸੋਚਦੇ ਆ ਵੀ ਇਹ ਕੀ ਦੇਣ ਹੈ, ਇਹਨਾਂ ਦੀ ਸਾਡੀ ਪੰਥ ਨੂੰ ਕੋਈ ਦੇਣ ਨਹੀਂ, ਸਾਡੀ ਕੌਮ ਨੂੰ ਕੋਈ ਦੇਣ ਨਹੀਂ। ਪਿੰਡਾਂ ਦੇ ਜਾ ਕੇ ਪੱਠੇ ਜਾੜਾ ਪਾਉਂਦੇ ਆ, ਇਹ ਸਾਰੇ ਇਦਾਂ ਦੇ ਕੰਮ ਕਰਦੇ ਆ, ਜਿਹੜਾ ਗੁਰਦੁਆਰਿਆਂ ਦਾ ਜਾ ਕੇ ਤੇ ਕਬਜ਼ਾ ਕਰ ਲੈਂਦੇ ਆ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਮੋਰਚੇ ਲਈ ਘਾਤਕ ਸਾਬਤ ਹੋ ਰਹੀਆਂ। ਰਾਜੇਵਾਲ ਸਾਹਿਬ ਦਾ ਜਿਹੜਾ ਬਿਆਨ ਸੀ ਬਿਲਕੁਲ ਸਹੀ ਸੀ ਉਹਦਾ। ਹਾਂਜੀ ਵੀਰ, ਮੈਂ ਇੱਕ ਗੱਲ ਹੋਰ ਵਿੱਚ ਇੱਥੇ ਐਡ ਕਰਨੀ ਚਾਹੁੰਦਾ। ਮੰਨ ਲਓ 1 ਮਿੰਟ ਵਾਸਤੇ ਵੀ ਉਹ ਨਿਹੰਗ ਜਿਹੜਾ ਕੱਲ ਵੀ ਗ੍ਰਿਫਤਾਰ ਹੋਇਆ ਉਹ ਸੁਹਿਰਦ ਆ, ਤੇ ਜਿਵੇਂ ਰਵਿੰਦਰ ਸਿੰਘ ਉਹਨਾਂ ਨੇ ਗੱਲ ਕੀਤੀ, ਉਹਨੂੰ ਤਾਂ ਪਤਾ ਹੀ ਨਹੀਂ ਵੀ ਉੱਥੇ ਕੀ ਹੋਇਆ, ਕਹਿੰਦਾ ਮੇਰੀ ਗੱਡੀ ਨੂੰ ਹੱਥ ਦੇ ਕੇ ਰੋਕ ਲਿਆ। ਤੇ ਜਿਹੜੇ ਬੰਦੇ ਨੇ ਫਸਟ ਹੈਂਡ ਹਮਲਾ ਕਰਕੇ ਉਹਦਾ ਗੁੱਟ ਵੱਢਿਆ ਆ, ਉਹਦੀ ਜਿਹੜੀ ਵੀਡੀਓ ਲੀਕ ਹੋਈ ਆ ਫੜੇ ਗ੍ਰਿਫਤਾਰ ਹੁੰਦੇ ਹੋਏ ਦੀ, ਉਹਦੀ ਪੱਗ ਲੱਥ ਗਈ ਕੁਦਰਤੀ ਸਿਰ ਤੋਂ, ਤੇ ਉਹ ਮੋਨਾ ਆ ਬੰਦਾ, ਤਾਜ਼ਾ ਨਿਹੰਗ ਬਣਿਆ, ਸਾਫ਼ ਦਿਖ ਰਿਹਾ। ਅੱਛਾ, ਫਿਰ ਉਹ ਜਦੋਂ ਗਾਲਾਂ ਕੱਢਣ ਲੱਗਾ, ਉਹ ਪੰਜਾਬੀ 'ਚ ਗਾਲਾਂ ਨਹੀਂ ਕੱਢ ਰਿਹਾ, ਉਹ ਤੋਂ ਇਹ ਪਤਾ ਲੱਗ ਰਿਹਾ ਉਹ ਪੰਜਾਬੀ ਨਹੀਂ ਹੈ, ਕਿਸੇ ਹੋਰ ਸੂਬੇ ਤੋਂ ਲਿਆ ਕੇ ਉਹਨੂੰ ਨਿਹੰਗ ਬਣਾਇਆ ਗਿਆ। ਸੋ ਉਹ ਸ਼ਰੇਆਮ ਪਤਾ ਲੱਗਦਾ ਵੀ ਜਿਹੜਾ ਪਹਿਲਾਂ ਜਿਹਨੇ ਸਭ ਤੋਂ ਗੁੱਟ ਵੱਢਿਆ ਉਹ ਸਰਕਾਰੀ ਬੰਦਾ ਆ, ਉਹਨਾਂ ਨੇ ਤਿਆਰ ਕੀਤਾ ਹੋਇਆ ਨਿਹੰਗਾਂ ਦੇ ਰੂਪ ਦੇ ਵਿੱਚ, ਉਹਨਾਂ ਦੇ ਘੋੜਿਆਂ ਨੂੰ ਪੱਠੇ ਪਾਉਣ ਲਈ ਜਾਂ ਕਾਹਦੇ ਵਾਸਤੇ ਰੱਖਿਆ ਹੋਇਆ ਸੀਗਾ। ਤੇ ਉਸ ਤੋਂ ਬਾਅਦ ਜਿਹੜੇ ਨਿਹੰਗ ਨੇ ਆ ਕੇ ਉਹਦੀ ਲੱਤ ਵੱਢੀ ਆ ਤੇ ਟੰਗਿਆ ਆ, ਉਹਨੂੰ ਤਾਂ ਪਤਾ ਹੀ ਨਹੀਂ ਵੀ ਕੀ ਹੋਇਆ, ਉਹ ਤਾਂ ਕਹਿੰਦਾ ਮੈਂ ਪੰਜਾਬ ਤੋਂ ਆ ਰਿਹਾ ਸੀ, ਰਸਤੇ 'ਚ ਰੋਕ ਲਿਆ। ਸੋ ਹੋ ਸਕਦਾ ਉਹ ਸੁਹਿਰਦ ਹੋਵੇ। ਬਾਕੀ ਜਿਹੜੀ ਜਗਮੋਹਨ ਸਿੰਘ ਉਹਨਾਂ ਨੇ ਗੱਲ ਕੀਤੀ ਹੈ ਤਾਂ ਸਾਨੂੰ ਪਹਿਲਾਂ ਹੀ ਪਤਾ ਆ ਵੀ ਇਹ ਕਿੰਨੀ ਕੁ ਐਜੂਕੇਸ਼ਨ ਦੇ, ਕਿੰਨੇ ਕੁ ਦਿਮਾਗ ਦੇ ਇਹ ਇਹਨਾਂ ਦਾ ਹੁੰਦਾ ਆ। ਇਹ ਫਟਾਫਟ ਚੱਕੋ ਥੱਕੋ ਵਾਲੀ ਗੱਲ ਕਰਦੇ ਆ। ਜਿਹੜੀ ਇਹਨਾਂ ਨੇ 84 'ਚ ਗੱਲ ਕੀਤੀ ਆ ਵੀ ਜਦੋਂ ਦਰਬਾਰ ਸਾਹਿਬ ਨੂੰ, ਅਕਾਲ ਤਖਤ ਨੂੰ ਦੁਬਾਰਾ ਬਣਾਇਆ ਸੰਤਾ ਸਿੰਘ ਉਹਨਾਂ ਨੇ, ਤਾਂ ਡੀਲ ਹੋਈ ਸੀ ਬਕਾਇਦਾ ਇੰਦਰਾ ਗਾਂਧੀ ਦੇ ਨਾਲ ਉਹਨਾਂ ਦੀ। ਉਹ ਵੀ ਮੈਂ ਲੋਕਾਂ ਨੂੰ ਕਲੀਅਰ ਕਰ ਦਵਾਂ, ਜਿਹੜੀ ਹੁਣ ਮੇਰਾ ਖਿਆਲ ਖਤਮ ਕਰਤੀ ਆ, ਕਿ ਤੁਸੀਂ ਹਮੇਸ਼ਾ ਵਾਸਤੇ ਬੱਸਾਂ 'ਚ ਗੱਡੀਆਂ 'ਚ ਫ੍ਰੀ ਜਾਇਆ ਕਰੋਗੇ ਜਿੰਨੇ ਬਾਣਾ ਪਾਇਆ ਹੋਊਗਾ। ਔਰ ਉਹ ਕਈ ਸਾਲ ਉਹ ਫ੍ਰੀ ਜਾਂਦੇ ਰਹੇ। ਉਹ ਉਸੇ ਚੱਕਰ ਵਿੱਚ ਜਿਹੜੇ ਪਿੰਡਾਂ ਦੇ ਸ਼ਰਾਬੀ ਕਬਾਬੀ ਸੀਗੇ, ਹਰੇਕ ਪਿੰਡ ਵਾਲੇ ਨੂੰ ਪਤਾ ਆ, ਹੁਣ ਭਾਵੇਂ ਲੁਕਾਉਣ ਦੀ ਕੋਸ਼ਿਸ਼ ਕਰੇ, ਮੈਨੂੰ ਪਤਾ ਆ। ਸਾਡੇ ਪਿੰਡ ਦੇ ਮੇਰਾ ਦੋਸਤ ਸੀਗਾ, ਉਹਦਾ ਮਾਮਾ ਸੀਗਾ, ਉਹ ਸ਼ਰਾਬੀ ਹੁੰਦਾ ਸੀ, ਉਹ ਵੀ ਨਿਹੰਗ ਬਣ ਗਿਆ ਸੀ। ਹੋਰ ਇੱਦਾਂ ਦੇ ਬਹੁਤ ਨਿਹੰਗ ਬਣ ਗਏ ਜਿਹੜੇ ਅਮਲੀ ਟਾਈਪ ਹੁੰਦੇ ਸੀ। ਪਤਾ ਉੱਥੇ ਫ੍ਰੀ 'ਚ ਨਸ਼ਾ ਵੀ ਮਿਲ ਜਾਣਾ ਤੇ ਜਾਣ ਆਉਣ ਨੂੰ ਬੱਸਾਂ ਗੱਡੀਆਂ ਦੇ ਵਿੱਚ ਸਾਡਾ ਕਿਰਾਇਆ ਵੀ ਫ੍ਰੀ ਹੋ ਜਾਣਾ। ਕਿੰਨੀਆਂ ਵੀਡੀਓ ਵਾਇਰਲ ਹੋਈਆਂ ਜਿਹੜੀ ਨਿਹੰਗਾਂ ਕੋਲ ਸ਼ਰਾਬ ਫੜੀ ਗਈ ਜਾਂ ਹੋਰ ਨਸ਼ੇ ਫੜੇ ਗਏ ਆ ਤੇ ਅੰਦਰੋਂ ਡੁਪਲੀਕੇਟ ਹੁੰਦੇ ਆ। ਹੁਣ ਇੱਕ ਗੱਲ ਹੋਰ ਜਿਹੜੀ ਸੰਗਤ ਨੂੰ ਕਲੀਅਰ ਕਰ ਦਈਏ, ਜਿਹੜੀ ਬਹੁਤਿਆਂ ਨੂੰ ਨਹੀਂ ਪਤਾ, ਇਹ ਜਿਹੜੇ ਬੰਦੇ ਦਾ ਕਤਲ ਹੋਇਆ ਆ ਉਹਨੂੰ ਵੀ ਇਹਨਾਂ ਨੇ ਬਾਣਾ ਪਾਇਆ ਹੋਇਆ ਸੀਗਾ ਹਫ਼ਤੇ ਤੋਂ। ਉਹਦਾ ਬਾਣਾ ਉਸੇ ਟਾਈਮ ਲਾਇਆ ਗਿਆ। ਉਹਦਾ ਸਬੂਤ ਇਹ ਆ, ਜਦੋਂ ਟੰਗਿਆ ਵੀ ਹੋਇਆ ਤੇ ਉਹਦੇ ਬਕਾਇਦਾ ਨਿਹੰਗਾਂ ਵਾਲਾ ਕਛਹਿਰਾ ਪਾਇਆ ਹੋਇਆ ਆ।
ਜਿਹੜੇ ਬੰਦੇ ਨੇ ਇਹ ਗੱਲ ਨਾਲ ਮੈਂ ਸਹਿਮਤ ਹਾਂ ਜੀ। ਉਸ ਨੂੰ ਇਹਨਾਂ ਨੇ ਬਾੜਾ ਪਵਾਇਆ, ਉਹ ਇਹਨਾਂ ਦੇ ਨਾਲ ਹੀ ਰਹਿ ਰਿਹਾ ਸੀ, ਬਿਲਕੁਲ ਉਹਨਾਂ ਦੀ ਛਾਉਣੀ 'ਚ ਹੀ ਸੀ ਉਹ। ਬਿਲਕੁਲ। ਔਰ ਜਿਹੜੇ ਬੰਦੇ ਨੇ ਖੰਡੇ ਦੀ ਪੌੜ ਨਹੀਂ ਲਈ ਹੁੰਦੀ ਜਾਂ ਨਿਹੰਗਾਂ ਵਾਲਾ ਬਾਣਾ ਨਹੀਂ ਪਾਇਆ ਹੁੰਦਾ, ਉਹ ਦੂਜਾ ਕੱਛਾ ਤਾਂ ਪਾਲੂਗਾ ਫੰਟ ਵਾਲਾ ਜਾਂ ਕੋਈ ਹੋਰ, ਉਹ ਕਸ਼ਹਿਰਾ ਨਹੀਂ ਪਾਉਂਦਾ ਕਿਉਂਕਿ ਔੜ ਲੱਗਦਾ ਪਹਿਲਾਂ ਬੰਦੇ ਨੂੰ ਪਈ ਏਡਾ ਵੱਡਾ ਮੈਂ ਉਦਾਂ ਹੀ ਪਾ ਕੇ ਘੁੰਮਾਂ। ਸੋ ਇਹ ਤੋਂ ਲੱਗਦਾ ਵੀ ਉਹਨੂੰ ਉਹਨਾਂ ਨੇ ਵਿੱਚ ਰਲਾਇਆ ਹੋਇਆ ਸੀਗਾ। ਤੇ ਇੱਕ ਗੱਲ ਹੋਰ ਜਿਹੜੀ ਬਹੁਤ ਜ਼ਿਆਦਾ ਨੋਟ ਕਰਨ ਵਾਲੀ ਆ, ਸਾਰੀ ਦੁਨੀਆ ਜਾਣਦੀ ਆ ਕਿ ਮਰਦਾ ਬੰਦਾ ਕਦੇ ਝੂਠ ਨਹੀਂ ਬੋਲਦਾ। ਕਹਿੰਦੇ ਆ ਇੱਕ ਮੁਹਾਵਰਾ ਆ ਕਿ ਮਰਦਾ ਕਦੀ ਝੂਠ ਨਹੀਂ ਬੋਲਦਾ। ਉਹ ਜਦੋਂ ਅੰਤਮ ਸਾਹਾਂ ਤੇ ਸੀਗਾ ਤੇ ਉਹਦੀ ਵੀਡੀਓ ਲੀਕ ਹੋ ਰਹੀ ਆ, ਤੇ ਉਹ ਵੀਡੀਓ ਦੇ ਵਿੱਚ ਇੱਕ ਵਾਰੀ ਵੀ ਨਹੀਂ ਉਹਨੇ ਕਿਹਾ ਮੈਂ ਬੇਅਦਬੀ ਕੀਤੀ ਆ। ਉਹ ਇਹ ਕਹਿ ਰਿਹਾ ਵੀ ਇਹਨਾਂ ਬਾਬਿਆਂ ਨੂੰ ਵਾਹਿਗੁਰੂ ਤੂੰ ਸਮੱਤ ਬਖਸ਼ ਕਿ ਮੈਨੂੰ ਮੇਰਾ ਵੱਧ ਕਰ ਸਕਣ, ਮੇਰਾ ਕਤਲ ਕਰ ਸਕਣ, ਇਹਨਾਂ ਨੂੰ ਪਾਵਰ ਦੇ ਤੂੰ। ਉਹ ਇਹੀ ਕਹਿ ਰਿਹਾ ਐਂਡ ਤੱਕ। ਉਹਨੇ ਇੱਕ ਵਾਰੀ ਨਹੀਂ ਕਿਹਾ ਵੀ ਮੇਰੇ ਕੋਲ ਗਲਤੀ ਹੋ ਗਈ, ਮੈਂ ਬੇਅਦਬੀ ਕਰਤੀ। ਸੋ ਉਹ ਹਾਲੇ ਤੱਕ ਵੀ ਇਹਨਾਂ ਦੀ ਰਿਸਪੈਕਟ ਕਰੀ ਜਾਂਦਾ, ਗੁੱਟ ਵੱਢਣ ਤੋਂ ਬਾਅਦ ਵੀ, ਲੱਤ ਵੱਢਣ ਤੋਂ ਬਾਅਦ ਵੀ ਇਹਨਾਂ ਨੂੰ ਇੰਨੀ ਸ਼ਕਤੀ ਦੇ ਕਿ ਮੇਰਾ ਗਾਟਾ ਲਾ ਦੇਣ। ਉਹਨੂੰ ਕਹਿੰਦੇ ਤੂੰ ਮੰਨ ਤੂੰ ਇੱਦਾਂ ਕੀਤਾ, ਤੈਨੂੰ ਕਿੰਨੇ ਭੇਜਿਆ, ਤੈਨੂੰ ਕਿੰਨੇ ਪੈਸੇ ਦਿੱਤੇ। ਉਹ ਇੱਕ ਵਾਰੀ ਮੈਂ ਨਹੀਂ ਸੁਣਿਆ, ਜੇ ਕਿਸੇ ਨੇ ਸੁਣਿਆ ਹੋਵੇ ਤੇ ਉਹ ਦੱਸ ਸਕਦਾ ਆ ਵੀ ਹਾਂ ਉਹ ਮੰਨਿਆ ਆ ਮੈਨੂੰ ਇੰਨੇ ਪੈਸੇ ਦਿੱਤੇ ਆ। ਹੁਣ ਕਹਿ ਰਹੇ ਆ ਵੀ 30,000 ਦਿੱਤਾ ਜਾਂ ਕੁਛ ਦਿੱਤਾ, ਪਰ ਇਹ ਸਾਫ਼ ਦਿਖਦਾ ਕਿ ਸਾਜ਼ਿਸ਼ ਆ। ਹੋ ਸਕਦਾ ਕਿ ਨਿਹੰਗ ਵੀ ਉਹ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਹੁਣ, ਕਿਉਂਕਿ ਇਸ ਬਹੁਤ ਦੂਰ ਤੱਕ ਦੀ ਇਹਨਾਂ ਦੀ ਸੋਚ ਨਹੀਂ ਹੁੰਦੀ। ਇਹ ਫਟਾਫਟ ਗਾਟਾ ਲਾਉਣ ਜਾਂ ਗੁੱਟ ਲਾਉਣ ਤੱਕ ਜਾਂਦੇ ਆ। ਥੋੜਾ ਜਿਹਾ ਮੈਂ ਇੱਕ ਹੋਰ ਗੱਲ ਐਡ ਕਰਨ ਚਾਹਾਂਗਾ। ਰਵਿੰਦਰ ਸਿੰਘ ਵਿਭਾਗ ਦੀ ਗੱਲਬਾਤ ਕਰੀਏ ਕਿਉਂਕਿ ਆਪਾਂ ਇਕੱਠੇ ਬੈਠੇ ਹਾਂ, ਡਿਸਕਸ਼ਨ ਜ਼ਰੂਰੀ ਆ। ਰਵਿੰਦਰ ਸਿੰਘ ਜੀ ਤੁਸੀਂ ਵੀ ਆਪਣੀ ਨਾਲ ਇਨਪੁਟ ਦੇਈ ਜਾਓ। ਇਹ ਜਿਹੜਾ ਅਸੀਂ ਕਿਉਂ ਇਸ ਤੇ ਕੋਈ ਬੋਲਣਾ ਨਹੀਂ ਚਾਹੁੰਦਾ, ਫੇਸਬੁੱਕੀ ਵਿਦਵਾਨ ਵੀ ਜਿੰਨੇ ਆ ਉਹ ਵੀ ਛੱਜ ਦੇਖਦੇ ਵੀ ਕਿੱਧਰ ਨੂੰ ਛੱਜ ਚੱਲਦਾ ਆ, ਠੀਕ ਹੈ ਨਾ। ਜੇ ਤਾਂ ਲੱਗਿਆ ਵੀ ਸਾਰੇ ਨਿਹੰਗਾਂ ਦੇ ਹੱਕ 'ਚ ਪੋਸਟਾਂ ਪਾ ਰਿਹਾ ਆ ਤੇ ਉਹ ਫਟਾਫਟ ਨਿਹੰਗਾਂ ਦੇ ਹੱਕ 'ਚ ਪੋਸਟਾਂ ਪਾਉਣ ਲੱਗ ਪੈਂਦੇ। ਬਹੁਤ ਸਾਰੇ ਵਿਦਵਾਨ ਇੱਦਾਂ ਦੇ ਹੈਗੇ ਜਿਹਨਾਂ ਨੂੰ ਮੈਂ ਜਾਣਦਾ ਆ, ਜਿਨ੍ਹਾਂ ਨੂੰ ਸਿੱਖੀ ਸਿਧਾਂਤ ਦਾ ਵੀ ਪਤਾ, ਸਾਰਾ ਕੁਛ ਪਤਾ ਆ। ਗੁਰਬਾਣੀ ਦੇ ਵਿੱਚ ਸਭ ਤੋਂ ਵੱਡੀ ਖਿਮਾ ਆ। ਜੇ ਤੁਹਾਡੇ ਕੋਲ ਖਿਮਾ ਨਹੀਂ ਹੈ ਨਾ, ਗੁਰੂ ਸਾਹਿਬ ਨੇ ਕਿਹਾ ਵੀ ਦਇਆ ਧਰਮ ਕਾ ਮੂਲ ਹੈ, ਵੀ ਦਇਆ ਜਿਹੜੀ ਆ ਖਿਮਾ ਆ ਸਭ ਕੋ ਆ। ਜੇ ਨਿਹੰਗ ਸਿੱਖੀ ਸਿਧਾਂਤ ਤੇ ਚੱਲਦੇ, ਉਹਨੂੰ ਫੜਦੇ, ਉਹਨੂੰ ਫੜ ਕੇ ਉੱਥੇ ਪੂਰਾ ਪੁੱਛਦੇ, ਉਹਦੀ ਕੋਈ ਵੀਡੀਓਗ੍ਰਾਫੀ ਕਰਦੇ, ਕੋਈ ਬੇਅਦਬੀ ਕਰਨ ਤੋਂ ਬਾਅਦ ਦੀ ਵੀਡੀਓਗ੍ਰਾਫੀ ਹੁੰਦੀ, ਫਿਰ ਉਹਨੂੰ ਜੇ ਇਦਾਂ ਕਰਦੇ, ਚੱਲ ਕਰਨਾ ਤਾਂ ਗਲਤ ਹੈ, ਜੇ ਕਰਦੇ ਸਾਨੂੰ ਪਤਾ ਤਾਂ ਹੁੰਦਾ ਲੋਕਾਂ ਨੂੰ। ਤੁਸੀਂ ਸਿੱਧਾ ਲਿਆ ਕੇ 3 ਵਜੇ 3:30 ਵਜੇ ਬੰਦਾ ਮਾਰ ਕੇ ਉਹਦਾ ਗੁੱਟ ਵੱਢ ਕੇ ਟੰਗ ਦਿੱਤਾ ਉੱਪਰ, ਤੇ ਪੁਲਿਸ ਆ ਕੇ 10 ਵਜੇ ਆਉਂਦੀ ਆ। ਇਦਾਂ ਹੁੰਦਾ ਰਮਿੰਦਰ ਸਿੰਘ ਜੀ ਕਦੀ ਪਟਿਆਲੇ ਤੁਹਾਡੇ ਵਾਰਦਾਤ ਹੋਈ ਹੋਵੇ 3 ਵਜੇ ਤਾਂ ਪੁਲਿਸ ਜਾ ਕੇ ਦੁਪਹਿਰ ਨੂੰ 12 ਜਾਂ 1 ਵਜੇ ਆਵੇ? ਇਹਦੇ ਬਾਰੇ ਵੀ ਥੋੜਾ ਜਿਹਾ ਦੱਸ ਦਿਓ। ਦੇਖੋ ਪੁਲਿਸ ਤਾਂ ਉੱਥੇ ਜਦੋਂ ਸਵੇਰੇ 5 ਵਜੇ ਮੇਰੇ ਕੋਲੇ ਜਦੋਂ ਇਨਫੋਰਮੇਸ਼ਨ ਆਈ ਹੈਗੀ ਆ ਤਾਂ ਅਸੀਂ ਆਪਣੇ ਬੰਦੇ ਨਾਲ ਦੀ ਨਾਲ ਘੱਲੇ ਨੇ ਵੀ ਗੱਲ ਦੇਖੋ ਕੀ ਹੈਗੀ ਆ। ਤਾਂ ਕਿਉਂਕਿ ਮੋਰਚਾ 10 ਕਿਲੋਮੀਟਰ 'ਚ ਫੈਲਿਆ ਹੋਇਆ, ਤਾਂ ਜਾ ਕੇ ਜਦੋਂ ਇਹ ਗੱਲ ਆਈ ਹੈਗੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਇਨਫੋਰਮ ਕਰੋ ਪੁਲਿਸ ਨੂੰ, ਕੋਈ ਵੀ ਕੁਛ ਵੀ ਹੋ ਸਕਦਾ। ਤੋ ਬਾਕੀ ਟੀਮ ਇਕੱਠੀ ਕਰੋ। ਲੋਕਲ ਸਿੰਘੂ ਬਾਰਡਰ ਦੀ ਜਿਹੜੀ ਸੰਯੁਕਤ ਮੋਰਚੇ ਦੀ ਜਿਹੜੀ ਪ੍ਰਬੰਧਕੀ ਟੀਮ ਹੈ ਉਹ ਉਸੇ ਟਾਈਮ ਫਿਰ ਇਕੱਠੀ ਹੋਈ। ਆਗੂਆਂ ਨੂੰ ਨਾਲ ਦੀ ਨਾਲ ਸੁਨੇਹਾ ਦਿੱਤਾ ਗਿਆ। ਮੈਂ ਖੁਦ ਬੱਤੀਆਂ ਦੇ ਗਰੁੱਪ 'ਚ ਮੈਸੇਜ ਪਾਇਆ ਹੈਗਾ ਵੀ ਆਹ ਆਗੂ ਉੱਥੇ ਅਵੇਲੇਬਲ ਆ। ਸਾਡੇ ਜਤਿੰਦਰ ਸਿੰਘ ਸ਼ੀਨਾ ਉੱਥੇ ਅਵੇਲੇਬਲ ਸੀ, ਉਹਨਾਂ ਦਾ ਨੰਬਰ ਪਾ ਕੇ ਵੀ ਇਹਨਾਂ ਨਾਲ ਸੰਪਰਕ ਕਰੋ ਤਾਂ ਜੋ ਸਾਰੀ ਗੱਲ ਪਤਾ ਲੱਗ ਜਾਏ। ਔਰ ਫੌਰੀ ਸਾਰੇ ਆਗੂ ਜਿਹੜੇ ਉੱਥੇ ਅਵੇਲੇਬਲ ਸੀ ਉਹ ਇਕੱਠੇ ਹੋ ਗਏ। ਉਹਨਾਂ 'ਚੋਂ ਫਿਰ 4 ਬੰਦਿਆਂ ਦਾ ਡੈਲੀਗੇਸ਼ਨ ਇਹਨਾਂ ਨਾਲ ਗੱਲ ਕਰਨ ਲਈ ਵੀ ਗਿਆ, ਜਿਹਦੇ 'ਚ ਡੱਲੇਵਾਲ ਸਾਹਿਬ, ਸਰਸਾ ਜੀ, ਬ੍ਰਹਮਕੇ ਸਾਹਿਬ ਤੇ ਇੱਕ ਆਗੂ ਹੋਰ ਸੀ। 4 ਬੰਦਿਆਂ ਦਾ ਡੈਲੀਗੇਸ਼ਨ ਇਹਨਾਂ ਨਾਲ ਗੱਲ ਕਰਨ ਵੀ ਗਿਆ। ਗੱਲ ਪਤਾ ਲਾਈਏ ਕੀ ਹੈ ਵੀ, ਕਿਉਂਕਿ ਲਗਾਤਾਰ ਇਹਨਾਂ ਵੱਲੋਂ ਘਟਨਾਵਾਂ ਵਾਪਰ ਰਹੀਆਂ ਸੀ ਔਰ ਇਸ ਗੱਲ ਨੇ ਸਾਨੂੰ ਬਿਲਕੁਲ ਵੀ ਇਹ ਤਾਂ ਜੱਗੋਂ ਤੇਜ਼, ਉਦੋਂ ਤੱਕ ਤਾਂ ਅਸੀਂ ਬੰਦੇ ਬਾਰੇ ਵੀ ਨਹੀਂ ਸੀ ਜਾਣਦੇ ਵੀ ਕਿਹੜੇ ਪਿੰਡ ਦਾ ਆ। ਔਰ ਸਾਨੂੰ ਐ ਸੀਗਾ ਵੀ ਜੇ ਕੁਛ ਹੋਰ ਹੋ ਗਿਆ ਤਾਂ ਦੰਗੇ ਵਾਲੇ ਪਾਸੇ ਗੱਲ ਤੁਰ ਪੈਣੀ ਹੈ। ਤੋ ਇਹ ਜਦੋਂ ਹੌਲੀ ਹੌਲੀ ਚੀਜ਼ਾਂ ਸਪਸ਼ਟ ਹੋਣੀਆਂ ਸ਼ੁਰੂ ਹੋਈਆਂ ਤਾਂ ਫਿਰ ਇਹ ਅਸੀਂ ਇਹਨਾਂ ਨੂੰ ਕਿਹਾ ਵੀ ਘੱਟੋ ਘੱਟ ਪੁਲਿਸ ਨੂੰ ਲਾਸ਼ ਹੈ ਜਿਹੜੀ ਉਹ ਲੈਣ ਦਿਓ, ਉਹਨੂੰ ਕਸਟਡੀ 'ਚ ਲੈਣ ਦਿਓ ਆਪਣੀ। ਲੋਕਾਂ ਦੀਆਂ ਤਾਂ ਭਾਵਨਾਵਾਂ ਇੱਕ ਤਾਂ ਐ ਸੀਗੀਆਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਗਈ, ਔਰ ਜਿਵੇਂ ਜਿਵੇਂ ਫਿਰ ਹੌਲੀ ਹੌਲੀ ਸਰਬ ਲੋਕ ਗ੍ਰੰਥ ਦੀ ਗੱਲ ਆਉਣੀ ਸ਼ੁਰੂ ਹੋਈ, ਫਿਰ ਥੋੜਾ ਤਰਕਪੂਰਨ ਹੋਣੇ ਸ਼ੁਰੂ ਹੋਏ ਨੇ ਸਾਡੇ ਲੋਕ ਵੀ ਇਸ ਮਾਮਲੇ 'ਚ। ਬਹੁਤਿਆਂ ਨੂੰ ਤਾਂ ਸਰਬ ਲੋਕ ਬਾਰੇ ਵੀ ਨਹੀਂ ਪਤਾ ਵੀ ਕੀ ਹੈ ਕੀ ਨਹੀਂ। ਇਹਦੇ 'ਚ ਤਾਂ ਭਵਾਨੀ ਤੇ ਲక్ష్ਮੀ ਦੀ ਉਸਤਤ ਹੈ ਜਿਹੜੀ ਕੀਤੀ ਹੋਈ ਹੈ। ਔਰ ਮਾਰਕੰਡੇ ਪੁਰਾਣ 'ਚੋਂ, ਵੇਦਾਂ 'ਚੋਂ ਸਾਰਾ ਜਿਹੜਾ ਭਾਰਤ ਦਾ ਪੁਰਾਣਕ ਇਤਿਹਾਸ ਹੈ
ਉਹਦੇ ਚੋਂ ਜਿਹੜੀਆਂ ਟੈਕਸਟ ਲੈ ਕੇ ਇਹ ਬਣਾਇਆ ਗਿਆ ਹੈਗਾ ਆ। ਤੋ ਇਹਦੇ ਚ ਬਹੁਤ ਸਾਰਾ ਕੁਝ ਮਿਥਿਹਾਸਕ ਹੈ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਚ ਮਿਥਿਹਾਸਕ ਚੀਜ਼ਾਂ ਦਾ ਤਾਂ ਖੰਡਨ ਮੰਡਨ ਹੈ ਬਹੁਤ ਸਾਰੀਆਂ ਚੀਜ਼ਾਂ ਦਾ। ਇਸ ਕਰਕੇ ਸਾਰੀਆਂ ਤਰਕ ਦੀ ਕਸਵੱਟੀ ਤੇ ਸਾਨੂੰ ਦੇਖਣਾ ਪਊਗਾ। ਅਸੀਂ ਬਹੁਤ ਛੇਤੀ ਕਾਹਲੀ ਚ ਹਾਲੇ ਕਿਸੇ ਵੀ ਨਤੀਜੇ ਤੇ ਨਾ ਪਹੁੰਚੀਏ, ਚੀਜ਼ਾਂ ਨੇ ਹੋਰ ਸਪਸ਼ਟ ਹੋ ਜਾਣਾ ਆ। ਮੈਨੂੰ ਜੋ ਉਹਦੀ ਸਿਸਟਰ ਦਾ ਬਿਆਨ ਔਰ ਜੋ ਅਲੱਗ-ਅਲੱਗ ਕਿਸਮ ਦੇ ਬਿਆਨ ਆ ਰਹੇ ਨੇ, ਮੈਨੂੰ ਇਸ ਚ ਸਰਕਾਰ ਵੱਲੋਂ ਖੇਡੀ ਕੋਈ ਸਾਜ਼ਿਸ਼ ਹੈ ਜਿਹੜੀ ਉਹ ਨਜ਼ਰ ਆਉਂਦੀ ਹੈਗੀ ਆ। ਔਰ ਇਹ ਅਨਰੇਬਲ ਜਿਹਨੂੰ ਕਹਿੰਦੇ ਆ ਕਿ ਇਹ ਚੀਜ਼ ਸਾਹਮਣੇ ਆ ਜਾਏਗੀ ਜੇ ਥੋੜਾ ਹੋਰ ਗਹਿਰਾਈ ਚ ਇਸੇ ਤਰ੍ਹਾਂ ਮੋਰਚਾ ਨਿਗਾਹ ਰੱਖਦਾ ਰਿਹਾ ਔਰ ਚੀਜ਼ਾਂ ਨੂੰ ਦੇਖਦਾ ਰਿਹਾ, ਇਹ ਚੀਜ਼ ਸਾਹਮਣੇ ਆ ਜਾਣੀ। ਹਾਂਜੀ ਵੀਰ ਬਰਿੰਦਰ ਸਿੰਘ ਜੀ, ਆਪਾਂ ਅਗਲੇ ਸਵਾਲ ਦੀ ਪੁੱਜੀਏ, ਤੁਸੀਂ ਕਰੋ। ਇੱਕ ਤਾਂ ਮੈਂ ਦਰਸ਼ਕਾਂ ਨੂੰ ਇਹ ਬੇਨਤੀ ਕਰਦਾ ਤੇ ਜਾਣਕਾਰੀ ਦੇਣਾ ਚਾਹੁੰਦਾ ਵੀ ਜਿੱਦਣ ਲਖੀਮਪੁਰੀ ਖੀਰੀ ਦਾ ਕਾਂਡ ਹੋਇਆ ਆ, ਜੋ ਉੱਥੇ ਮੰਦ ਘੜੀ ਆ, ਜੋ ਵੀ ਜਦੋਂ ਗੱਡੀ ਨੇ ਰੌਣ ਤੇ ਸਾਡੇ ਕਿਸਾਨ ਭਰਾ, ਉਹਦੇ ਵਿੱਚ ਸਾਡੇ ਮੇਨ ਤਜਿੰਦਰ ਸਿੰਘ ਵਿਰਕ ਕਿਸਾਨ ਭਰਾ ਸੀ, ਜਿਹੜੇ ਲੀਡਰ ਵੀ ਸੀ ਉੱਥੇ, ਉਸ ਜਗ੍ਹਾ ਤੇ ਡਿਸੀਜ਼ਨ ਲਿਆ ਗਿਆ ਵੀ ਸਰਦਾਰ ਰਮਿੰਦਰ ਸਿੰਘ ਹੁਣੀ ਦਿੱਲੀ ਤੋਂ ਹੀ ਸਿੱਧਾ ਤੁਰ ਪਿਆ ਉੱਥੇ ਨੂੰ। ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਤੁਹਾਡੀ ਰਮਿੰਦਰ ਸਿੰਘ ਜੀ, ਕਿਉਂਕਿ ਅਸਲੀ ਯੋਧੇ ਉਹੋ ਹੀ ਹੁੰਦੇ ਆ ਜਿਹੜੇ ਮੌਕੇ ਤੇ ਜਾ ਕੇ ਕੋਈ ਸਾਂਭ ਸੰਭਾਲ ਕਰਨ। ਕਿਉਂਕਿ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਜੋ ਹਾਲਾਤ ਸੀ ਉੱਥੇ ਰॉयट्स ਵੀ ਹੋ ਸਕਦੇ ਸੀ, ਦੰਗੇ ਵੀ ਹੋ ਸਕਦੇ ਸੀ। ਸੋ ਅਸੀਂ ਇੱਕ ਤਾਂ ਇਸ ਗੱਲ ਲਈ ਤੁਹਾਡੀ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਤੇ ਐਪਰੀਸ਼ੀਏਟ ਕਰਦੇ ਹਾਂ ਵੀ ਤੁਸੀਂ ਵਾਕਿਆ ਹੀ ਜੋ ਲੀਡਰ ਕਹਿੰਦੇ ਹੋ, ਕਿਸਾਨ ਲੀਡਰ, ਵੀ ਅਸੀਂ ਆਹ ਕਰਦੇ ਹਾਂ, ਤੁਸੀਂ ਕਰਕੇ ਦਿਖਾਉਂਦੇ ਹੋ। ਇਹ ਬਹੁਤ ਘੱਟ ਸਾਡੇ ਪੰਜਾਬ ਦੇ ਵਿੱਚ ਹੋਇਆ ਕਿ ਲੀਡਰਾਂ ਨੇ ਜਦੋਂ ਕਿਹਾ ਵੀ ਅਸੀਂ ਲੀਡ ਕਰਨਾ, ਪਰ ਉਹਨਾਂ ਨੇ ਆਪ ਲੀਡ ਨਹੀਂ ਕੀਤਾ, ਲੋਕ ਹੋਰ ਮੋਹਰੇ ਕਰਕੇ ਮਰਾਏ ਆ। ਪਰ ਤੁਹਾਡਾ ਇਹ ਸ਼ਲਾਘਾਯੋਗ ਕਦਮ ਸੀ, ਤੁਸੀਂ ਪਹੁੰਚੇ ਉੱਥੇ, ਬਾਅਦ ਰੋਲਦਾ ਸਿੰਘ ਮਾਨਸਾ ਹੁਣੀ ਵੀ ਪਹੁੰਚੇ, ਤੇ ਸਭ ਤੋਂ ਪਹਿਲਾਂ ਤੁਸੀਂ ਉੱਥੇ ਪਹੁੰਚੇ ਸੀਗੇ, ਤੇ ਵੀਰ ਵਰਿੰਦਰ ਸਿੰਘ ਜੀ ਉਹਦੇ ਬਾਰੇ ਜੋ ਪੁੱਛਣਾ ਚਾਹੁੰਦੇ ਤਾਂ ਪੁੱਛਣਗੇ ਜੀ। ਬਿਲਕੁਲ ਜੀ। ਇੱਕ ਤਾਂ ਪਹਿਲਾਂ ਇਹ ਪੁੱਛਣਾ ਚਾਹੁੰਦਾ ਵੀ ਤਜਿੰਦਰ ਸਿੰਘ ਹੁਣਾਂ ਦੇ ਹੁਣ ਕੀ ਹਾਲਤ ਆ, ਉਹਨਾਂ ਦੀ, ਉਹਨਾਂ ਦੇ ਹਾਲਾਤ ਕਿੱਦਾਂ ਆ, ਮੈਡੀਕਲ ਤੌਰ ਦੇ ਉੱਤੇ ਕਿੱਦਾਂ ਉਹ ਰਿਕਵਰ ਕਰ ਰਹੇ ਆ। ਦੂਜਾ, ਜਿਹੜੇ ਤੁਸੀਂ ਉੱਥੇ ਜਦੋਂ ਪਹੁੰਚੇ ਆ, ਜਿਹੜੀ ਫਸਟ ਹੈਂਡ ਇਨਫੋਰਮੇਸ਼ਨ ਤੁਹਾਨੂੰ ਉੱਥੋਂ ਮਿਲੀ ਆ, ਉਹਦੇ ਬਾਰੇ ਜ਼ਰੂਰ ਦੱਸੋ। ਇਸੇ ਘਟਨਾ ਵਾਂਗੂ ਉੱਥੇ ਵੀ ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਕੀਤਾ ਗਿਆ ਸੀ ਬਾਅਦ ਵਿੱਚ ਵੀ ਉਹ ਮੋਨੂ ਸੀਗਾ ਜਿਹੜਾ ਗੱਡੀ ਚਲਾ ਰਿਹਾ ਸੀ, ਜਾਂ ਉਹਦਾ ਡਰਾਈਵਰ ਗੱਡੀ ਚਲਾ ਰਿਹਾ ਸੀ, ਜਾਂ ਉਹ ਹੋਰ ਗੱਡੀ ਸੀਗੀ ਜਿਹਨੇ ਕੀਤਾ। ਬਹੁਤ ਤਰ੍ਹਾਂ ਦੀਆਂ ਖਬਰਾਂ ਆਈਆਂ। ਬਾਅਦ 'ਚ ਇਹ ਦਿਖਾਇਆ ਗਿਆ ਵੀ ਉਹ ਤਾਂ ਉੱਥੇ ਹੈ ਹੀ ਨਹੀਂ ਸੀਗਾ, ਉਹਦਾ ਮੁੰਡਾ ਮੰਤਰੀ ਦਾ। ਸੋ ਉਹ ਜ਼ਰੂਰ ਦੱਸੋ ਜਿਹੜੀ ਤੁਹਾਨੂੰ ਉੱਥੇ ਫਸਟ ਹੈਂਡ ਇਨਫੋਰਮੇਸ਼ਨ ਹੋਈ ਆ। ਤੇ ਦੂਸਰਾ ਜਿਹੜਾ ਤਜਿੰਦਰ ਸਿੰਘ ਉਹਨਾਂ ਦੇ ਹੁਣ ਕਿੱਦਾਂ ਹੈ, ਉਹਨਾਂ ਦੀ ਹਾਲਤ। ਇੱਕ ਤਾਂ ਮੈਂ ਸਭ ਤੋਂ ਪਹਿਲਾਂ ਇਹ ਕਲੀਅਰ ਕਰਨਾ ਚਾਹੂੰਗਾ ਕਿ ਸੰਯੁਕਤ ਕਿਸਾਨ ਮੋਰਚੇ ਚੋਂ ਮੈਂ ਪਹਿਲਾਂ ਨਹੀਂ ਸੀ। ਹਾਂਜੀ, ਮੈਨੂੰ ਕਹਿਣ ਚ ਸਭ ਤੋਂ ਪਹਿਲਾਂ ਪਹੁੰਚੇ ਨੇ ਟਕੈਤ ਸਾਹਿਬ। ਬਿਲਕੁਲ। ਉਹ ਗਾਜੀਪੁਰ ਤੋਂ ਜਦੋਂ ਹੀ ਉਹਨਾਂ ਨੂੰ ਪਤਾ ਲੱਗਿਆ ਤਾਂ ਟਕੈਤ ਸਾਹਿਬ ਤੇ ਉਹਨਾਂ ਦੀ ਟੀਮ ਉਸੇ ਟਾਈਮ ਤੁਰ ਪਈ। 3 ਬੰਦੇ ਉਹਨਾਂ ਦਾ, ਯੂਪੀ ਦੇ ਪ੍ਰੈਜ਼ੀਡੈਂਟ ਨੇ ਯਾਦਵਾਨ ਸਾਹਿਬ ਉਹ ਸੀਗੇ, ਧਰਮਿੰਦਰ ਮਲਿਕ ਸਾਡੇ ਨਾਲ ਲੀਗਲ ਸੈੱਲ ਚ ਵੀ ਨੇ ਉਹ ਵੀ ਸੀਗੇ, ਤੇ ਟਕੈਤ ਸਾਹਿਬ ਖੁਦ, ਇਹ ਤਿੰਨੋਂ ਲੀਡਰ ਪਲੱਸ ਉਹਨਾਂ ਦੇ ਕੁਝ ਹੋਰ ਨਾਲ ਵਲੰਟੀਅਰ ਇਹ ਮੂਵ ਕੀਤੇ ਨੇ 2-3 ਗੱਡੀਆਂ ਚ। ਹਾਂਜੀ, ਮੈਂ ਸ਼ਾਇਦ ਦੂਜੇ ਨੰਬਰ ਦਾ ਸੀਗਾ ਜਿਹੜਾ ਮੂਵ ਕਰ ਗਿਆ। ਮੇਰੇ ਨਾਲ ਸਾਡੇ ਅਸੀਂ ਜਿਸ ਜਥੇਬੰਦੀ ਨਾਲ ਐਫੀਲੀਏਟਡ ਆ, ਆਲ ਇੰਡੀਆ ਕਿਸਾਨ ਮਜ਼ਦੂਰ ਸਭਾ, ਉਹਦੇ ਯੂਪੀ ਦੇ ਪ੍ਰੈਜ਼ੀਡੈਂਟ ਧਰਮਪਾਲ ਜੀ ਨਾਲ ਸੀਗੇ। तो ਅਸੀਂ 20 ਮੂਵ ਕੀਤਾ। ਮੇਰੇ ਤੋਂ ਬਾਅਦ ਮੇਰੇ ਕੋਲੇ ਖਬਰ ਆਈ ਕਿ ਸੁਰੇਸ਼ ਕੌਥ ਜੀ ਜਿਹੜੇ ਹਰਿਆਣੇ ਤੋਂ ਨੇ ਉਹ ਵੀ ਮੂਵ ਕਰ ਰਹੇ ਨੇ। ਐਕਚੁਅਲੀ ਉਹਨਾਂ ਦਾ ਮੈਨੂੰ ਫੋਨ ਆ ਗਿਆ, ਮੇਰੇ ਨਾਲ ਗੱਡੀ 'ਚ ਇੱਕ ਮੁੰਡਾ ਗਾਜ਼ੀਪੁਰ ਬਾਰਡਰ ਤੋਂ ਸੀਗਾ, ਯੂਪੀ ਦਾ ਹੀ, ਉਹ ਜਾਣਾ ਚਾਹੁੰਦਾ ਸੀਗਾ। ਇਸ ਸਾਰੀ ਗੱਲ ਨੂੰ ਸੁਣਨ ਤੋਂ ਬਾਅਦ ਤੇ ਟਕੈਤ ਸਾਹਿਬ ਨਿਕਲ ਗਏ ਤੇ ਉਹਦਾ ਕੋਈ ਗੇੜ ਨਹੀਂ ਸੀ ਬਣ ਰਿਹਾ, ਤੇ ਉਹਨੇ ਮੈਨੂੰ ਫੋਨ ਕਰ ਲਿਆ ਤੇ ਅਸੀਂ ਉਹਨੂੰ ਬਿਠਾ ਲਿਆ ਆਪਣੀ ਗੱਡੀ 'ਚ ਵੀ ਚਲੋ ਸਾਡੇ ਲਈ ਰਾਹ ਦਰਸਾਵੇਂ ਦੇ ਰੂਪ 'ਚ ਸ਼ਾਇਦ ਇਹ ਕੰਮ ਆ ਗਿਆ। ਤੇ ਉਹਦਾ ਅੱਗੇ ਸੰਪਰਕ ਕੌਥ ਸਾਹਿਬ ਨਾਲ ਹੋ ਰਿਹਾ ਸੀਗਾ, ਤੇ ਉਹ ਚਾਹੁੰਦਾ ਸੀ ਵੀ ਕੌਥ ਸਾਹਿਬ ਹੋਣਾ ਨਾਲ ਮੈਂ ਜਾਵਾਂ। ਤੇ ਕੌਥ ਸਾਹਿਬ ਨਾਲ ਜਦੋਂ ਮੇਰੀ ਗੱਲ ਹੋਈ ਸੁਰੇਸ਼ ਕੌਥ ਹੋਣਾ ਨਾਲ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਟੈਂਸ ਹੈ ਮਾਹੌਲ, ਹਿੰਦੂ ਸਿੱਖ ਹੋ ਸਕਦਾ ਆ, ਵੀ ਤੁਸੀਂ ਅਵੋਇਡ ਕਰ ਲਓ। ਮੈਂ ਪੰਜਾਬ ਦੇ ਦੂਜੇ ਆਗੂਆਂ ਨੂੰ ਵੀ ਕਿਹਾ ਹੈਗਾ। ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਜਥੇਬੰਦੀ ਦਾ ਫੈਸਲਾ ਹੋ ਗਿਆ, ਕੋਈ ਨਹੀਂ ਚੱਲਦੇ ਆ, ਇਹ ਰਿਸਕ ਤਾਂ ਲੈਣਾ ਹੀ ਪਊਗਾ ਤੇ ਚੱਲਾਂਗੇ। ਉਹਨਾਂ ਨੇ ਕਿਹਾ ਵੀ ਇਕੱਠੇ ਚੱਲਦੇ ਆ। ਮੈਂ ਕਿਹਾ ਆਪਾਂ ਅਲੱਗ-ਅਲੱਗ ਚੱਲੀਏ, ਜਿਹੜਾ ਪਹੁੰਚ ਸਕਦਾ ਹੋਇਆ ਪਹੁੰਚਾਂਗੇ। ਤੋ ਇਹ ਸਾਡੀ ਜ਼ਿੰਮੇਵਾਰੀ ਹੈ। ਉੱਥੇ ਗੱਲ ਵਾਪਰ ਗਈ, ਪਹੁੰਚਣਾ ਹੈ, ਔਰ ਜਿੰਨੀ ਛੇਤੀ
ਨਿਕਲ ਜਾਈਏ ਚੰਗੀ ਗੱਲ ਹੈ, ਕਿਉਂਕਿ ਹੋ ਸਕਦਾ ਰੋਕਾ ਲੱਗ ਜਾਣ। ਉਦੋਂ ਤੱਕ ਉਹ ਟਕੈਤ ਸਾਹਿਬ ਨੂੰ ਰੋਕਣ ਦੀ ਇੱਕ ਵੀਡੀਓ ਆ ਗਈ ਸੀ, ਉਹਨਾਂ ਦੇ ਬੰਦੇ ਉਹ ਪੁਲਿਸ ਦੀਆਂ ਜੀਪਾਂ ਪਾਸੇ ਹਟਾਉਂਦੇ ਨੇ। ਤੋ ਅਸੀਂ ਉਸ ਹਿਸਾਬ ਨਾਲ ਫਿਰ ਆਪਣੇ ਆਪ ਨੂੰ ਕੈਮੋਫਲੈਗ ਵੀ ਕੀਤਾ, ਗੱਡੀਆਂ ਤੋਂ ਕਿਸਾਨੀ ਝੰਡੇ ਪਾਸੇ ਕੀਤੇ, ਆਪਣੀ ਮੈਂ ਜਾਮਾ ਥੋੜਾ ਜਿਹਾ ਵਕੀਲ ਸਾਹਿਬਾਨਾਂ ਵਾਲਾ ਬਣਾਇਆ, ਫਿਰ ਥੋੜਾ ਜਿਹਾ ਉਸ ਹਿਸਾਬ ਨਾਲ ਵੀ ਲੱਗੇ ਵੀ ਕਿਸਾਨ ਨਹੀਂ ਹੈਗੇ ਕੋਈ ਹੋਰ ਜਾਂਦੇ। ਗੱਡੀ ਵੀ ਅਸੀਂ ਦਿੱਲੀ ਨੰਬਰ ਵਾਲੀ ਟੈਕਸੀ ਹੈ ਜਿਹੜੀ ਉਹ ਬਣਾਈ, ਉਹ ਆਪਣੇ ਆਪ ਨੂੰ ਥੋੜਾ ਕੈਮੋਫਲੈਗ ਕੀਤਾ। ਪੁਲਿਸ ਦੇ ਨਾਕਿਆਂ ਤੋਂ ਅਵਾਇਡ ਕਰਕੇ ਲੋਕਾਂ ਦਾ ਸਹਿਯੋਗ ਰਿਹਾ, 2-3 ਤਾਂ ਨਹਿਰ ਦੀਆਂ ਪਟੜੀਆਂ ਤੋਂ ਵੀ ਨਿਕਲ ਕੇ ਅਸੀਂ ਗਏ ਹੈਗੇ ਆ। ਤੋ ਨੇੜੇ ਪਹੁੰਚ ਕੇ ਗੱਡੀ ਛੱਡੀ ਹੈ, ਤੋ ਲੋਕਾਂ ਦੇ ਕਾਫਲੇ 'ਚ ਰਲ ਕੇ ਉੱਥੇ ਪਹੁੰਚੇ ਹੈਗੇ ਆ। ਤੋ ਇਹ ਇੱਕ ਪ੍ਰੈਕਟਿਸ ਸੀ ਜਿਹੜੀ ਜਥੇਬੰਦੀਆਂ 'ਚ ਰਹਿ ਕੇ ਲਗਾਤਾਰ ਅਸੀਂ ਕੁਛ ਸਿੱਖੀ ਸੀ, ਉਹਨਾਂ 'ਚੋਂ ਕੁਛ ਚੀਜ਼ਾਂ ਅਸੀਂ ਅਪਲਾਈ ਕੀਤੀਆਂ ਔਰ ਪਹੁੰਚਣ 'ਚ ਕਾਮਯਾਬ ਰਹੇ। ਕੌਤ ਸਾਹਿਬ ਮੇਰੇ ਤੋਂ ਅੱਧੇ ਘੰਟੇ ਦੀ ਵਿੱਥ 'ਚ ਹੀ ਅਸੀਂ ਦੋਹੇ ਪਹੁੰਚੇ ਹਾਂ। ਟਕੈਤ ਸਾਹਿਬ ਤੋਂ ਬਾਅਦ ਕੌਤ ਸਾਹਿਬ, ਫਿਰ ਮੈਂ। ਪੰਜਾਬ ਦੀਆਂ 32 ਜਥੇਬੰਦੀਆਂ 'ਚੋਂ ਮੈਂ ਪਹਿਲਾ ਸੀਗਾ ਜਿਹੜਾ ਪਹੁੰਚ ਗਿਆ। ਮੇਰੇ ਤੋਂ ਘੰਟਾ ਬਾਅਦ ਹੀ ਕੁਲਦੀਪ ਸਿੰਘ ਵਜੀਦਪੁਰ ਪਹੁੰਚੇ ਨੇ, ਔਰ ਹੋਰ 2-3 ਘੰਟਿਆਂ ਬਾਅਦ ਰੁਲਦਾ ਸਿੰਘ ਮਾਨਸਾ ਜੀ ਵੀ ਪਹੁੰਚ ਗਏ ਨੇ। ਇਸ ਤੋਂ ਇਲਾਵਾ ਉੱਥੇ ਤਜਿੰਦਰ ਵਿਰਕ ਤਾਂ ਚਲੋ ਨਿਸ਼ਾਨੇ ਤੇ ਸੀ, 2 ਆਗੂ ਨਿਸ਼ਾਨੇ ਤੇ ਸੀ। ਗੁਰਮਨੀਤ ਮਾਂਗਟ ਵੀ ਜਿਹੜੇ ਯੂਪੀ ਦੇ ਹੀ ਨੇ, ਸਾਡੇ ਕਿਸਾਨ ਮੋਰਚੇ ਦੇ ਲੀਡਰਸ਼ਿਪ 'ਚ ਨੇ, ਉਹਨਾਂ ਦਾ ਬਚਾਅ ਹੋ ਗਿਆ। ਤੇ ਵਿਰਕ ਸਾਹਿਬ ਜਿਹੜਾ ਉਹ ਨੁਕਸਾਨ ਜਿਹੜਾ ਉਹਨਾਂ ਦਾ ਹੋ ਗਿਆ, ਉਹਨਾਂ ਦੇ ਸਿਰ ਦੀ ਹੱਡੀ ਡਿਪਰੈਸਡ ਹੋਈ ਹੈ ਜੀ, ਔਰ ਇਹ ਕਾਫੀ ਸੀਰੀਅਸ ਇੰਜਰੀ ਸੀਗੀ। ਉਹ ਤਾਂ ਇੱਕ ਕਿਸਮ ਨਾਲ ਡਾਕਟਰਾਂ ਦੀ ਲਗਾਤਾਰ ਜਿਹੜੀ ਕੇਅਰ ਕਾਰਨ ਉਹ ਬਚ ਗਏ ਨੇ। ਉਹਨਾਂ ਦੇ ਚਿਹਰੇ ਤੇ ਬਾਕੀ ਬਾਡੀ ਤੇ ਕਾਫੀ ਇੰਜਰੀ ਆ, ਉਹ ਸਾਰੀਆਂ ਚੀਜ਼ਾਂ ਨੂੰ ਭਰਦਿਆਂ ਟਾਈਮ ਲੱਗੂਗਾ, ਪਰ ਉਹ ਖਤਰੇ ਤੋਂ ਬਾਹਰ ਨੇ ਡਾਕਟਰਾਂ ਦੇ ਯਤਨਾਂ ਕਾਰਨ। ਉਹ ਇਸ ਟਾਈਮ ਸੁੱਖ ਸਾਂਦ ਹੈ ਵੀ ਇਸ ਟਾਈਮ ਉਹ ਸਾਡੇ ਦਰਮਿਆਨ ਮੌਜੂਦ ਨੇ। ਕਾਫੀ ਟਾਰਗੇਟਡ ਸੀਗੇ ਉਹ ਬੇਸਿਕਲੀ, ਕਿਉਂਕਿ ਉਹਨਾਂ ਨੇ ਇਸ ਨੂੰ ਮੋਬਿਲਾਈਜ਼ ਕਰਨ ਦੇ ਵਿੱਚ ਗੁਰਮਨੀਤ ਮਾਂਗਟ, ਤਜਿੰਦਰ ਵਿਰਕ ਤੇ ਜਗਤਾਰ ਬਾਜਵਾ ਉਹਨਾਂ ਦਾ ਕਾਫੀ ਮਹੱਤਵਪੂਰਨ ਰੋਲ ਸੀ ਇਸ ਸਾਰੇ ਪ੍ਰੋਟੈਸਟ ਨੂੰ ਮੋਬਿਲਾਈਜ਼ ਕਰਨ ਦੇ ਵਿੱਚ। ਉਹ ਨਿਸ਼ਾਨੇ ਤੇ ਸੀਗੇ, ਉਹ ਬਚੇ ਹੋਏ ਨੇ। ਬਾਕੀ ਜਿਹੜੀ ਉੱਥੇ ਜਿਹੜੀ ਗੱਲ ਹੋਈ ਹੈ, ਦੇਖੋ ਨੈਟ ਬੰਦ ਕੀਤਾ ਇਹਨਾਂ ਨੇ। ਨੈਟ ਬੰਦ ਕਰਨ ਦਾ ਕਾਰਨ ਹੀ ਇਹ ਸੀਗਾ ਵੀ ਝੂਠ ਨੂੰ ਸੱਚ ਬਣਾਇਆ ਜਾ ਸਕਦਾ ਔਰ ਕਿਸਾਨਾਂ ਨੂੰ ਇੱਕ ਕਿਸਮ ਨਾਲ ਜਿਹੜਾ ਉਹ ਹੜਦੁੰਗੀ ਉਪਰਦਵੀ ਹਿੰਸਾਤਮਕ ਦਿਖਾਉਣ ਦੀ ਕੋਸ਼ਿਸ਼ ਸੀ। ਐਕਚੁਅਲੀ ਕਹਾਣੀ ਉੱਥੇ ਜਾ ਕੇ ਬਹੁਤ ਸਪਸ਼ਟ ਤੇ ਸਿੱਧੇ ਰੂਪ 'ਚ ਆਉਣੀ ਸ਼ੁਰੂ ਹੋ ਗਈ ਸੀ। ਉਹ ਫੋਨਾਂ ਤੇ ਵੀ ਆਉਣੀ ਸ਼ੁਰੂ ਹੋ ਗਈ ਸੀ, ਪ੍ਰਤੱਖ ਦਰਸ਼ੀਆਂ ਤੋਂ ਵੀ ਕਹਾਣੀ ਸ਼ੁਰੂ ਹੋਣੀ ਹੋ ਗਈ ਕਿ ਕਿਸਾਨ ਤਾਂ ਪੀਸਫੁਲੀ ਵਾਪਸ ਜਾ ਰਹੇ ਸੀਗੇ। ਜਦੋਂ ਪਤਾ ਲੱਗਿਆ ਕਿ ਡਿਪਟੀ ਮੁੱਖ ਮੰਤਰੀ ਦੇ ਹੈਲੀਕਾਪਟਰ ਨੇ ਲੈਂਡ ਨਹੀਂ ਕਰਨਾ ਔਰ ਇਹ ਸੈਂਸ ਆਫ ਰਿਲੀਫ ਸੀ, ਵਿਕਟਰੀ ਸੀ ਉਹਨਾਂ ਲਈ, ਔਰ ਉਹ ਆਪਣਾ ਪ੍ਰੋਟੈਸਟ ਕਰਕੇ ਵਾਪਸ ਜਾ ਰਹੇ ਸੀ। ਵੀਡੀਓ ਵੀ ਆ ਗਈਆਂ ਕਿ ਜਿਹੜਾ ਕੋਈ ਭਾਜਪਾ ਦਾ ਇੱਕ ਲੈਵਲ ਦਾ ਕੋਈ ਲੀਡਰ ਆਇਆ ਉਹਨੂੰ ਕਾਲੇ ਝੰਡੇ ਦਿਖਾਉਂਦੇ ਨੇ, ਗੱਡੀ ਆਰਾਮ ਨਾਲ ਨਿਕਲ ਰਹੀ ਹੈ, ਪੁਲਿਸ ਦੀ escort 'ਚ ਨਿਕਲ ਰਹੀ ਹੈ। ਤਾਂ ਇੱਕ ਪੀਸਫੁਲ ਰੂਪ 'ਚ ਉਹ ਪ੍ਰੋਟੈਸਟ ਕਰ ਰਹੇ ਸੀਗੇ। ਹੈਲੀਪੈਡ ਸਕੂਲ ਦੇ ਗਰਾਊਂਡ 'ਚ ਸੀਗਾ, ਉੱਥੇ ਇਕੱਠੇ ਹੋਏ ਸੀ ਮਗਰੋਂ ਦੀ, ਔਰ ਜਦੋਂ ਇਹ ਰੂਟ ਬਦਲ ਗਿਆ ਉਹਦਾ, ਤਾਂ ਇਹ ਪ੍ਰੋਟੈਸਟ ਕਰਕੇ ਵਾਪਸ ਜਾ ਰਹੇ ਸੀ। ਔਰ ਜਿਸ ਵੀਡੀਓ 'ਚ ਜਿੱਥੇ ਜੀਪ ਟਕਰਾਉਂਦੀ ਆ ਕੇ ਥਾਰ ਉਹਦੀ ਆ ਕੇ ਟਕਰਾਉਂਦੀ ਆ, ਉਹਦੇ 'ਚ ਤੁਸੀਂ ਨਾਭੀ ਪੱਗ ਵਾਲੇ ਸ਼ਖਸ ਦੇਖੋਗੇ, ਉਹ ਤਜਿੰਦਰ ਸਿੰਘ ਵਿਰਕ ਨੇ, ਜਿਹੜੇ ਉਹ ਸਭ ਤੋਂ ਬਾਅਦ ਵਾਲਿਆਂ 'ਚ ਨੇ। ਵੀ ਜਦੋਂ ਸਾਰੇ ਲੋਕ ਨਿਕਲ ਰਹੇ ਨੇ ਵੀ ਚਲੋ ਚੱਲੀਏ ਜਾਂ ਹੋਰ ਹੈ, ਤਾਂ ਇਹ ਨਹੀਂ ਹੈਗਾ ਵੀ ਪਹਿਲਾਂ ਹੀ ਕੋਈ ਨਿਕਲ ਗਿਆ। ਸਭ ਤੋਂ ਲਾਸਟ ਕੰਟਿੰਜੈਂਟ 'ਚ ਉਹ ਨੇ, ਔਰ ਉਹ ਬਿਲਕੁਲ ਵੀ ਅਨਅਵੇਅਰ ਨੇ। ਜਦੋਂ ਜੀਪ ਆ ਕੇ ਉਹ ਥਾਰ ਟਕਰੀ ਹੈ, 3 ਗੱਡੀਆਂ ਨੇ ਬੇਰਹਿਮੀ ਨਾਲ ਕੁਚਲਿਆ ਔਰ ਜਾਣ ਬੁੱਝ ਕੇ ਕੁਚਲਿਆ ਹੈਗਾ ਆ। ਔਰ ਇਸ ਗੱਲ ਦਾ ਉਹਦੇ ਜਿਹੜਾ ਭਾਰਤ ਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਵੀ ਹੈ ਅਜੇ ਮਿਸ਼ਰਾ, ਇਹ ਵੀਡੀਓ 'ਚ ਵੀ ਕੁਝ ਦਿਨ ਪਹਿਲਾਂ ਬੁਖਲਾਹਟ 'ਚ ਆ ਕੇ ਬੋਲਦਾ, ਕਿਉਂਕਿ 27 ਤਰੀਕ ਦਾ ਜਿਹੜਾ ਭਾਰਤ ਬੰਦ ਹੈ ਸੰਯੁਕਤ ਕਿਸਾਨ ਮੋਰਚੇ ਦਾ, ਉਹਦੀ ਸੁਗ ਬਗਾਹਟ ਕੇਂਦਰੀ ਤੇ ਪੂਰਬੀ ਯੂਪੀ 'ਚ ਵੀ ਵਧੀ ਆ। ਇਹ ਅੰਦੋਲਨ ਪੱਛਮੀ ਯੂਪੀ ਦੀਆਂ ਬਰੂਹਾਂ ਪਾਰ ਕਰਕੇ ਕੇਂਦਰੀ ਤੇ ਪੂਰਬੀ ਯੂਪੀ 'ਚ ਵਧਿਆ ਅੱਗੇ ਨੂੰ। ਚਾਹੇ ਉਹਦੀ ਇੰਟੈਂਸਿਟੀ ਪੰਜਾਬ, ਹਰਿਆਣਾ ਜਾਂ ਪੱਛਮੀ ਯੂਪੀ ਵਰਗੀ ਨਹੀਂ, ਇਹ ਮੈਂ ਮੰਨਦਾ ਕਿ ਨਹੀਂ ਹਾਲੇ, ਪਰ ਉਹ ਵਧਿਆ। ਇਹ ਪ੍ਰੋਟੈਸਟ ਅੱਜ ਤੋਂ 3 ਮਹੀਨੇ 4 ਮਹੀਨੇ ਪਹਿਲਾਂ ਅਸੀਂ ਉੱਥੇ ਚਿਤਕ ਵੀ ਨਹੀਂ ਸੀ ਸਕਦੇ ਕਿ ਵੀ ਡਿਪਟੀ ਮੁੱਖ ਮੰਤਰੀ ਦਾ ਹੈਲੀਪੈਡ ਤੇ ਕਾਲੇ ਝੰਡਿਆਂ ਦਾ ਵਿਰੋਧ ਕਰਦੇ ਹੋਏ ਉਹਦਾ ਰੂਟ ਬਦਲ ਦਿੱਤਾ ਜਾਊਗਾ। ਇਹ ਪ੍ਰੋਟੈਸਟ ਵਧਿਆ ਉੱਥੇ, ਔਰ ਇਹੀ ਬੁਖਲਾਹਟ ਉਹਦੀ ਸੀਗੀ। ਔਰ ਉਸੇ 'ਚ ਉਹਦੀ ਉਹ ਵੀਡੀਓ ਆਈ, ਔਰ ਇਹਦਾ ਲੜਕਾ ਜਿਹੜਾ ਤੇ ਉਹ ਉਹਦਾ ਮੰਤਰੀ, ਦੋਹੇ ਬਾਹੂਬਲੀ
ਹੀ ਨੇ ਉਸ ਇਲਾਕੇ ਦੇ। ਯੂਪੀ ਦੇ ਉਸ ਇਲਾਕੇ 'ਚ ਬਾਹੂਬਲ ਦੀ ਸਿਆਸਤ ਹੈ ਜਿਹੜੀ ਉਹਦੇ ਰੂਪ 'ਚ ਚੱਲਦੀ ਹੈ। ਇਹਨਾਂ ਦੀ ਬਦਮਾਸ਼ੀ ਹੈ, ਗੁੰਡਾਗਰਦੀ ਹੈ। ਨੇਪਾਲ ਦੇ ਬਾਰਡਰ ਦੇ ਨੇੜੇ ਹੈ ਤੁਕੂਨੀਆ, ਚੰਦਨ ਦੀ ਸਮਗਲਿੰਗ ਕਰ ਕਰਕੇ ਇਹ ਬਣਿਆ ਆ, ਵੱਡਾ ਬੰਦਾ ਬਣਿਆ ਆ। ਔਰ ਇਹ ਇਸੇ ਤਰ੍ਹਾਂ ਦੀ ਗੁੰਡਾਗਰਦੀ 'ਚ ਯਕੀਨ ਰੱਖਦੇ। ਔਰ ਮੁੰਡਾ ਇਲੈਕਸ਼ਨ ਵੀ ਲੜਨੀ ਚਾਹੁੰਦਾ ਸੀ MLA ਦੀ ਉੱਥੋਂ ਦੀ। ਔਰ ਇਹਨੂੰ ਐ ਸੀਗਾ ਵੀ ਇਹ ਕੌਣ ਲੋਕ ਨੇ, ਕਿੱਦਾਂ ਸਾਡੀ ਯੂਪੀ 'ਚ ਪਿਛਲੇ ਸਮੇਂ 'ਚ ਜੋ ਭਾਜਪਾ ਦਾ ਰਿਹਾ ਹੈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਆਪੋਜੀਸ਼ਨ ਆਉਣ ਨਹੀਂ ਦੇਣੀ। ਔਰ 27 ਦੇ ਬੰਦ ਨੇ, ਮੁਜ਼ੱਫਰਨਗਰ ਦੀ ਰੈਲੀ ਨੇ ਯੋਗੀ ਔਰ ਇਹਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਕਰਕੇ ਇੱਕ ਪੂਰੀ ਮਿੱਥੀ ਸਾਜ਼ਿਸ਼ ਤਹਿਤ, ਗਿਣੀ ਮਿੱਥੀ ਸਕੀਮ ਤਹਿਤ ਉਹਨਾਂ ਨੇ ਇਹ ਗੱਡੀ ਚੜਾਈ ਹੈ ਔਰ ਬਹੁਤ ਬੇਰਹਿਮੀ ਨਾਲ ਚੜਾਈ ਹੈ। ਔਰ ਨੈਚੁਰਲੀ ਉਸ ਘਟਨਾ ਦਾ ਜੋ ਗੁੱਸਾ ਸੀਗਾ ਉਹ ਪ੍ਰਤੀਕਰਮ ਹੋਣਾ ਸੀ। ਉਹ ਸੈਲਫ ਡਿਫੈਂਸ 'ਚ ਬੰਦਿਆਂ ਨੇ ਉਹ ਪ੍ਰਤੀਕਰਮ ਕੀਤਾ ਹੋਊਗਾ। ਅਸੀਂ ਉਸ ਨੂੰ ਮੰਨਦੇ ਹਾਂ ਕਿ ਵੀ ਇਹ ਉਹਨਾਂ ਦਾ ਕਸੂਰ ਨਹੀਂ। ਇਹ 8 ਦੇ 8 ਕਤਲਾਂ ਲਈ ਮਿਸ਼ਰਾ ਮੰਤਰੀ ਤੇ ਉਹਦਾ ਬੇਟਾ ਤੇ ਉਹਦੇ ਸਾਥੀ ਜ਼ਿੰਮੇਵਾਰ ਨੇ। ਔਰ ਇਸ ਮਾਮਲੇ ਨੂੰ ਬਹੁਤ ਸਪਸ਼ਟਤਾ ਨਾਲ ਉਹਨਾਂ ਦੇ ਸਾਹਮਣੇ ਰੱਖਿਆ। ਜਦੋਂ ਪਹੁੰਚ ਗਏ ਆ, ਮੇਰੇ ਜਾਂਦਿਆਂ ਨੂੰ 1 ਰਾਊਂਡ ਹੋ ਗਿਆ ਸੀ। ਲੋਕਲ ਜਿਹੜੇ ਉੱਥੇ ਕਿਸਾਨ ਵੀਰ ਸੀ, ਉਹਨਾਂ ਦੀ ਟੀਮ ਸੀ ਜਿਹੜੀ, ਉਹਨਾਂ ਨੇ ਆਪਣਾ ਲੋਕਲ ਮੈਮੋਰੈਂਡਮ ਹੈ ਜਿਹੜਾ ਇਸ ਮਾਮਲੇ ਤੇ ਮੂਵ ਕਰ ਦਿੱਤਾ ਸੀ ਵਿਦ ਕੰਪਲੇਂਟ। ਮੈਂ ਆਈਜੀ ਜਿਹੜੀ ਨੈਗੋਸੀਏਸ਼ਨ ਸੀ ਉਹਨੂੰ ਖੁਦ ਸਵਾਲ ਕੀਤਾ ਵੀ ਤੁਕੂਨੀਆ ਪੁਲਿਸ ਸਟੇਸ਼ਨ ਹੈ, ਤੁਕੂਨੀਆ ਦੀ ਇਹ ਘਟਨਾ ਹੈ, FIR 12 ਘੰਟੇ ਬਾਅਦ ਕਿਉਂ ਹੋ ਰਹੀ ਹੈ ਜਦੋਂ ਕਿ ਇੰਨਾ ਸੀਰੀਅਸ ਕ੍ਰਾਈਮ ਹੋ ਗਿਆ। FIR ਤਾਂ ਬਹੁਤ ਛੇਤੀ ਹੋਣੀ ਚਾਹੀਦੀ ਸੀ। ਉਹਨਾਂ ਨੇ ਕਿਹਾ ਵੀ ਇੱਧਰ ਕੰਪਲੇਂਟ ਸੀ ਇੱਧਰੋਂ। ਔਰ ਉਦੋਂ ਹੀ ਸਾਨੂੰ ਪਤਾ, ਮੈਨੂੰ ਉਦੋਂ ਗੱਲ ਸਮਝ ਆਈ ਜਦੋਂ ਵੀ ਸਾਡਾ ਲੋਕਲ ਲੋਕ ਨੇ ਜਿਹੜੇ ਕਿਸਾਨ ਨੇ ਉਹ ਕਿਉਂ ਜ਼ੋਰ ਪਾ ਰਹੇ ਨੇ ਕਿ ਸਾਡੀ ਕੰਪਲੇਂਟ ਨੂੰ ਹੀ ਸਾਡਾ ਬਿਆਨ ਮੰਨ ਕੇ FIR ਰਜਿਸਟਰ ਕੀਤੀ ਜਾਵੇ। ਤਾਂ ਉਹਦੇ 'ਚ ਬਾਬਾ ਅਨੂਪ ਸਿੰਘ ਵੀ ਸੀਗੇ ਜਿਹੜੇ ਉੱਥੇ ਲਗਾਤਾਰ ਬਾਰਡਰਾਂ ਤੇ ਸੇਵਾ ਵੀ ਕਰ ਰਹੇ ਨੇ ਜਾਂ ਹੋਰ ਉਹਨਾਂ ਦਾ ਉਸ ਇਲਾਕੇ 'ਚ ਵੀ ਪ੍ਰਭਾਵ ਹੈ। ਤੋ ਕਈ ਹੋਰ ਸੰਸਥਾਵਾਂ ਦੇ ਮੁਖੀ ਵੀ ਸੀਗੇ ਜਿਹਨਾਂ ਦੇ ਪਰਿਵਾਰਾਂ ਦੇ ਜੀ ਗਏ ਨੇ, ਉਹਨਾਂ ਦੇ ਘਰ ਦੇ ਵੀ ਸੀ। ਮੈਂ ਸਮਝਦਾ ਵੀ ਉਹ ਤਾਂ ਉਸ ਅਵਸਥਾ 'ਚ ਉਦੋਂ ਦੁੱਖ ਦੀ ਘੜੀ 'ਚ ਸੀਗੇ। ਤੋ ਬਾਕੀ ਜਿਹੜਾ ਸਾਰਾ ਭਾਈਚਾਰਾ ਸੀ ਤੋ ਇਸ ਗੱਲ ਤੇ ਇਨਸਿਸਟ ਕਰ ਰਿਹਾ ਸੀ। ਤੋ ਇੱਕ ਬੰਦੇ ਨੇ ਤਾਂ ਮੇਰੇ ਕੋਲ ਇਹ ਵੀ ਸਵਾਲ ਕੀਤਾ ਵੀ ਇੱਕ ਪਰਿਵਾਰ ਕਮਜ਼ੋਰ ਹੈ, ਕੰਪਲੇਂਟ ਉਹਦੇ ਵੱਲੋਂ ਹੈ, ਕੱਲ ਨੂੰ BJP ਡਰਾ ਕੇ ਸਮਝੌਤਾ ਕਰਾ ਦੂਗੀ ਵੀ FIR ਹੀ ਨਾ ਖਤਮ ਹੋ ਜੇ। ਤਾਂ ਮੈਂ ਉਦੋਂ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਜੋ ਕੰਪਲੇਂਟ ਦਿੱਤੀ ਉਹ ਸਾਨੂੰ ਉਹ ਦਿਖਾਓ ਕਿੱਥੇ ਆ। ਉਹਨਾਂ ਨੇ ਕੰਪਲੇਂਟ ਦੀ ਜਦੋਂ ਕਾਪੀ ਦਿੱਤੀ ਤਾਂ ਮੈਂ ਪਹਿਲਾਂ ਹੀ ਸਫਾ ਪਲਟ ਕੇ ਇਹ ਦੇਖਿਆ ਵੀ ਕਿੰਨੇ ਬੰਦਿਆਂ ਵੱਲੋਂ ਕੰਪਲੇਂਟ ਆ। ਤੋ 4 ਬੰਦਿਆਂ ਵੱਲੋਂ ਕੰਪਲੇਂਟ ਸੀ ਉਹ। ਤੋ ਫਿਰ ਉਹ ਪੜ੍ਹ ਕੇ ਸੁਣੀ ਹੈ। ਤਾਂ ਜਦੋਂ ਮੈਂ ਪੜ੍ਹ ਕੇ ਸੁਣੀ ਹੈ ਤਾਂ ਫਿਰ ਮੈਨੂੰ ਗੱਲ ਇੰਨੀ ਕੁ, ਕਿਉਂਕਿ ਮੈਂ ਲਾ ਗ੍ਰੈਜੂਏਟ ਹਾਂ, ਤਾਂ ਮੈਨੂੰ ਇੰਨੀ ਗੱਲ ਤਾਂ ਸਮਝ ਆ ਗਈ ਵੀ ਇਹ ਬੰਦੇ ਕਿਉਂ ਇਨਸਿਸਟ ਕਰ ਰਹੇ ਨੇ ਵੀ ਇਹ ਸਾਡੀ ਇਸੇ ਕੰਪਲੇਂਟ ਨੂੰ FIR ਮੰਨਿਆ ਜਾਵੇ। ਔਰ ਪੁਲਿਸ ਨੇ ਉਹਦੇ 'ਚੋਂ ਕੌਮਾ ਬਿੰਦੂ ਕੁਛ ਵੀ ਨਹੀਂ ਕੱਟਿਆ, ਉਸਨੂੰ ਐਜ਼ ਇਟ ਇਜ਼ FIR ਬਣਾਇਆ ਹੈਗਾ ਆ। ਤੋ ਇਸ ਗੱਲ 'ਚ ਉਹ ਤਸੱਲੀ ਦੇ ਭਾਵ 'ਚ ਸੀਗੇ ਵੀ ਸਾਡੀ FIR ਹੱਥ ਲੈ ਕੇ ਹੀ ਫਿਰ ਬਾਕੀ ਗੱਲ ਅੱਗੇ ਤੋਰੀ ਗਈ ਆ। ਤੋ ਮੁਆਵਜ਼ੇ ਦੇ ਮਾਮਲੇ 'ਚ ਲੋਕਲ ਟੀਮ ਨੇ ਮੁਆਵਜ਼ਾ ਘੱਟ ਮੰਗਿਆ ਸੀਗਾ। ਉਹ ਫਿਰ ਲੀਡਰਸ਼ਿਪ ਟਕੈਤ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਨਹੀਂ, ਇਹ ਤੁਸੀਂ ਠੀਕ ਨਹੀਂ ਕਰ ਰਹੇ ਹੈਗੇ, ਇਸਨੂੰ ਥੋੜਾ ਠੀਕ ਕਰੋ। ਤੋ ਗ੍ਰਿਫਤਾਰੀ ਦੇ ਮਾਮਲੇ ਤੇ ਉਹਨਾਂ ਨੇ 1 ਹਫ਼ਤੇ ਦਾ ਸਮਾਂ ਮੰਗਿਆ ਸੀਗਾ। ਉਹਨਾਂ ਨੇ ਉਸ ਦੌਰਾਨ ਲਗਭਗ ਜਦੋਂ ਬੈਠੇ ਆਪਸ 'ਚ ਤਾਂ ਭਾਈਚਾਰਾ ਜਿਹੜਾ ਪੰਜਾਬੀ ਭਾਈਚਾਰਾ ਸੀ ਇਹ ਲਿਆਉਂਦਾ ਸੀ ਵੀ ਜੇ 1 ਹਫ਼ਤੇ 'ਚ ਨਹੀਂ ਕਰਦੇ BJP ਦੀ ਗਵਰਨਮੈਂਟ ਆ ਤਾਂ ਫਿਰ ਆਪਾਂ ਕੀ ਕਰਨਾ ਹੈਗਾ ਆ। ਤਾਂ ਉਹਦੇ 'ਚ ਸੁਝਾਅ ਸੀਗਾ ਵੀ ਭੋਗ ਸ਼ੋਕ ਸਭਾ ਵਜੋਂ ਕਰੀਏ, ਨਹੀਂ ਕਰਨਗੇ ਤਾਂ ਉਹਦੇ 'ਚੋਂ ਕੋਈ ਫਿਰ ਵੱਡਾ ਐਲਾਨ ਕਰਾਂਗੇ। ਔਰ ਇਹ ਗੱਲ ਬਹੁਤ ਜਿਹਨੂੰ ਕਹਿੰਦੇ ਨੇ ਕਿ ਸਪਸ਼ਟ ਤਰੀਕੇ ਨਾਲ ਮੂੰਹੋਂ ਮੂੰਹੀਂ UP ਦੇ ਪ੍ਰਸ਼ਾਸਨ ਨੂੰ ਐਨ ਠੋਕ ਵਜਾ ਕੇ ਟਕੈਤ ਸਾਹਿਬ ਨੇ ਕਹੀ ਹੈਗੀ ਹੈ। ਤੋ ਸੀਗਾ ਇਹ ਸਵਾਲ ਕਿਉਂਕਿ ਮੌਕੇ ਤੇ ਜਿਸ ਤਰ੍ਹਾਂ ਦੇ ਉਹਨਾਂ ਨੇ ਹਾਲਾਤ 'ਚ ਸਿੱਖ ਭਾਈਚਾਰਾ ਉੱਥੇ ਮਾਈਨੋਰਟੀ 'ਚ ਹੈ, ਸਾਨੂੰ ਇਹ ਪਹਿਲੂ ਵੀ ਖਿਆਲ 'ਚ ਰੱਖਣਾ ਪਿਆ ਹੈਗਾ ਆ। ਬਿਨਾਂ ਸ਼ੱਕ ਉਹਨਾਂ ਦੇ ਉੱਪਰ ਇੱਕ ਇਨਸਿਕਿਉਰਿਟੀ ਲਾਈ ਕਰਦੀ ਸੀ। ਸਾਰੇ ਪਹਿਲੂਆਂ ਨੂੰ ਮੱਦੇਨਜ਼ਰ ਰੱਖ ਕੇ ਜਿੰਨੀਆਂ ਉਹਨਾਂ ਦੀਆਂ ਡਿਮਾਂਡ ਸੀ ਉਸਦੀ ਰੌਸ਼ਨੀ 'ਚ ਜੋ ਮੂਵ ਕਰ ਸਕਦੇ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਚਲੋ ਉਹਦੇ 'ਚ ਕਿਸੇ ਦਾ ਕੋਈ ਪੱਖ ਹੋ ਸਕਦਾ ਵੀ ਇਸ 'ਚ ਗ੍ਰਿਫਤਾਰੀ ਪਹਿਲਾਂ ਕਰਵਾਉਣ ਦਾ ਹੋ ਸਕਦਾ। ਤਾਂ ਅਸੀਂ ਮਗਰੋਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਬੈਠੇ ਵੀ ਜੇ ਲੋਕਲ ਲੋਕਾਂ ਨੇ ਜਿੰਨੀ ਮੂਵ ਕਰ ਲਈ, ਜਿਹੜੇ ਪੱਖ ਕੋਈ ਕਮਜ਼ੋਰ ਰਹਿ ਗਏ ਉਹਨਾਂ ਨੂੰ ਆਪਾਂ ਕਵਰ ਕਰੀਏ, ਆਪਾਂ ਕੋਈ ਐਜੀਟੇਸ਼ਨ ਦੀ ਕਾਲ ਦਈਏ ਤਾਂ ਜੋ ਪ੍ਰੈਸ਼ਰ ਮੇਨਟੇਨ ਰਹੇ ਔਰ ਸਾਡੇ ਲੋਕਾਂ ਨੂੰ ਨਿਆਂ ਮਿਲੇ। ਔਰ ਉਹਦੇ 'ਚੋਂ ਹੀ 18 ਤਰੀਕ ਦਾ ਜਿਹੜਾ ਸੀਗਾ ਉਦਾਂ ਇੱਕ ਵਿਚਾਰ ਇਹ ਵੀ ਸੀਗਾ ਵੀ ਜੇ ਭੋਗ ਤੱਕ ਨਹੀਂ ਪਕੜਦੇ ਤਾਂ ਇੱਕ ਵਿਚਾਰ ਤੁਰਿਆ ਸੀ ਸਾਡੇ 'ਚ ਵੀ ਉਸੇ ਦਿਨ ਉੱਥੇ ਮੋਰਚਾ ਲਾ ਦਈਏ। ਪਰ ਕਿਉਂਕਿ ਗ੍ਰਿਫਤਾਰੀ ਹੋ ਗਈ ਤਾਂ ਫਿਰ ਉੱਥੇ ਲੋਕਲ ਲੋਕਾਂ ਦਾ ਵਿਚਾਰ ਵੀ ਆਪਸ 'ਚ ਪੂਰਾ ਨਹੀਂ ਬਣਿਆ। ਤੋ ਅਸੀਂ ਲੋਕਲ ਨੂੰ ਜਿਨ੍ਹਾਂ ਨੇ ਮੋਬਲਾਈਜੇਸ਼ਨ 'ਚ ਵੱਡਾ ਹਿੱਸਾ ਪਾਉਣਾ ਉਹਨਾਂ
ਨੂੰ ਪਾਸੇ ਕਰਕੇ ਤਾਂ ਕੋਈ ਵੀ ਸੱਦਾ ਧੱਕੇ ਨਾਲ ਇਨਫੋਰਸ ਨਹੀਂ ਕਰਾ ਸਕਦੇ। ਫਿਰ ਅਸੀਂ 18 ਤਰੀਕ ਦਾ ਦਿੱਤਾ ਹੋਇਆ, ਕੱਲ ਰੇਲ ਰੋਕੋ ਕਰਨਾ ਹੈਗਾ ਆ। ਉਸ ਦੇ ਸੰਬੰਧ 'ਚ ਹੀ ਮੈਂ ਪਟਿਆਲਾ ਜ਼ਿਲ੍ਹੇ 'ਚ ਅੱਜ ਥੋੜ੍ਹੀਆਂ ਤਿਆਰੀਆਂ ਵਿਆਰੀਆਂ ਕਰਕੇ ਹੁਣ ਘਰ ਆਇਆ। ਤੋਂ ਕੱਲ ਰੇਲ ਰੋਕੋ ਕਰਕੇ ਫਿਰ ਸਿੰਘੂ ਮੋਰਚੇ ਤੇ ਵਾਪਸ ਜਾਣਾ ਹੈਗਾ ਆ। ਤੋਂ ਸਾਰੇ ਦੇਸ਼ 'ਚ ਹੀ ਰੇਲਾਂ ਰੋਕਣੀਆਂ 6 ਘੰਟੇ ਲਈ। 26 ਤਰੀਕ ਨੂੰ ਇਸ ਮਾਮਲੇ ਤੇ ਪੰਚਾਇਤ ਰੱਖੀ ਹੈ। 19 ਤਰੀਕ ਨੂੰ ਅਸੀਂ ਲੀਗਲ ਸੈੱਲ ਦੀ ਵੀ ਮੀਟਿੰਗ ਬੁਲਾਈ ਹੈ, ਜਿਹਦੇ 'ਚ ਯੂਪੀ ਦੀ ਇਸ ਘਟਨਾ ਨਾਲ ਜੁੜੇ ਹੋਏ ਜਿਹੜੇ ਸਾਡੇ ਇੰਪੋਰਟੈਂਟ ਬੰਦੇ ਨੇ, ਜਿਨ੍ਹਾਂ ਨੇ ਇਸ ਸਾਰੇ ਦੀ ਪੈਰਵੀ ਕਰਨ 'ਚ ਮਹੱਤਵਪੂਰਨ ਰੋਲ ਅਦਾ ਕਰਨਾ, ਤਾਂ ਜੋ ਇੱਕ ਕਲੈਕਟਿਵ ਡਿਸੀਜ਼ਨ ਬਣਾ ਲਈਏ। ਕਿਉਂਕਿ ਹੁਣ ਬੇਲ ਲਈ ਉਹ ਟਰਾਈ ਕਰੂਗਾ ਤਾਂ ਬੇਲ ਨੂੰ ਅਪੋਜ਼ ਕਰਨ ਲਈ ਸਟੇਟ ਕੌਂਸਲ ਤਾਂ ਕਰੂਗਾ ਹੀ ਕਰੂਗਾ। ਅਸੀਂ ਆਪਣਾ ਵੀ ਐਡਵੋਕੇਟ ਕੋਈ ਖੜਾਉਣਾ ਚਾਹੁੰਦੇ ਹਾਂ, ਔਰ ਉਸ ਮਾਮਲੇ ਦੇ ਵਿੱਚ ਅਸੀਂ ਆਲਰੇਡੀ ਪੂਰਾ ਵਿਚਾਰ ਕਰ ਰਹੇ ਹਾਂ ਕਿ ਜਿਹੜਾ ਲਾ ਪੁਆਇੰਟ ਤੋਂ ਵੀ ਸਟਰੋਂਗ ਹੋਵੇ ਔਰ ਇਹਨਾਂ ਦੇ ਬਾਹੂਬਲ ਦੇ ਸਾਹਮਣੇ ਵੀ ਤਕੜ ਤਰੀਕੇ ਨਾਲ ਖੜ ਸਕਦਾ ਹੋਵੇ। ਤਾਂ ਉਸ ਤਰ੍ਹਾਂ ਦੇ ਸਾਨੂੰ ਐਡਵੋਕੇਟ ਦੀ ਤਲਾਸ਼ ਹੈਗੀ ਹੈ। ਅਸੀਂ ਲੋਕਾਂ ਨੂੰ ਕਿਹਾ ਵੀ ਹੈ ਵੀ ਇੱਦਾਂ ਦਾ ਬੰਦਾ ਦੇਖੋ। ਔਰ ਸੀਨੀਅਰ ਐਡਵੋਕੇਟ ਰਜਿੰਦਰ ਸਿੰਘ ਚੀਮਾ, ਜਿਹੜੇ ਕ੍ਰਿਮੀਨਲ ਲਾਅ ਦੇ ਐਕਸਪਰਟ ਨੇ, ਉਹਨਾਂ ਨਾਲ ਵੀ ਪਹੁੰਚ ਕੀਤੀ ਹੈਗੀ ਹੈ। ਤਾਂ ਉਹਨਾਂ ਨੇ ਕਿਹਾ ਵੀ ਕੋਈ ਵਕੀਲ ਖੜਾਓ, ਅਸੀਂ ਉਹਨੂੰ ਗਾਈਡ ਵੀ ਕਰਾਂਗੇ ਸਾਰੀ ਗੱਲ ਦੇ ਵਿੱਚ। ਤਾਂ ਉਸ ਪਹਿਲੂ ਤੋਂ ਵੀ ਜਿਹੜੀ ਸਾਡੀ ਕਮਿਟਮੈਂਟ ਹੈ ਕਿ ਵੀ 15-20 ਦਿਨਾਂ ਬਾਅਦ ਚੀਜ਼ਾਂ ਆਪਣੀ ਥਾਂ ਤੇ ਹੋ ਜਾਣਗੀਆਂ, ਲੋਕ ਕਿਤੇ ਇਕੱਲੇ ਨਾ ਰਹਿ ਜਾਣ। ਅਸੀਂ ਉਹਨਾਂ ਨਾਲ ਇਹ ਕਮਿਟਮੈਂਟ ਸੰਯੁਕਤ ਕਿਸਾਨ ਮੋਰਚੇ ਦੀ ਹੈਗੀ ਹੈ ਕਿ ਇਸ ਮਾਮਲੇ 'ਚ ਨਿਆਂ ਲੈਣ ਤੱਕ, ਅਖੀਰ ਤੱਕ ਉਹਨਾਂ ਨਾਲ ਖੜਨ ਲਈ। ਔਰ ਉਸ ਮਾਮਲੇ 'ਚ ਲੀਗਲ ਸੈੱਲ ਵੱਲੋਂ ਇੱਕ ਮੀਟਿੰਗ ਬੁਲਾ ਕੇ ਵਕੀਲਾਂ ਦਾ ਪੈਨਲ ਬਣਾ ਕੇ ਇਸ ਮਾਮਲੇ ਨੂੰ ਅੱਗੇ ਤੋਰਾਂਗੇ ਔਰ ਬਿਲਕੁਲ ਵੀ ਉਹਨਾਂ ਨੂੰ ਇਕੱਲੇ ਨਹੀਂ ਰਹਿਣ ਦੇਵਾਂਗੇ। ਮਾੜੀ, ਬਹੁਤ ਮੰਦਭਾਗੀ ਗੱਲ ਆ। ਔਰ 8 ਕਤਲਾਂ ਲਈ ਇੱਕ ਕਿਸਮ ਨਾਲ ਜੋ ਕਹਾਣੀ ਬਣਾਈ ਗਈ ਸੀ, ਪਰ ਕਹਿੰਦੇ ਆ ਨਾ, ਕੂੜ ਨਖੱਟੇ ਨਾਨਕਾ ਔੜਕ ਸੱਚ ਰਹੀ, ਸੱਚ ਨੇ ਬਾਹਰ ਆਉਣਾ, ਔਰ ਉਹ ਸੱਚ ਬਾਹਰ ਆਉਣ ਲੱਗ ਗਿਆ। ਜਿਸ ਤਰ੍ਹਾਂ ਉਹ ਵੀਡੀਓ, ਜਿਸੇ ਤਰ੍ਹਾਂ ਉਹ ਬਾਹਰ ਆਉਣੀ ਸ਼ੁਰੂ ਹੋਈ ਔਰ ਉਸ ਨੇ ਸਾਰੀ ਬਾਜੀ ਹੀ ਪਲਟ ਦਿੱਤੀ ਵੀ ਇਹ ਸਾਰੀ ਕਹਾਣੀ ਹੋਰ ਹੈ, ਸੱਚ ਇਹੀ ਸੀ। ਉੱਥੇ ਬੱਚੇ ਨੂੰ ਪਤਾ ਸੀ ਇਸ ਗੱਲ ਦਾ। ਔਰ ਜਦੋਂ ਮੈਂ ਉੱਥੇ ਪਹੁੰਚਿਆ, ਕੱਲਾ ਮੇਰੇ ਨਾਲ ਜਿਹੜੀ 5 ਬੰਦਿਆਂ ਦੀ ਸਾਡੀ ਟੀਮ ਸੀ, ਅਸੀਂ ਲਾਈਵ ਵੀ ਲੋਕਾਂ ਦੀਆਂ ਭਾਵਨਾਵਾਂ ਕੀ ਨੇ ਜੱਜ ਕਰੋ। ਔਰ ਇੱਕ ਬੰਦੇ ਨੂੰ ਕੰਮ ਇਹ ਦਿੱਤਾ ਵੀ ਪੰਜਾਬੀ ਕਮਿਊਨਿਟੀ ਤੋਂ ਬਾਹਰ ਵੀ ਪਤਾ ਕਰੋ ਕੀ ਹੈ ਕੀ ਨਹੀਂ। ਤਾਂ ਨੇੜੇ ਤੇੜੇ ਦੇ ਜਿਹੜੇ ਮੁਹੰਮਦਨ ਫਿਰਕਿਆਂ ਦੇ ਪਿੰਡ ਸੀਗੇ, ਉਹਨਾਂ ਨੇ ਲੰਗਰ ਵੀ ਲਾਇਆ ਔਰ ਸੇਵਾ ਭਾਵਨਾ ਨਾਲ ਪੂਰਾ ਕੀਤਾ। ਉਹਨਾਂ ਦੇ ਅੰਦਰ ਦੁੱਖ ਵੀ ਸੀਗਾ ਕਿ ਵੀ ਇਹ ਗੱਲ ਗਲਤ ਹੋਈ ਹੈਗੀ ਆ, ਪਰ ਇੱਕ ਗੱਲੋਂ ਕਿਤੇ ਨਾ ਕਿਤੇ ਉਹ ਇਹ ਵੀ ਮਹਿਸੂਸ ਕਰਦੇ ਸੀਗੇ ਕੋਈ ਪਹਿਲੀ ਵਾਰੀ ਇਸ ਯੋਗੀ ਔਰੇ ਨੂੰ ਜਾਂ ਮੋਦੀ ਔਰੇ ਨੂੰ ਚੈਲੰਜ ਕਰਨ ਵਾਲੀ ਫੋਰਸ ਇਸ ਦੇਸ਼ 'ਚ ਖੜੀ ਹੋਈ ਹੈ। ਤਾਂ ਕਿਸਾਨ ਭਾਈਚਾਰਾ ਇਸ ਮਾਮਲੇ 'ਚ ਖੜਾ ਹੋਇਆ। ਪੰਜਾਬ ਹੈਗੇ ਹੀ ਨੇ ਇਸ ਮੂਵਮੈਂਟ ਨਾਲ ਪੂਰੀ ਤਰ੍ਹਾਂ, ਪੂਰੀ ਦੁਨੀਆ 'ਚ ਕਨੈਕਟ ਨੇ। ਪੰਜਾਬੀ ਤਾਂ ਇਸ ਮੂਵਮੈਂਟ ਨੂੰ ਜਿੱਤਣਾ ਚਾਹੁੰਦੇ ਨੇ, ਪਰ ਪੰਜਾਬੀਆਂ ਤੋਂ ਬਾਹਰ ਵੀ ਜਿਹੜੀ ਵਸੋਂ ਸੀ, ਉਹਨਾਂ 'ਚ ਵੀ ਇਹ ਗੱਲ ਸੀਗੀ ਕਿ ਇਹਨਾਂ ਦੀ ਇਸ ਗੱਲ ਨੂੰ ਕਿਸੇ ਨੇ ਵੀ ਚੰਗਾ ਨਹੀਂ ਕਿਹਾ, ਸਾਰਿਆਂ ਨੇ ਬੁਰਾ ਮਨਾਇਆ ਉਸ ਗੱਲ ਦੇ ਵਿੱਚ ਵੀ ਇਹ ਬਹੁਤ ਮਾੜੀ ਗੱਲ ਹੋਈ ਹੈਗੀ ਆ। ਤੇ ਇਸ ਗੱਲ ਨੂੰ ਲੈ ਕੇ ਫਿਰ ਜਦੋਂ ਉਹ ਗੱਲ ਹੋਈ ਆ, ਫਿਰ ਪੋਸਟਮਾਰਟਮ ਵਾਲੇ ਪਾਸੇ ਗੱਲ ਤੁਰੀ ਹੈਗੀ ਆ। ਪੋਸਟਮਾਰਟਮ 'ਚ ਵੀ ਜਦੋਂ ਪਹਿਲੀ ਵਾਰੀ ਪੋਸਟਮਾਰਟਮ 'ਚ, ਕਿਉਂਕਿ ਇਹ ਐਪਰੀਹੈਂਸ਼ਨ ਸੀ, ਕਿਉਂਕਿ ਫਾਇਰ ਕਰਕੇ ਭੱਜਿਆ ਉਹਦਾ ਮਿਸ਼ਰੇ ਦਾ ਮੁੰਡਾ, ਵਾਈ ਫਾਇਰਿੰਗ ਕਰਦਾ ਹੋਇਆ ਗੰਨੇ ਦੇ ਖੇਤਾਂ ਰਾਹੀਂ ਭੱਜਿਆ। ਇਹ ਤਾਂ ਵੀਡੀਓ ਅਵੇਲੇਬਲ ਆ ਹੁਣ ਵੀ ਉਹ ਫਾਇਰ ਕਰਦਾ ਭੱਜਿਆ ਹੈਗਾ ਉੱਥੋਂ ਦੀ। ਤੋ ਇਹ ਸੀਗਾ ਵੀ ਉਹਨੇ ਲੜਕੇ ਦੇ ਫਾਇਰ ਮਾਰਿਆ ਜਿਹਦੇ 'ਚ ਉਹਦੀ ਡੈਥ ਹੋਈ ਹੈ। ਤਾਂ ਪੋਸਟਮਾਰਟਮ ਰਿਪੋਰਟ 'ਚ ਜਦੋਂ ਉਹ ਚੀਜ਼ ਨਹੀਂ ਆਈ ਤਾਂ ਇਸ ਗੱਲ ਦੇ ਉੱਪਰ ਸੀਗਾ ਵੀ ਇਹ ਠੀਕ ਨਹੀਂ ਹੋਇਆ ਪੋਸਟਮਾਰਟਮ। ਤਾਂ ਜਿਵੇਂ ਹੀ ਲੋਕਲ ਵੀਰਾਂ ਨੇ ਇਸ ਨੂੰ ਸਵਾਲ ਨੂੰ ਉਠਾਇਆ ਤਾਂ ਸੰਯੁਕਤ ਮੋਰਚੇ ਨੇ ਬਿਲਕੁਲ ਪੋਜੀਸ਼ਨ ਲਿੱਤੀ ਹੈ ਵੀ ਜਿੰਨੀ ਦੇਰ ਤੱਕ ਸਾਡੇ ਲੋਕਲ ਲੋਕ ਸੰਤੁਸ਼ਟ ਨਹੀਂ ਹੁੰਦੇ ਹਰ ਗੱਲ ਦੇ ਪਿੱਛੋਂ, ਉਨੀ ਦੇਰ ਤੱਕ ਅਸੀਂ ਬਿਲਕੁਲ ਸੰਸਕਾਰ ਹੈ ਜਿਹੜਾ ਉਹ ਨਹੀਂ ਕਰਾਂਗੇ। ਤੋ 3 ਭਰਾਵਾਂ ਦੀ, ਵੀਰਾਂ ਦੀ ਸੰਸਕਾਰ ਲਈ ਸਹਿਮਤੀ ਬਣੀ। ਉਹਨਾਂ ਲਈ ਇੱਕ ਦੁਬਾਰ ਤੋਂ ਪੋਸਟਮਾਰਟਮ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਦੁਬਾਰ ਤੋਂ ਹੋਈ ਹੈ। ਔਰ ਇਸ ਦੇ ਵਿੱਚ ਜਿਹੜੀਆਂ ਉੱਥੇ ਆਪਣੀ ਇੱਕ ਸਿੱਖ ਸੰਸਥਾ ਆ, ਉੱਥੋਂ ਦੀ ਜਸਵੀਰ ਸਿੰਘ ਵਿੱਤ ਨਾਂ ਦੇ ਵਿਅਕਤੀ ਚਲਾਉਂਦੇ ਨੇ। ਉਸ ਸੰਸਥਾ ਦੀ ਨੇੜੇ ਦੀ ਕੋਈ ਡੌਗ ਹਸਪੀਟਲ ਹੈ, ਉੱਥੋਂ ਦੇ ਡਾਕਟਰਾਂ ਦੀ ਟੀਮ ਵਿੱਚ ਖੜੀ ਹੈ। ਔਰ ਨਾਰਮਲੀ ਜਿੰਨੇ ਫਰੇਮ 'ਚ ਪੋਸਟਮਾਰਟਮ ਹੁੰਦਾ ਆ, ਉਸ ਤੋਂ ਕਿਤੇ ਵੱਧ ਫਰੇਮ ਦੇ ਵਿੱਚ ਉਹਨਾਂ ਡਾਕਟਰਾਂ ਨੇ ਸਾਰਾ ਗਹਿਰਾਈ 'ਚ ਪੋਸਟਮਾਰਟਮ ਕਰਾਇਆ। ਇਹ ਮਤਲਬ ਅਲਾਓ ਕੀਤਾ ਯੂਪੀ ਗਵਰਨਮੈਂਟ ਨੇ, ਤਾਂ ਮੂਵਮੈਂਟ ਦੇ ਦਬਾਅ 'ਚ ਅਲਾਓ ਕੀਤਾ ਕਿ ਸਾਡੇ ਡਾਕਟਰ ਵਿੱਚ ਜਿਹੜੇ ਖੜਨਗੇ। ਤੋ ਉਹ ਬਹੁਤ ਡਿਟੇਲ 40 ਫਰੇਮ, ਨਾਰਮਲੀ 7-8 ਫਰੇਮ ਜਾਂ ਹਾਰਡਲੀ 10
ਫਰੇਮਾਂ ਦੇ ਵਿੱਚ ਜਿਹੜਾ ਪੋਸਟਮਾਰਟਮ ਹੁੰਦਾ 40 ਫਰੇਮ ਡਾਕਟਰਾਂ ਨੇ ਜਿਹੜਾ ਉਹ ਲੰਮਾ ਉਸਨੂੰ ਦੇਖਿਆ ਔਰ ਜਦੋਂ ਉਹਨਾਂ ਦੀ ਤਸੱਲੀ ਹੋ ਗਈ ਹੈ ਤਾਂ ਫਿਰ ਉਹ ਪੋਸਟਮਾਰਟਮ ਤੇ ਅਸੀਂ ਹਾਮੀ ਭਰ ਕੇ ਤੇ ਫਿਰ ਸੰਸਕਾਰ ਹੈ ਜਿਹੜਾ ਉਹਨਾਂ ਲੋਕਾਂ ਦਾ ਕੀਤਾ ਹੈਗਾ ਆ। ਇਹ ਸਾਰਾ ਲੋਕਾਂ ਦੇ ਸਹਿਯੋਗ ਨਾਲ ਸੰਯੁਕਤ ਮੋਰਚੇ ਦੀ ਲੀਡਰਸ਼ਿਪ। ਮੈਂ ਇਸ ਨੈਰੇਟਿਵ ਨਾਲ ਤਾਂ ਨਹੀਂ ਸਹਿਮਤ ਹੈਗਾ ਕਿ ਪੰਜਾਬ ਦੀਆਂ ਜਥੇਬੰਦੀਆਂ ਪਹੁੰਚੀਆਂ ਨਹੀਂ। ਜੇ 32 ਚੋਂ ਅਸੀਂ 3 ਆਗੂ ਪਹੁੰਚੇ ਤਾਂ ਅਸੀਂ ਸਾਰਿਆਂ ਨਾਲ ਇਨ ਟੱਚ ਸੀਗੇ। ਅਸੀਂ 32 ਦੀ ਰਿਪਰੈਜ਼ੈਂਟੇਸ਼ਨ ਕੀਤੀ ਆ, ਅਸੀਂ ਕੋਈ ਆਪਣੀ ਰਿਪਰੈਜ਼ੈਂਟੇਸ਼ਨ ਨਹੀਂ ਕੀਤੀ। ਅਸੀਂ ਗਏ ਆ, ਸਾਡੀ ਜ਼ਿੰਮੇਵਾਰੀ ਸੀ ਔਰ ਉਹ ਜ਼ਿੰਮੇਵਾਰੀ ਨਿਭਾਉਣ ਲਈ ਗਏ ਆ। ਉਸ ਤੋਂ ਬਾਅਦ ਚੋਂ ਰੋਕਾਂ ਲੱਗ ਗਈਆਂ, ਬਹੁਤ ਸਾਰੇ ਆਗੂ ਨਹੀਂ ਜਾਣ ਦਿੱਤੇ ਉਹਨਾਂ ਨੇ। ਬਾਰਡਰ ਤੋਂ ਬੂਟਾ ਸਿੰਘ ਗੁਰਦਗਿੱਲ ਜੀ ਤੁਰੇ ਸੀ, ਉਹ ਨਹੀਂ ਪਹੁੰਚ ਸਕੇ। ਹਰਿੰਦਰ ਲੱਖੋਵਾਲ ਨੂੰ ਰਸਤੇ 'ਚ ਰੋਕ ਲਿਆ, ਕਈਆਂ ਨੂੰ ਰੋਕਿਆ ਉਸ ਦੇ ਵਿੱਚ, ਪਰ ਜਿਹੜੇ ਇੱਕ ਟਾਈਮਲੀ ਨਿਕਲ ਗਏ ਔਰ ਉਸ ਰਾਤ ਨੂੰ ਅਲਰਟ ਹੋ ਕੇ ਨਾਕਿਆਂ ਤੋਂ ਬਚਦੇ ਬਚਾਉਂਦੇ ਨਿਕਲ ਗਏ, ਉਹ ਪਹੁੰਚ ਗਏ। ਔਰ ਜਿੰਨਾ ਕੁ ਅਸੀਂ ਆਪਣਾ ਬਣਦਾ ਸਰਦਾ ਯੋਗਦਾਨ ਉਹ ਪਾ ਸਕੇ ਆ। ਅੱਗੇ ਵੀ ਉਹਨਾਂ ਭਰਾਵਾਂ ਨਾਲ ਨਿਆਂ ਲੈਣ ਲਈ ਖੜੇ ਰਵਾਂਗੇ। ਇਹ ਮੂਵਮੈਂਟ ਹੈ ਜੀ, ਇਸ ਮੂਵਮੈਂਟ 'ਚ ਉਹਨਾਂ ਦੀ ਕੁਰਬਾਨੀ ਅਜਾਈ ਨਹੀਂ ਜਾਣ ਦੇਣੀ। ਉਹਨਾਂ ਨੇ ਬਹੁਤ ਵੱਡਾ ਬਲੀਦਾਨ ਹੈ ਜਿਹੜਾ ਇਸ ਮੋਰਚੇ ਲਈ ਦਿੱਤਾ। ਬਿਲਕੁਲ ਜੀ। ਰਮਿੰਦਰ ਸਿੰਘ ਜੀ, ਇੱਕ ਗੱਲ ਤੁਸੀਂ ਜਿਹੜੀ ਉਹ ਸਪਸ਼ਟ ਕਰਤੀ ਆ, ਜਿਹਦਾ ਬਹੁਤ ਸਾਡੇ ਪੰਜਾਬੀਆਂ ਵਿੱਚੋਂ ਹੀ ਰੌਲਾ ਪਾਤਾ। ਇੱਕ ਸਾਡੀ ਪੂਰੀ ਇੱਕ ਟੀਮ ਆ ਇਹਨਾਂ ਨੇ ਬਣਾਈ ਹੋਈ, ਜਿਨ੍ਹਾਂ ਦਾ ਕੰਮ ਹੀ ਇਹ ਆ ਵੀ ਮੋਰਚੇ ਦੇ ਖਿਲਾਫ ਨੈਰੇਟਿਵ ਸੈੱਟ ਕਰਨਾ। ਜਿਹੜੀ ਤੁਸੀਂ ਗੱਲ ਕੀਤੀ ਨਾ, ਟਕੈਤ ਸਾਹਿਬ ਨੇ ਸਗੋਂ ਡਿਸੀਜ਼ਨ ਲਿਆ ਵੀ ਗ੍ਰਿਫਤਾਰੀਆਂ ਵਾਸਤੇ ਖੜੋ, ਨਾ ਕਿ ਜਿਹੜੀ ਇਹਨਾਂ ਨੇ ਪੋਸਟਾਂ ਇੱਦਾਂ ਪਾਈਆਂ, ਦੇਖੋ ਜੀ ਵੇਚ ਦਿੱਤਾ ਜੀ, ਮੁੱਲ ਪਾ ਦਿੱਤਾ ਉਹਨਾਂ ਦੇ ਸਿਰਾਂ ਦਾ ਇੰਨੇ ਲੱਖ ਦਾ। ਇਹ ਤੁਸੀਂ ਗੱਲ ਕਲੀਅਰ ਕਰਤੀ ਵੀ ਉਹ ਲੋਕਲ ਬੰਦਿਆਂ ਦੀ ਉਹ ਡਿਮਾਂਡ ਸੀਗੀ। ਉਸ ਤੋਂ ਬਾਅਦ ਜਿਹੜਾ ਸੰਯੁਕਤ ਮੋਰਚਾ ਸੀ ਉਹਨਾਂ ਨੇ ਤਾਂ ਇਹ ਕਿਹਾ ਵੀ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ। ਦੂਜੀ ਗੱਲ ਮੈਂ ਇਹ ਕਲੀਅਰ ਕਰ ਦਵਾਂ ਵੀ ਉਹ ਮੁੰਡਾ ਜਿਹੜਾ ਉਹਦਾ ਨਾਂ ਆਸ਼ੀਸ਼ ਮਿਸ਼ਰਾ ਆ, ਪਿਓ ਦਾ ਨਾਮ ਮੋਨੂ ਮਿਸ਼ਰਾ ਆ। ਉਹ ਮੇਰਾ ਖਿਆਲ ਜਗਮੋਹਨ ਸਿੰਘ ਜੀ ਉਲਟ ਕਹਿ ਗਏ ਸੀ। ਉਹਦਾ ਅਜੇ ਮਿਸ਼ਰਾ ਉਹਦੇ ਬਾਪ ਦਾ ਨਾਮ ਹੈ, ਆਸ਼ੀਸ਼ ਮਿਸ਼ਰਾ ਉਹਦੇ ਮੁੰਡੇ ਦਾ। ਮੋਨੂ ਉਹਦਾ ਕਹਿੰਦੇ, ਆਸ਼ੀਸ਼ ਮਿਸ਼ਰਾ ਉਹਦਾ ਮੁੰਡੇ ਦਾ ਨਾਮ। ਮਿਸ਼ਰਾ ਮੁੰਡਾ ਆ, ਉੱਥੇ ਤਾਂ ਪੋਸਟਰ ਲੱਗੇ ਹੀ ਅਬ ਕੀ ਬਾਰ ਮੋਨੂ ਭਈਆ। ਬਸ ਉਹ ਆਸ਼ੀਸ਼ ਮਿਸ਼ਰਾ ਚੰਗਾ। ਹਾਂਜੀ, ਆਸ਼ੀਸ਼ ਮਿਸ਼ਰਾ ਉਹਦਾ ਨਾਮ ਆ। ਮੋਨੂ ਮੇਰਾ ਖਿਆਲ ਉਹਦਾ ਨਿਕਨੇਮ ਆ ਸ਼ਾਇਦ ਜਿਹਨੂੰ ਕਹਿੰਦੇ ਆ। ਤੇ ਆਪਣਾ ਸਮਾਂ ਵੀ ਹੋ ਗਿਆ ਆ। ਤੁਸੀਂ ਆਪਣੇ ਵੱਲੋਂ ਕੋਈ ਆਪਣਾ ਸਮਾਂ ਐਕਚੁਅਲੀ 11 ਮਿੰਟ ਉੱਪਰ ਚੱਲ ਰਿਹਾ, ਤੁਸੀਂ ਆਪਣੇ ਵੱਲੋਂ ਕੋਈ ਮੈਸੇਜ ਦੇਣਾ ਚਾਹੋ, ਕੋਈ ਗੱਲ ਕਰਨੀ ਚਾਹੋ ਸੰਗਤ ਨਾਲ ਤੇ ਕਰ ਸਕਦੇ, ਫਿਰ ਆਪਾਂ ਤੁਹਾਡੇ ਕੋਲ ਇਜਾਜ਼ਤ ਲੈ ਲੈਂਦੇ। ਬਸ ਮੇਰਾ ਤਾਂ ਇਹੀ ਹੈ ਕਿ ਵੀ ਸਮੁੱਚੇ ਤੌਰ ਤੇ ਸਾਰੇ ਪੰਜਾਬੀਆਂ ਨੂੰ ਕਿ ਵੀ ਜਿਹੜੇ ਬਹੁਤ ਇਮੋਸ਼ਨਲੀ ਕਨੈਕਟ ਨੇ ਇਸ ਮੂਵਮੈਂਟ ਨਾਲ, ਚੀਜ਼ਾਂ ਤੇ ਬਹੁਤ ਛੇਤੀ ਪ੍ਰਤੀਕਰਮ ਦੇਣ ਨਾਲੋਂ ਥੋੜਾ ਪਹਿਲਾਂ ਤਰਕ ਦੇ ਆਧਾਰ ਤੇ ਸੱਚ ਤੇ ਪਹੁੰਚਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਛੇਤੀ ਪ੍ਰਤੀਕਰਮ ਦੇਣਾ ਕਈ ਵਾਰੀ ਮੋਰਚੇ ਦਾ ਨੁਕਸਾਨ ਕਰ ਜਾਂਦਾ ਹੈ। ਬਿਲਕੁਲ। ਮੈਂ ਛੇਤੀ ਪ੍ਰਤੀਕਰਮ ਤੋਂ ਇੱਕ ਗੱਲ ਜ਼ਰੂਰ ਹੋਰ ਸਾਂਝੀ ਕਰਨੀ ਚਾਹੁੰਦਾ ਵੀ ਸਾਡੇ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਆ ਨਾ, ਪਤਾ ਨਹੀਂ ਉਹਨਾਂ ਦੇ ਹੱਥ ਨਹੀਂ ਟਿਕਦੇ। ਫਟਾਫਟ ਇੱਕ ਬੰਦਾ ਪੋਸਟ ਪਾਉਂਦਾ, ਬਿਨਾਂ ਕਿਸੇ ਕਨਫਰਮੇਸ਼ਨ ਤੋਂ ਅੱਗੋਂ ਸ਼ੇਅਰ ਕਰਨੀ ਸ਼ੁਰੂ ਕਰ ਦਿੰਦੇ। 3 ਦਿਨ ਪਹਿਲਾਂ ਫੇਸਬੁੱਕ ਖੋਲੋ, ਅਸੀਂ ਜਿਹਨੂੰ ਕਹਿੰਦੇ ਵੀ ਹੋ ਚੁੱਕੇ ਆ, ਕੁਛ ਬੰਦਿਆਂ ਨੇ ਤਾਂ ਕੰਮ ਹੀ ਫੜਿਆ ਕਿ ਉਹਨਾਂ ਨੇ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਨੂੰ ਭੰਡਣਾ ਹੀ ਭੰਡਣਾ, ਉਹ ਜਿੱਦਾਂ ਮਰਜ਼ੀ। ਨਹੀਂ ਵੀ ਜੀ, ਖਾਲੀ ਸੰਯੁਕਤ ਮੋਰਚੇ ਦੀ ਨਹੀਂ। ਹੁਣ 3 ਦਿਨ ਪਹਿਲਾਂ ਮਨਮੋਹਨ ਸਿੰਘ ਹੁਣਾਂ ਦੀ ਡੈਥ ਦਾ ਫੇਸਬੁੱਕ ਸਾਰੀ ਭਰਤੀ। ਉਹ ਇੱਕ ਨੇ ਕਿਤੇ ਪਾਤੀ, ਉਹ ਪਾ ਕੇ ਪੋਸਟਾਂ ਕਨਫਰਮ ਕਰਦੇ ਹੀ ਨਹੀਂ ਕਿਸੇ ਨੂੰ ਗੱਲ ਨੂੰ, ਬਸ ਸ਼ੇਅਰ ਕਰਨੀ ਸ਼ੁਰੂ ਕਰ ਦਿੰਦੇ। ਚਲੋ ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ। ਫਿਰ ਕਿਸੇ ਦਿਨ ਆਪਾਂ ਤੁਹਾਨੂੰ ਲੈ ਕੇ ਆਵਾਂਗੇ, ਫਿਰ ਮੋਰਚੇ ਬਾਰੇ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਵਰਿੰਦਰ ਸਿੰਘ ਜੀ, ਮੈਂ ਗੱਲ ਇੱਕ ਹੋਰ ਕੰਪਲੀਟ ਕਰਾਂ ਜਿਹੜੀ ਉਹਨਾਂ ਨੇ ਕਹੀ ਆ। ਉਹ ਕਹਿੰਦੇ ਸੀ ਵੀ ਜਦੋਂ ਲੋਕਲ ਜਿਹੜੇ ਬੰਦੇ ਸੀ ਉਹਨਾਂ ਨੇ ਆਪਣਾ ਮੈਮੋਰੈਂਡਮ ਵੀ ਤਿਆਰ ਕਰ ਲਿਆ ਸੀ, ਜਿਹੜੇ ਲੋਕਲ ਜਿਹਨਾਂ ਨਾਲ ਹੈਪਨ ਹੋਇਆ ਉੱਥੇ, ਤੇ ਉਹਨਾਂ ਨੇ ਆਪਣਾ FIR 'ਚ ਕੀ ਲਿਖਣਾ ਕੀ ਲਿਖਾਉਣਾ ਸਾਰਾ ਕਰਕੇ ਤਿਆਰ ਕਰਕੇ ਦੇ ਦਿੱਤਾ ਸੀ। ਜਿਹੜੀ ਮੁਆਵਜ਼ੇ ਦੀ ਗੱਲ ਹੋਈ ਆ, ਮੁਆਵਜ਼ੇ ਤੇ ਟਕੈਤ ਸਾਹਿਬ ਨੇ ਕਿਹਾ ਵੀ ਮੁਆਵਜ਼ਾ ਜਿਹੜਾ ਆ ਤੁਸੀਂ ਦਿੱਤਾ ਥੋੜਾ ਦਿੱਤਾ ਹੈ, ਵੀ ਮੁਆਵਜ਼ਾ ਇਹਨੂੰ ਵਧਾਓ। ਮਤਲਬ ਇੱਕ ਤਾਂ ਟਕੈਤ ਸਾਹਿਬ ਦੀ ਇੱਥੇ ਸਿਫਤ ਕਰਨੀ ਬਣਦੀ ਆ ਵੀ ਉਹਨਾਂ ਨੇ ਜਿਹੜਾ ਮੁਆਵਜ਼ਾ ਆ, ਕੋਈ ਵੀ ਪਰਿਵਾਰ ਚਲ ਜਾਂਦਾ, ਆਖਿਰ ਆਰਥਿਕ ਮਦਦ ਤਾਂ ਹਰ ਇੱਕ ਨੂੰ ਚਾਹੀਦੀ ਆ। ਕੋਈ ਵੀ ਕੰਮ ਆਰਥਿਕ ਮਦਦ ਤੋਂ ਬਿਨਾਂ ਨਹੀਂ ਹੁੰਦਾ, ਚਾਹੇ ਸਾਡਾ TV ਚੈਨਲ ਹੈ, ਚਾਹੇ ਕੋਈ ਵੀ ਸੰਸਥਾ ਆ, ਉਹ ਆਰਥਿਕ ਮਦਦ ਤੋਂ ਬਗੈਰ ਨਹੀਂ ਚੱਲਦੀ। ਦੂਜੀ ਗੱਲ ਸਿਫਤ ਕਰਨੀ ਬਣਦੀ ਰਵਿੰਦਰ ਸਿੰਘ ਹੁਣਾਂ ਦੀ। ਇਹਨਾਂ ਨੇ ਜਾ ਕੇ ਲੀਗਲ ਪੱਖੋਂ ਦੇਖਿਆ ਉੱਥੇ ਵੀ ਕੀ ਚਾਹੀਦਾ ਆ, ਨਾਲ ਹੋਰ ਵਕੀਲ ਲੈ ਕੇ ਗਏ ਨਾਲ, ਉਹ ਵੀ ਬਹੁਤ ਵਧੀਆ ਜਿਹੜਾ ਸੀਗਾ ਇਹਨਾਂ ਨੇ ਜਾ ਕੇ ਉੱਥੇ ਦੇਖਿਆ। ਹੁਣ ਇਸੇ ਗੱਲ ਤੋਂ ਪਰ ਗਾਹ ਆ ਜੀ ਵੀ ਇਸ ਚੀਜ਼ ਨੂੰ ਦਬਾਉਣ ਵਾਸਤੇ ਹੀ ਅੱਜ ਜੋ ਕਾਂਡ ਹੋਇਆ ਆ, ਇਹ 99.99% ਇਹ ਹੋਇਆ ਆ। ਕਿਸੇ ਵੀਰ ਨੇ ਪੋਸਟ ਪਾਈ ਸੀਗੀ ਵੀ 80% ਲੋਕਾਂ ਨੂੰ ਸਰਬ ਲੋ ਬਾਰੇ ਨਹੀਂ ਪਤਾ। ਮੈਂ ਕਿਹਾ 80 ਨਹੀਂ, 99.99% ਸਿੱਖਾਂ ਨੂੰ ਇਹ
ਨਾਂ ਵੀ ਨਹੀਂ ਪਤਾ ਹੋਣਾ ਵੀ ਸਰਬਲੋ ਹੈ ਕੀ ਹੈ। ਗ੍ਰੰਥ ਦੀ ਤਾਂ ਬਹੁਤ ਬਾਅਦ ਦੀ ਗੱਲ ਆ। ਬਿਲਕੁਲ ਹਾਂਜੀ ਬਿਲਕੁਲ ਜੀ। ਆਪਾਂ ਸ਼ਬਦ ਦੀ ਵਿਚਾਰ ਕਰ ਲਈਏ, ਫਿਰ ਆਪਾਂ ਕਾਲਾਂ ਖੋਲ ਦਾਂਗੇ। ਕਈ ਵਾਰੀ ਕਾਲਰਾਂ ਵਾਸਤੇ ਟਾਈਮ ਘੱਟ ਰਹਿ ਜਾਂਦਾ। ਛੋਟਾ ਜਿਹਾ ਸ਼ਬਦ ਆ ਪਰ ਉਹ ਬਹੁਤ ਰਿਲੇਟ ਕਰਦਾ ਆ ਗੱਲਬਾਤ ਨਾਲ। ਰਾਗ ਮਾਝ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ 140 ਪੰਨੇ ਦੇ ਉੱਤੇ। ਜੇ ਤੁਸੀਂ ਜਗਮੋਹਨ ਸਿੰਘ ਜੀ ਕੱਢਣਾ, ਨਾਨਕ ਅੰਧਾ ਹੋਇ ਕੈ ਦੱਸੇ ਰਾਹੇ ਸਬਦ ਮੁਹਾਏ ਸਾਥੇ। ਨਾਨਕ ਅੰਧਾ ਹੋਇ ਕੈ ਦੱਸੇ ਰਾਹੇ ਸਭ ਸਮਹਾਏ ਸਾਥੇ, ਇਹਦੀ ਲਾਸਟ ਤੋਕਿਆ। ਛੋਟਾ ਜਿਹਾ ਸਲੋਕ ਆ, ਸੋ ਆਪਾਂ ਇਹਦੀ ਵਿਚਾਰ ਕਰਾਂਗੇ, ਨਾਲ ਇੱਕ ਦਾ ਹੋਰ ਸ਼ਬਦ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹਦੇ ਨਾਲ ਇਹ ਸਮਝ ਆ ਜਾਵੇ ਵੀ ਸਾਡਾ ਆਗੂ ਕਿਹੋ ਜਿਹਾ ਹੋਣਾ ਚਾਹੀਦਾ ਗੁਰਬਾਣੀ ਮੁਤਾਬਕ। ਕਿਉਂਕਿ ਆਗੂ ਹੀ ਜਿਹੜੇ ਉਹਦੇ ਪਿੱਛੇ ਲੱਗੇ ਹੁੰਦੇ ਆ, ਜਿਹੜੇ ਉਹਨੂੰ ਫੋਲੋ ਕਰਦੇ ਹੁੰਦੇ ਆ, ਆਗੂ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਨੂੰ ਸਹੀ ਰਾਹ ਦਿਖਾਉਣਾ। ਅਤੇ ਜੇ ਆਗੂ ਹੀ ਭਟਕਿਆ ਹੋਵੇ ਤਾਂ ਫਿਰ ਉਹਨਾਂ ਦੇ ਜਿਹੜੇ ਚੇਲੇ ਹੁੰਦੇ ਆ ਜਾਂ ਉਹਨੂੰ ਜਿਹੜੇ ਫਾਲੋਅਰ ਕਰਦੇ ਹੁੰਦੇ ਆ, ਉਹ ਸਾਰਿਆਂ ਨੂੰ ਹੀ ਮਗਰ ਉਸ ਗਲਤ ਪਾਸੇ ਲਾ ਦਿੰਦਾ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਅੰਨਾ ਆਗੂ ਜੇ ਥੀਏ ਸਭ ਸਾਥ ਮੁਹਾਵੇ, ਉਹਦੇ ਨਾਲ ਹੀ ਰਿਲੇਟਡ ਇਹ ਸ਼ਬਦ ਆ। 140 ਪੰਨੇ ਇਹ ਵੀ ਆਉਂਦਾ ਨਾ ਭਾਜੀ ਵੀ ਗੁਰੂ ਜਿਨ੍ਹਾਂ ਕਾ ਅੰਦਰਲਾ। ਬਿਲਕੁਲ ਬਿਲਕੁਲ ਉਹੀ ਗੱਲ ਆ ਵੀ ਆਗੂ, ਉੱਥੇ ਗੁਰੂ ਆਗੂ ਵਾਸਤੇ ਯੂਜ਼ ਹੋਇਆ ਆ, ਨਾ ਕਿ ਗੁਰੂ ਵਾਸਤੇ ਹੋਇਆ ਆ। ਤੇ ਜਿਹੜੇ ਮਗਰ ਲੱਗਦੇ ਆ ਫਿਰ ਉਹਨਾਂ ਨੇ ਅੰਨੇ ਕਰਮ ਹੀ ਕਰਨੇ ਆ, ਉਹ ਕਿੱਦਾਂ ਸਹੀ ਕਰਮ ਕਰ ਸਕਦੇ ਆ। ਸੋ ਇਹ ਸ਼ਬਦ ਹੈਗਾ ਜਾਹੋ ਨਾਹੀਂ ਤਾਂ ਕਿਆ ਆਖਾਂ, ਜਾਹੋ ਨਾਹੀਂ ਤਾਂ ਕਿਆ ਆਖਾਂ, ਕਿ ਨਾਹੀਂ ਕਿਆ ਹੋਵਾਂ। ਸੋ ਇਹ ਜਿਨ੍ਹਾਂ ਨੇ ਕੱਢਣਾ ਹੈ ਕੱਢ ਲਓ ਸ਼ਬਦ। ਥੋੜ੍ਹਾ ਜਿਹਾ ਮੈਂ ਤੁਹਾਨੂੰ ਸਮਾਂ ਦੇ ਦਿੰਦਾ ਕੱਢਣ ਨੂੰ, ਕਿਉਂਕਿ ਬਹੁਤ ਸਾਰੇ ਵੀਰ ਕਹਿੰਦੇ ਸ਼ਬਦ ਜਾਂ ਪਾ ਦਿਆ ਕਰੋ। ਕਈ ਆਪਣੇ ਵੀਰ ਪਾ ਵੀ ਦਿੰਦੇ ਹੁੰਦੇ ਆ ਉੱਥੇ ਸ਼ਬਦ। ਬਿਲਕੁਲ ਭਜਨ ਸਿੰਘ ਦੇਵ ਉਹਨਾਂ ਨੇ ਆਲਰੇਡੀ ਸ਼ਬਦ ਪਾ ਦਿੱਤਾ ਹੈ। ਜਾਹੋ ਨਾਹੀਂ ਤਾਂ ਕਿਆ ਆਖਾਂ, ਕਹਿ ਨਾਹੀਂ ਕਿਆ ਹੋਵਾਂ। ਕਹਿੰਦੇ ਜਦੋਂ ਮੈਂ ਹਾਂ ਹੀ ਕੁਝ ਨਹੀਂ, ਮੇਰੇ 'ਚ ਹੈ ਹੀ ਕੁਝ ਨਹੀਂ, ਮੇਰੀ ਪਾਵਰ ਹੀ ਕੁਝ ਨਹੀਂ ਆ, ਮੈਂ ਆਪਣੇ ਆਪ ਨੂੰ ਮੰਨੀ ਬੈਠਾ ਆ, ਤੇ ਮੈਂ ਕਿਸੇ ਨੂੰ ਕੀ ਉਪਦੇਸ਼ ਦੇ ਸਕਦਾ ਆ। ਇਹ ਉਸ ਆਗੂ ਤੇ ਡਿਪੈਂਡ ਕਰਦਾ, ਇਹ ਉਹਦੇ ਤੇ ਸ਼ਬਦ ਢੁਕਦਾ ਆ ਜਿਹਨੂੰ ਆਪ ਗਿਆਨ ਨਹੀਂ ਹੈ, ਆਪ ਗਿਆਨਤਾ ਨਾਲ ਭਰਿਆ ਪਿਆ ਆ। ਇੱਕ ਕਰਮ ਕਾਂਡਾਂ ਨੂੰ ਅੱਗੇ ਰੱਖ ਕੇ ਅਸੀਂ ਆਗੂ ਬਣਾ ਦਿੰਦੇ ਆ ਵੀ ਦੇਖਣ ਨੂੰ ਕਿੱਡੇ ਸਰੂਪ ਦੇ ਵਿੱਚ ਆ ਜੀ, ਦੇਖੋ ਬਾਹਰ ਦੀ ਕਿਰਪਾਨ ਪਾਈ ਹੋਈ ਹੈ ਜੀ, ਚੋਲਾ ਲੰਬਾ ਪਾਇਆ ਹੋਇਆ, ਇਹਨੂੰ ਆਗੂ ਬਣਾਉਣਾ। ਕਹਿ ਨਾਹੀਂ ਕਹਿ ਹੋਵਾਂ, ਕਹਿੰਦੇ ਮੈਂ ਕੀ ਉਪਦੇਸ਼ ਕਰਾਂ, ਮੇਰੇ 'ਚ ਤਾਂ ਕੋਈ ਗੁਣ ਹੈ ਹੀ ਨਹੀਂ, ਮੈਂ ਐਵੇਂ ਹੀ ਬਣਿਆ ਫਿਰਦਾ ਆ, ਸਿਰਫ ਬਾਹਰਲਾ ਪਹਿਰਾਵਾ ਪਾ ਕੇ। ਕੀਤਾ ਕਰਨਾ ਕਹਿਆ ਕਥਨਾ, ਭਰਿਆ ਭਰ ਧੋਵਾਂ। ਕਹਿੰਦੇ ਮੈਂ ਤਾਂ ਵਿਕਾਰਾਂ ਨਾਲ, ਗਲਤ ਸੋਚਾਂ ਨਾਲ, ਗਲਤ ਅਗਿਆਨਤਾ ਨਾਲ, ਜਿਹੜੀਆਂ ਗਲਤ ਪਾਸੇ ਲੈ ਕੇ ਜਾਂਦੀਆਂ ਗੱਲਾਂ, ਉਹਦੇ ਨਾਲ ਭਰਿਆ ਪਿਆ ਆ, ਤੇ ਉਹਨੂੰ ਧੋਣ ਦਾ ਯਤਨ ਕਰ ਰਿਹਾ, ਉਹਨੂੰ ਸਫਾਈ ਦਾ ਯਤਨ ਕਰ ਰਿਹਾ। ਤੇ ਪਰ ਮੈਂ ਅੱਗੋਂ ਨਾਲ ਆਗੂ ਬਣਿਆ ਫਿਰਦਾ, ਅੱਗੋਂ ਉਹਨਾਂ ਨੂੰ ਵੀ ਉੱਧਰਲੇ ਪਾਸੇ ਲਾਈ ਜਾਂਦਾ। ਕੀਤਾ ਕਰਨਾ ਕਹਿਆ ਕਥਨਾ, ਭਰਿਆ ਭਰ ਧੋਵਾਂ। ਉਹਨੂੰ ਧੋਣ ਦਾ ਯਤਨ ਕਰਦਾ ਆ ਮੈਂ, ਜੋ ਮੇਰੇ ਅੰਦਰ ਭਰਿਆ ਪਿਆ ਆ ਗਲਤ ਮਲ ਚੀਜ਼ਾਂ। ਆਪ ਨਾ ਬੁੱਝਾਂ, ਆਪ ਤਾਂ ਮੈਨੂੰ ਸਮਝ ਨਹੀਂ ਹੈਗੀ, ਮੈਨੂੰ ਹਾਲੇ ਆਪ ਨੂੰ ਪੂਰਾ ਗਿਆਨ ਨਹੀਂ ਆਇਆ। ਲੋਕ ਬੁਝਾਈ, ਲੋਕਾਂ ਨੂੰ ਮੈਂ ਸਮਝਾ ਰਿਹਾ ਹਾਂ। ਆਪ ਹਾਲੇ ਮੈਨੂੰ ਕਿਸੇ ਟੌਪਿਕ ਦੀ ਸਮਝ ਨਹੀਂ ਆਈ, ਪਰ ਮੈਂ ਉਸੇ ਟੌਪਿਕ 'ਤੇ ਲੋਕਾਂ ਨੂੰ ਗਿਆਨ ਵੰਡ ਰਿਹਾ। ਐਸਾ ਆਗੂ ਹੋਵਾਂ, ਇੱਦਾਂ ਦਾ ਕਹਿੰਦੇ ਮੈਂ ਮਜ਼ਾਕ ਦਾ ਪਾਤਰ ਬਣ ਕੇ ਆਗੂ ਬਣਿਆ ਹੋਇਆ, ਪਰ ਜਿਹੜੀ ਗੱਲ ਦੀ ਮੈਨੂੰ ਖੁਦ ਸਮਝ ਨਹੀਂ, ਉਹ ਮੈਂ ਅੱਗੋਂ ਪ੍ਰਚਾਰ ਰਿਹਾ ਹਾਂ। ਨਾਨਕ ਅੰਧਾ ਹੋਏ ਕਹਿ ਦੱਸੇ ਰਾਹੇ, ਜਿਹੜਾ ਆਪ ਅੰਨਾ ਹੋਵੇ ਤੇ ਉਹ ਅੱਗੋਂ ਕਿਸੇ ਨੂੰ ਰਾਹ ਦੱਸੇ। ਸਬਸ ਮੁਹਾਏ ਸਾਥੇ, ਤੋਂ ਸਾਰੇ ਹੀ ਸਾਥੀਆਂ ਨੂੰ ਫਿਰ ਗਲਤ ਪਾਸੇ ਤੋੜ ਦਿੰਦਾ, ਸਾਰਿਆਂ ਨੂੰ ਲਟਾ ਦਿੰਦਾ ਹੈ। ਉਹਦੇ ਮਗਰ ਜਿੰਨੇ ਲੱਗਦੇ ਆ ਉਹ ਸਾਰੇ ਲੁੱਟੇ ਜਾਂਦੇ, ਕਿਉਂਕਿ ਉਹ ਤਾਂ ਆਪ ਅੰਨਾ ਆ, ਉਹਨੇ ਤੁਹਾਨੂੰ ਕਿੱਥੋਂ ਰਸਤਾ ਦੱਸਣਾ। ਅੱਗੇ ਗਿਆ ਮੂੰਹੇ ਮੂੰਹ ਪਾਹੇ, ਸੋ ਐਸਾ ਆਗੂ ਜਾਪੇ। ਹੁੰਦਾ ਕੀ ਆ ਉਹਦੇ ਨਾਲ, ਕਦੇ ਨਾ ਕਦੀ ਇਵੈਂਚੁਅਲੀ ਜਦੋਂ ਗਾਂਹ ਜਾਂਦਾ ਜ਼ਿੰਦਗੀ ਦੇ ਵਿੱਚ, ਤੇ ਉਹਦੀ ਜਿਹੜੀ ਅਸਲੀਅਤ ਆ ਉਹ ਲੋਕਾਂ ਸਾਹਮਣੇ ਆ ਜਾਂਦੀ, ਫਿਰ ਜੁੱਤੀਆਂ ਹੀ ਪੈਂਦੀਆਂ। ਗੁਰੂ ਸਾਹਿਬ ਕਹਿੰਦੇ, ਗੁਰੂ ਨਾਨਕ ਸਾਹਿਬ ਕਹਿੰਦੇ ਵੀ ਛਿੱਤਰ ਪੈਂਦੇ ਆ ਉਹਨੂੰ, ਜਿਹੜੇ ਬਹੁਤ ਸਾਰਿਆਂ ਨੂੰ ਪੈ ਚੁੱਕੇ ਆ, ਬਹੁਤ ਸਾਰਿਆਂ ਨੂੰ ਪੈ ਰਹੇ ਆ, ਔਰ ਕਈਆਂ ਨੂੰ ਤਾਂ ਮਰਨ ਤੋਂ ਬਾਅਦ ਪਏ ਆ। ਕਈ ਜਦੋਂ ਮਰ ਗਏ ਨਾ, ਲੋਕਾਂ ਨੂੰ ਬਾਅਦ ਸਮਝ ਆਈ ਵੀ ਇਹਦਾ ਬਾਬਾ ਸਾਨੂੰ ਲੁੱਟਦਾ ਹੀ ਰਿਹਾ ਆ, ਇੰਨੇ ਸਾਲ ਸਾਨੂੰ ਠੱਗ ਲਿਆ, ਇੰਨੇ ਸਾਲ ਲੁੱਟ ਲਿਆ। ਸੋ ਇਹ ਜਿਹੜਾ ਕੰਮ ਆ ਸਾਡੀ ਕੌਮ ਦੇ ਵਿੱਚ ਇੰਨਾ ਜ਼ਿਆਦਾ ਚੱਲ ਰਿਹਾ ਆ, ਅਸੀਂ ਬਾਹਰਲੇ ਕੱਪੜੇ ਦੇਖ ਕੇ ਅਗਲੇ ਨੂੰ ਆਗੂ ਬਣਾ ਦਿੰਦੇ ਆ ਵੀ ਇਹ ਬਾਬਾ ਜੀ ਤਾਂ ਜੀ ਧੰਨ ਆ ਜੀ, ਇਹਦੇ ਮਗਰ ਲੱਗ ਜਾਓ। ਇੱਦਾਂ ਹੀ
ਇੱਕ ਸ਼ਬਦ ਮੈਂ ਹੋਰ ਥੋੜ੍ਹਾ ਜਿਹਾ ਸਾਂਝਾ ਕਰਨਾ ਚਾਹੁੰਦਾ। ਉਹ ਗੁਰੂ ਸਾਹਿਬ ਬਹੁਤ ਲੰਬਾ ਸ਼ਬਦ ਹੈ, ਆਪਾਂ ਸਾਰਾ ਤਾਂ ਨਹੀਂ ਕਰ ਸਕਦੇ ਉਹ ਸ਼ਬਦ, ਅਤੇ ਉਹਦੇ ਵਿੱਚੋਂ 2-3 ਤੁੱਕਾਂ ਲਵਾਂਗੇ ਆਪਾਂ। ਇਹ ਹੈਗਾ ਜੀ ਸ਼ਬਦ, ਮੈਂ ਤੁਹਾਨੂੰ ਦੱਸ ਵੀ ਦਿੰਦਾ ਆ। ਰਾਗ ਸੂਹੀ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਹੀ ਆ, 766 ਅੰਕ ਦੇ ਉੱਤੇ। ਅਤੇ ਇਹ ਰਾਗ ਸੂਹੀ ਦੇ ਵਿੱਚ ਬਹੁਤ ਲੰਬੇ ਲੰਬੇ ਸ਼ਬਦ ਆ, ਕਿਉਂਕਿ ਇੱਕ ਇੱਕ ਸ਼ਬਦ ਦੇ 5-5 6-6 ਉਹਦੇ ਪਦੇ ਆ, ਅਤੇ ਉਹਨਾਂ ਦੇ ਅੱਗੋਂ ਫਿਰ 6-6 ਇੱਕ ਦੇ ਵਿੱਚ ਤੁੱਕਾਂ ਆ। ਸੋ ਇਸ ਕਰਕੇ ਬਹੁਤ ਲੰਬਾ ਹੋ ਜਾਂਦਾ, ਪਰ ਉਹਦੇ ਵਿੱਚੋਂ ਮੈਂ ਛੋਟੀ ਜੀ ਤੁੱਕ ਮਾਤਰ, ਤਾਂ ਕਿ ਜਿਹੜੀ ਤੁਸੀਂ ਗੱਲ ਕੀਤੀ ਸੀ ਉਹ ਵੀ ਗੱਲ ਕਲੀਅਰ ਹੋ ਜਾਵੇ। ਅੰਧਾ ਆਗੂ ਜੇ ਥੀਏ ਕਿਉਂ ਪਾਦਰ ਜਾਣੇ। ਉਹ ਕਹਿੰਦੇ ਜੇ ਅੰਨਾ ਆਗੂ ਮਿਲ ਜਾਵੇ ਨਾ ਤੇ ਰਸਤਾ ਤੈਨੂੰ ਕਿੱਦਾਂ ਸਮਝ ਆ ਜਾਊਗਾ, ਤੂੰ ਰਸਤਾ ਨਹੀਂ ਸਮਝ ਸਕਦਾ। ਆਪ ਮੁੱਸੇ ਮਤ ਹੋਸ਼ੀਏ ਕਿਉਂ ਰਾਹ ਪਛਾਣੇ। ਜੇ ਤੈਨੂੰ ਆਪ ਹੀ ਅਕਲ ਨਹੀਂ ਹੈਗੀ, ਤੂੰ ਆਪ ਹੀ ਹੋਸ਼ਾ, ਤੇ ਕਿੱਦਾਂ ਰਾਹ ਲੱਭ ਸਕਦਾ ਆ। ਆਪ ਮੁੱਸੇ ਮਤ ਹੋਸ਼ੀਏ, ਆਪ ਤਾਂ ਹੋਸ਼ੀ ਮਤ ਵਾਲਾ ਆ ਤੂੰ, ਤੈਨੂੰ ਰਾਹ ਕਿਵੇਂ ਮਿਲੂਗਾ। ਕਿਉਂ ਰਾਹ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ। ਜਿਹੜਾ ਹੈ ਹੀ ਅੰਨਾ, ਉਹਦੀ ਮੱਤ ਵੀ ਅੰਨੀ ਹੋਈ ਰਹਿਣੀ ਆ। ਬਿਨ ਨਾਮ ਹਰ ਕੇ ਕਛ ਨਾ ਸੂਝੇ ਅੰਧ ਬੁੱਢੋ ਧੰਦਲੀ। ਜਿੰਨਾ ਚਿਰ ਤੂੰ ਗੁਣਾਂ ਨੂੰ ਧਾਰਨ ਨਹੀਂ ਕਰਦਾ, ਤੈਨੂੰ ਕੁਛ ਨਹੀਂ ਸਮਝ ਆਉਣੀ। ਤੇਰੀ ਜਿਹੜੀ ਮੱਤ ਆ, ਇਹ ਜਿਹੜੀ ਤੂੰ ਦੌੜ ਭੱਜ ਕਰੀ ਜਾਂਦਾ ਨਾ, ਇਹਦੇ 'ਚ ਹੀ ਫਸੇ ਰਹਿਣਾ ਤੂੰ, ਉਹਦੇ ਤੋਂ ਤੂੰ ਨਹੀਂ ਨਿਕਲ ਸਕਦਾ। ਦਿਨ ਰਾਤ ਚਾਨਣ ਚੌਪਜੇ ਸ਼ਬਦ ਗੁਰ ਕਾ ਮਨ ਵਸੇ। ਜਦੋਂ ਗੁਰੂ ਦਾ ਸ਼ਬਦ ਤੇਰੇ ਅੰਦਰ ਵਸ ਜਾਂਦਾ, ਗੁਣ ਤੇਰੇ ਅੰਦਰ ਧਾਰਨ ਹੋ ਜਾਂਦੇ ਆ, ਫਿਰ ਕਹਿੰਦੇ ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹ ਪਾਦਰ ਗੁਰ ਦੱਸੇ। ਉਹਨੇ ਰਸਤਾ ਦੱਸਣਾ। ਜਿਹੜਾ ਗੁਰੂ ਇੱਥੇ ਕਾਹਦੇ ਵਾਸਤੇ ਆਇਆ? ਗਿਆਨ ਵਾਸਤੇ। ਗੁਰ, ਗੱਗੇ ਨੂੰ ਔਂਕੜ, ਰਾਰੇ ਨੂੰ ਔਂਕੜ। ਗੁਰੂ ਦਾ ਗਿਆਨ, ਗੁਰੂ ਦੀ ਮੱਤ, ਜਾਂ ਸਿੱਧਾ ਹੀ ਗੁਰ ਕਹਿ ਲਓ, ਗੁਰੂ ਦਾ ਗੁਰ, ਜਿਹਨੂੰ ਆਪਾਂ ਗੁਰ ਕਹਿ ਦਿੰਦੇ ਹਾਂ ਵੀ ਇੱਕ ਤਕਨੀਕ, ਇੱਥੇ ਟੈਕਨੀਕ ਇਹਨੂੰ ਯੂਜ਼ ਕਰੋ। ਪਾਦਰ ਗੁਰ ਦੱਸੇ, ਉਸ ਤਕਨੀਕ ਨੇ, ਗੁਰੂ ਦੀ ਤਕਨੀਕ ਨੇ ਤੁਹਾਨੂੰ ਰਸਤਾ ਦੱਸਣਾ ਆ, ਫਿਰ ਤੁਸੀਂ ਰਸਤਾ ਲੱਭ ਸਕਦੇ ਆ। ਇਹ 2 ਸ਼ਬਦ ਆਗੂ ਵਾਸਤੇ ਸੀਗੇ, ਮੈਂ ਤਾਂ ਸ਼ੇਅਰ ਕੀਤੇ ਆ। ਮਾੜਾ ਜਿਹਾ ਹੁਣ 4 ਤੁੱਕਾਂ ਦਾ ਭਾਈ ਗੁਰਦਾਸ ਦਾ, ਉਹ ਮੈਂ ਸਿੱਧਾ ਪੜ੍ਹੂੰਗਾ ਹੀ, ਬਹੁਤ ਸਪਸ਼ਟ ਹੈ, ਅਰਥ ਕਰਨ ਦੀ ਲੋੜ ਨਹੀਂ। ਕਾਂ ਕਪੂਰ ਨਾ ਚੱਖੀ ਦੁਰਗੰਧ ਸਿਖਾਵੇ। ਕਹਿੰਦੇ ਕਾਂ ਜਿਹੜਾ ਆ ਉਹ ਕਪੂਰ ਨਹੀਂ ਚੱਖਦਾ ਦੁਰਗੰਧ ਕਰਕੇ। ਹਾਥੀ ਨੀਰ ਨਵਾਲੀਏ ਸਿਰ ਛਾਰ ਉਡਾਵੇ। ਹਾਥੀ ਜਿਹੜਾ ਆ ਉਹਨੂੰ ਨਵਾਲੋ ਤੇ ਬਾਅਦ 'ਚ ਫਿਰ ਆਪਣੇ ਤੇ ਉਹ ਚਿੱਕੜ ਪਾ ਲੈਂਦਾ ਆ। ਤੁੰਮੇ ਅੰਮ੍ਰਿਤ ਸਿੰਜੀਏ ਕੜੱਤਣ ਨਾ ਜਾਵੇ। ਤੁੰਮੇ ਨੂੰ ਤੁਸੀਂ ਜਿੰਨਾ ਮਰਜ਼ੀ ਅੰਮ੍ਰਿਤ ਪਿਲਾ ਦਿਓ, ਉਹਦੇ ਅੰਦਰ ਉਹ ਕੜੱਤਣ ਨਹੀਂ ਜਾ ਸਕਦੀ। ਸਿੰਬਲ ਰੱਖ ਸਰੇਵੀਏ ਫਲ ਹੱਥ ਨਾ ਆਵੇ। ਜਿੰਨਾ ਮਰਜ਼ੀ ਸਿੰਬਲ ਦੇ ਰੁੱਖ ਨੂੰ ਤੁਸੀਂ ਨਾ ਉਹਦੀ ਸੇਵਾ ਕਰੀ ਜਾਓ, ਪਰ ਤੁਹਾਨੂੰ ਫਲ ਨਹੀਂ ਮਿਲਣੇ, ਕਿਉਂਕਿ ਉਹਨੂੰ ਲੱਗਦਾ ਹੀ ਨਹੀਂ ਹੈ। ਨਿੰਦਕ ਨਾਮ ਵਿਹੂਣਿਆ ਸਤ ਸੰਗ ਨਾ ਪਾਵੇ। ਆ ਜਿਹੜਾ ਨਿੰਦਕ ਮਹਿਕਮਾ ਨਾ, ਜਿਹਨਾਂ ਦਾ ਕੰਮ ਹੀ ਇਹ ਆ ਵੀ ਹਰ ਕੰਮ ਦੇ ਵਿੱਚ ਜਿਹੜੀ ਸਿੱਖੀ ਦੇ ਸਿਧਾਂਤ ਆ ਉਹਨਾਂ ਦੀਆਂ ਜੜ੍ਹਾਂ ਕੁਤਰਨੀ ਹੈ, ਉਹਦੇ ਉਲਟ ਗੱਲ ਕਰਨੀ। ਸਤਸੰਗ ਨਾ ਭਾਵੇ ਦਾ ਮਤਲਬ ਇਹ ਆ ਉਹ ਸਤਸੰਗ ਨਹੀਂ ਕਰ ਸਕਦੇ, ਉਹ ਇਕੱਠੇ ਹੋ ਕੇ ਵਿਚਾਰ ਨਹੀਂ ਕਰ ਸਕਦੇ, ਉਹ ਗੱਲਬਾਤ ਨਹੀਂ ਕਰ ਸਕਦੇ। ਅੰਨਾ ਆਗੂ ਜੇ ਥੀਏ ਸਭ ਸਾਥ ਮੁਹਾਵੇ। ਜੇ ਅੰਨਾ ਆਗੂ ਮਿਲ ਜਾਵੇ ਤੇ ਸਾਰਿਆਂ ਨੂੰ ਨਾਲਦਿਆਂ ਨੂੰ ਵੀ ਡੁਬੋ ਦਿੰਦਾ ਆ, ਸਾਰਿਆਂ ਦਾ ਸੱਤਿਆਨਾਸ਼ ਮਾਰ ਦਿੰਦਾ ਆ। ਸੋ ਆਗੂ ਭਾਈ ਜਦੋਂ ਤੁਸੀਂ ਲੱਭਣਾ ਆ ਕੋਈ, ਪਹਿਲੀ ਗੱਲ ਤਾਂ ਸਿੱਖ ਨੂੰ ਹੁਕਮ ਆ ਵੀ ਤੇਰਾ ਆਗੂ ਸਿਰਫ ਔਰ ਸਿਰਫ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਣਾ ਚਾਹੀਦਾ। ਅਤੇ ਜੇ ਤੁਹਾਡਾ ਉਹ ਆਗੂ ਆ, ਤੁਹਾਨੂੰ ਪਤਾ ਆ ਵੀ ਤੁਹਾਡਾ ਆਗੂ ਸਹੀ ਹੈ। ਪਰ ਜੇ ਹੁਣ ਤੁਹਾਡਾ ਆਗੂ ਹੀ ਸਰਬ ਲੋਕ ਗ੍ਰੰਥ ਆ, ਜਾਂ ਤੁਹਾਡਾ ਆਗੂ ਹੀ ਦਸਮ ਗ੍ਰੰਥ ਆ, ਤੇ ਫਿਰ ਭਾਈ ਤੁਹਾਡਾ ਕੁਛ ਨਹੀਂ ਹੋ ਸਕਦਾ। ਮੈਂ ਨਹੀਂ ਕਹਿ ਰਿਹਾ, ਗੁਰੂ ਸਾਹਿਬ ਕਹਿ ਰਹੇ ਆ। ਹਾਂਜੀ ਜਗਮੋਹਨ ਸਿੰਘ ਜੀ। ਹਾਂਜੀ, ਜਿਹੜੇ ਵੀਰ ਵੀ ਸਾਨੂੰ ਕਾਲ ਕਰਨਾ ਚਾਹੁੰਦੇ ਆ ਉਹ ਸਾਨੂੰ ਕਾਲ ਕਰ ਸਕਦੇ ਆ। ਕੈਨੇਡਾ ਦਾ ਨੰਬਰ ਹੈਗਾ 778 300 1000, ਤੇ ਜੇ WhatsApp ਤੇ ਕਾਲ ਕਰਨਾ 805 432 6668। ਸੋ ਇਹਨਾਂ ਨੰਬਰਾਂ ਤੇ ਕਾਲ ਕਰ ਸਕਦੇ ਆ। ਲਾਸ ਐਂਜਲਸ ਵਾਲਾ ਨੰਬਰ ਜਿਹੜਾ ਸਾਡਾ ਹੈਗਾ ਆ ਉਹ ਹੈਗਾ ਆ 805 ਸਕਰੀਨ ਦੇ ਉੱਪਰ ਆ ਰਿਹਾ ਆ 805 668 4100। ਇਹਨਾਂ ਤੇ ਸਾਨੂੰ ਕੋਈ ਵੀ ਕਾਲ ਕਰ ਸਕਦਾ ਆ। ਅਸੀਂ ਤੁਹਾਡੀ ਕਾਲ ਲੈਣ ਨੂੰ, ਤੁਹਾਡਾ ਪ੍ਰਤੀਕਰਮ ਜਾਣਨ ਨੂੰ ਜ਼ਰੂਰ ਸਾਂਝਾ ਕਰੋ, ਪਰ ਸੰਖੇਪ ਦੇ ਵਿੱਚ ਜ਼ਰੂਰ ਹਰ ਬੰਦਾ ਆਪਣੀ ਜਿਹੜੀ ਆ ਗੱਲ ਰੱਖੇ। ਦੂਜੀ ਗੱਲ ਭਾਜੀ ਆ ਰਹੀ ਸੀ ਗੁਰੂ ਦੇ ਬਾਰੇ, ਜਾਂ ਆਪਾਂ ਗੱਲ ਕਰ ਰਹੇ ਸੀ ਆਗੂਆਂ ਬਾਰੇ। ਇਹ ਰਮਿੰਦਰ ਸਿੰਘ ਹੁਣ ਜਾ ਚੁੱਕੇ ਆ। ਸਿਫਤ ਕਰਨੀ ਬਣਦੀ ਆ ਜਿਹੜੇ ਬੰਦੇ ਵਾਕਿਆ ਹੀ ਲੀਡਰ ਮਤਲਬ ਹੁੰਦਾ ਕਿ ਲੀਡ ਕਰਨਾ। ਫੌਜ ਦੇ ਵਿੱਚ ਜਦੋਂ ਤੁਸੀਂ ਭਰਤੀ ਹੁੰਦੇ ਆ, ਸਿਪਾਹੀ ਜਿਹੜੇ ਹੁੰਦੇ ਉਹ ਵੀ ਲੜਦੇ ਆ, ਤੇ ਜਿਹੜਾ ਜਰਨੈਲ ਹੁੰਦਾ ਉਹ ਵੀ ਲੜਦਾ ਆ। ਫੌਜ ਦੇ ਵਿੱਚ ਇਹ ਅਸੂਲ ਆ ਕਿ ਉੱਦਾਂ ਚਾਹੇ ਫੌਜੀ ਅਫਸਰ ਜੋ ਮਰਜ਼ੀ ਕਰਨ, ਪਰ ਜਦੋਂ ਜੰਗ ਹੁੰਦੀ ਆ ਜਾਂ ਪੈਦਲ ਇਨਫੈਂਟਰੀ ਚੱਲਦੀ ਆ, ਅਫਸਰ ਸਭ ਤੋਂ ਮੂਹਰੇ ਚੱਲਦਾ ਆ। ਲੀਡਰ ਉਸ ਟਾਈਮ ਉਹ ਲੀਡਰ ਹੁੰਦਾ ਆ।
ਉਹ ਚਾਹੇ ਜਿੰਨਾ ਮਰਜ਼ੀ ਉਹਨੇ ਆਰਾਮ ਫਰਮਾਇਆ ਹੋਵੇ, ਜ਼ਿੰਦਗੀ ਜੋ ਮਰਜ਼ੀ ਕੀਤਾ ਹੋਵੇ, ਪਰ ਉਸ ਟਾਈਮ ਉਹ ਸਾਰਿਆਂ ਨੂੰ ਅੱਗੇ ਹੁੰਦਾ ਆ। ਜਦਕਿ ਪੁਲਿਸ ਦੇ ਵਿੱਚ ਇੱਦਾਂ ਨਹੀਂ ਹੁੰਦਾ। ਪੁਲਿਸ ਦੇ ਵਿੱਚ ਪਹਿਲਾਂ ਸਿਪਾਹੀ ਹੁੰਦੇ ਆ ਤੇ ਜਿਹੜਾ SSP ਜਾਂ DSP ਉਹ ਪਿੱਛੇ ਬੈਠੇ ਹੁੰਦੇ ਆ, ਬਾਅਦ ਚ ਆਉਂਦੇ ਆ। ਪਰ ਫੌਜ ਦੇ ਵਿੱਚ ਇਹ ਅਸੂਲ ਆ। ਸੋ ਕਿਸਾਨਾਂ ਨੇ ਵੀ ਜਿਹੜੀ ਲੀਡਰਸ਼ਿਪ, ਇਹ ਨਹੀਂ ਵਧੀਆ ਤਰੀਕੇ ਨਾਲ ਲੀਡਰਸ਼ਿਪ ਨੂੰ ਹੈਂਡਲ ਕੀਤਾ। ਹੁਣ ਜਿਹੜਾ ਤੁਸੀਂ ਗੱਲ ਕਰਦੇ ਸੀ ਨੈਰੇਟਿਵ ਸਰਜਣ ਦੀ, ਜਿੱਦਾਂ ਮੋਦੀ ਦਾ IT ਸੈੱਲ ਇੰਡੀਆ ਦੇ ਵਿੱਚ ਬੈਠਾ ਆ, ਉਹਦਾ ਇੱਕ IT ਸੈੱਲ ਇੱਥੇ ਵੀ ਬੈਠਾ ਆ, ਜਿਹੜਾ ਕਿ ਬਿਲਕੁਲ ਨਿਰੰਤਰ, ਦੇਖੋ ਮੈਂ ਕਈ ਦੇਖ ਰਿਹਾ ਸੀ, ਆਹ ਆਪਣਾ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਵਾਲਾ ਹੋ ਗਿਆ ਜਾਂ ਕਈ ਹੋ ਗਏ, ਚੁੱਪ ਚਪੀਤੇ ਬੈਠੇ ਸੀਗੇ 4-5 ਮਹੀਨੇ ਹੋ ਗਏ। ਜਦੋਂ ਆਹ ਨਿਹੰਗਾਂ ਵਾਲੀ ਘਟਨਾ ਵਾਲੀ, ਸਾਰੇ ਹੀ ਜਿੱਦਾਂ ਖੁੱਡਾਂ ਚੋਂ ਨਿਕਲ ਕੇ ਬਾਹਰ ਆ ਕੇ ਆਪਣੀਆਂ ਮਤਲਬ ਉਸੇ ਟਾਈਮ ਕਿਸਾਨਾਂ ਦੇ ਖਿਲਾਫ, ਮੋਰਚੇ ਦੇ ਖਿਲਾਫ, ਲੀਡਰਾਂ ਦੇ ਖਿਲਾਫ ਆਪਣੀ ਜਹਿਦ, ਦੇਖੋ ਜੀ ਹੁਣ ਕਾਮਰੇਡਾਂ ਨੂੰ ਕੋਈ ਫਰਕ ਨਹੀਂ ਪੈਣਾ, ਫਲਾਣੇ ਨੂੰ ਕੋਈ ਫਰਕ ਨਹੀਂ ਪੈਣਾ, ਉਹ ਇਹ ਮਤਲਬ ਆਪਣੀ ਪੂਰੀ ਜ਼ਹਿਰ ਜਿਹੜੀ ਵਾਰ ਕੱਢਦੇ ਆ। ਇੱਦਾਂ ਹੀ ਕੁਛ ਰਾਈਟਰਾਂ ਦੇ ਮੈਂ ਪੜ੍ਹਿਆ ਲੇਖ, ਬੜਬੜੀਆਂ ਉਹ ਲਿਖਦੇ ਆ, ਬੜੇ ਤਜਵੇ ਮਾਰਦੇ ਸਿੱਖੀ ਦੇ, ਪਰ ਉਹਨਾਂ ਦੇ ਲੇਖਾਂ ਚੋਂ ਵੀ ਇੱਕ ਜ਼ਹਿਰ, ਮਤਲਬ ਜ਼ਹਿਰ ਜਿਹੜੀ ਹੁੰਦੀ ਨਾ, ਤੁਹਾਡੀ ਲੇਖਣੀ 'ਚ ਪਤਾ ਲੱਗ ਜਾਂਦਾ ਵੀ ਤੁਸੀਂ ਇੱਥੇ ਅੰਮ੍ਰਿਤ ਲਿਖ ਰਹੇ ਆ ਕਿ ਜ਼ਹਿਰ ਲਿਖ ਰਹੇ ਆ। ਸ਼ਬਦਾਂ ਦੇ ਵਿੱਚੋਂ ਹੀ ਤੁਹਾਡੀ ਜਿਹੜੀ ਆ ਅੰਦਰਲੀ ਭੜਾਸ, ਤੁਹਾਡੀ ਅੰਦਰਲੀ ਨਫ਼ਰਤ ਜਿਹੜੀ ਨਜ਼ਰ ਆਉਂਦੀ ਆ। ਹੁਣ ਸਾਡੀ ਕੋਈ ਨਿਹੰਗ ਸਿੰਘਾਂ ਨਾਲ ਨਫ਼ਰਤ ਥੋੜ੍ਹੋ ਆ, ਅਸੀਂ ਉਹਨਾਂ ਦੇ ਜਿਹੜੇ ਕਾਰਨਾਮੇ ਕਰਦੇ ਆ ਉਹ ਲੋਕਾਂ ਮੂਹਰੇ ਉਜਾਗਰ ਕੀਤੇ ਆ ਵੀ ਆਹ ਕਾਰਨਾਮੇ ਇਹ ਸਹੀ ਨਹੀਂ ਆ। ਗੁਰੂ ਦੀ ਅਸਲੀ ਬੇਅਦਬੀ ਅਸੀਂ ਬਾਰ-ਬਾਰ ਕਹਿੰਦੇ ਆ, ਗੁਰੂ ਦਾ ਸ਼ਬਦ ਨਾ ਮੰਨਣਾ, ਗੁਰੂ ਦੇ ਕਹਿਣਾ ਨਾ ਮੰਨਣਾ ਹੀ ਗੁਰੂ ਦੀ ਬੇਅਦਬੀ ਆ। ਤੇ ਸਭ ਤੋਂ ਵੱਡੀ ਬੇਅਦਬੀ ਤਾਂ ਇਹ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਰਬਲੋ ਜਾਂ ਬਚਿੱਤਰ ਨਾਟਕ ਪ੍ਰਕਾਸ਼ ਕੀਤੇ ਆ। ਤੀਜੀ ਗੱਲ, ਕੀ ਭਨਿਆਰੇ ਵਾਲਾ, ਕੀ ਸੱਚੇ ਸੌਦੇ ਵਾਲਾ, ਜਦੋਂ ਇੰਨੇ ਕੰਮ ਹੋਏ ਉਹਦੇ ਵਿੱਚ ਸਾਡੇ ਨਿਹੰਗ ਸਿੰਘ ਕਿੱਥੇ ਸੀ? ਈਵਨ ਜਿਹੜਾ ਸਾਡੇ ਖਾੜਕੂਆਂ ਨੇ ਸੰਘਰਸ਼ ਵਿੰਨਿਆ ਸੀ ਪੰਜਾਬ ਦੇ ਵਿੱਚ, ਉਦੋਂ ਨਿਹੰਗ ਸਿੰਘ ਕਿੱਥੇ ਸੀ ਸਾਰੇ? ਉਦੋਂ ਤਾਂ ਇਹਨਾਂ ਦਾ ਤਾਂ ਕੋਈ ਅੱਗਾ ਪਿੱਛਾ ਵੀ ਨਹੀਂ ਸੀ, ਨਾ ਵੀ ਇਹਨੂੰ ਕਹਿੰਦੇ ਅਸੀਂ ਡਰਦੇ ਨਹੀਂ, ਸਾਡੇ ਤੇ ਕੋਈ ਕਾਨੂੰਨ ਨਹੀਂ ਚੱਲਦਾ। ਤੁਸੀਂ ਇਹ ਵੀ ਬਿਆਨ ਸੁਣਿਆ ਇੱਕ ਨਿਹੰਗ ਸਿੰਘ ਦਾ, ਕਹਿੰਦਾ ਸਾਡੇ ਤੇ ਕੋਈ ਕਾਨੂੰਨ ਨਹੀਂ ਚੱਲਦਾ, ਅਸੀਂ ਇੱਥੇ ਬੈਠੇ ਆ। ਜੇ ਤੁਹਾਡੇ ਤੇ ਕਾਨੂੰਨ ਨਹੀਂ ਚੱਲਦਾ, ਇੱਥੇ ਤਾਂ ਸਿੱਖ ਜਿਹੜੇ ਕਿਸਾਨ ਆ ਹਰ ਇੱਕ ਧਰਮ ਦੇ ਬੈਠੇ ਆ, ਔਰ ਉਹ ਆਪਣੇ ਹੱਕ, ਆਪਣੀ ਜ਼ਮੀਨ ਦੇ ਕਾਨੂੰਨਾਂ ਵਾਸਤੇ ਬੈਠੇ, ਕਾਨੂੰਨ ਲੈਣ ਲਈ। ਤੁਹਾਡੇ ਤੇ ਕਾਨੂੰਨ ਨਹੀਂ ਚੱਲਦਾ, ਤੁਸੀਂ ਘਰ ਨੂੰ ਜਾਓ। ਸੋ ਸਾਡੇ ਲੋਕ ਬਸ ਇੰਨਾ ਆ ਵੀ ਬਿਲਕੁਲ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਵੱਧ ਜਿਹੜਾ ਆ ਇਸ਼ਨਾਨ ਤੇ ਚੁੱਪੀ, ਜਿਹੜੇ ਚੁੱਪ ਧਾਰਦੇ ਉਹਨਾਂ ਤੇ ਭੇਖ ਤੇ ਚੋਟ ਮਾਰੀ ਆ। ਤੇ ਸਾਡੇ ਲੋਕ ਸਭ ਤੋਂ ਵੱਧ ਇਹਨਾਂ ਚੀਜ਼ਾਂ ਦੇ, ਜਿਹੜਾ ਭੇਖੀ ਬੰਦਾ ਹੁੰਦਾ ਉਹਦਾ ਭੇਖ ਦੇਖ ਕੇ ਹੀ ਉਹਦੇ ਪਿੱਛੇ ਲੱਗ ਪੈਂਦੇ। ਜਿੱਦਾਂ ਤੁਸੀਂ ਕਿਹਾ ਨਾ ਵੀ ਜਦੋਂ ਭੇਖ ਦੇਖਿਆ, ਭੇਖ ਦੇ ਤੋਂ ਪ੍ਰਭਾਵਿਤ ਹੋ ਗਿਆ ਵੀ ਚੋਲਾ ਪਾਇਆ, ਐ ਪਾਇਆ ਆ, ਗਾਤਰਾ ਹੱਥ ਵੀ ਜਿਹੜੇ ਆ ਉਹ ਮਤਲਬ ਆਪਣਾ ਚੇਲੇ ਧਵਾਉਣ ਡਏ ਆ, ਥੱਲੇ ਚਾਦਰ ਵਿਛੀ ਆ, ਹਨਾ, ਚਿੱਟੇ ਰੰਗ ਦੇ ਬੂਟ ਪਾਏ ਆ, ਚਿੱਟੀਆਂ ਜਰਾਬਾਂ ਪਾਈਆਂ ਆ। ਇਹ ਦੇਖ ਕੇ ਤੇ ਇੱਕ ਕਿਸਾਨ ਜਿਹੜਾ ਆ, ਜਿਹੜਾ ਸਵੇਰ ਤੋਂ ਸ਼ਾਮ ਤਾਈਂ ਖੱਤਿਆਂ ਦੇ ਵਿੱਚ ਇਹਦੀਆਂ ਵਿਆਈਆਂ ਵੀ ਪਾੜ ਜਾਂਦੀਆਂ ਆ, ਉਹ ਅਨਾਜ ਪੈਦਾ ਕਰਕੇ ਇਹ ਚਿੱਟੀਆਂ ਜਰਾਬਾਂ ਪਾ ਕੇ ਭੇਜ ਦਿੰਦੇ ਆਪਣੇ ਬੰਦੇ ਵੀ ਜਾਓ ਜਾ ਕੇ 2 ਬੋਰੀਆਂ ਚੱਕ ਲਿਆਓ ਦੇ ਘਰੋਂ। ਸਾਡੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਕਿਰਤ ਦਾ ਅਸੂਲ ਦਿੱਤਾ ਆ, ਤੇ ਕਿਰਤੀ ਬੰਦੇ ਹੀ ਸੰਤ ਹੁੰਦੇ ਆ, ਨਾ ਕਿ ਵਿਹਲੜ ਬੰਦੇ ਚਿੱਟੀਆਂ ਜਰਾਬਾਂ ਪਾ ਕੇ ਬੜੇ ਗੱਡੀਆਂ ਰੱਖ ਕੇ ਉਹ ਆਪਣੇ ਆਪ ਨੂੰ ਸੰਤ ਕਹਾਉਂਦੇ। ਉਹ ਸੰਤ ਨਹੀਂ ਹੁੰਦੇ, ਉਹ ਵਿਹਲੜੇ ਧਾਨ ਖਾਣ ਵਾਲੇ ਲੋਕ ਹੋ ਸਕਦੇ ਆ, ਪਰ ਉਹ ਸੰਤ ਨਹੀਂ ਹੋ ਸਕਦੇ, ਉਹ ਕਿਸੇ ਦਾ ਭਲਾ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੇ ਪਹਿਲਾਂ ਜੇ ਪੈਸਾ ਆ ਆਪਣੀ ਐਸ਼ੋ ਆਰਾਮ ਦੇਖਣੀ ਵੀ ਸਾਡਾ ਐਸ਼ੋ ਆਰਾਮ ਦੇ ਵਿੱਚ ਕੋਈ ਫਰਕ ਨਾ ਪੈ ਜਾਏ। ਹਾਂਜੀ ਭਾਜੀ, ਬਿਲਕੁਲ ਜੀ। ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਬਾਹਰਲਾ ਭੇਖ, ਬਾਹਰਲਾ ਵੇਸ ਦੇਖ ਕੇ ਅਸੀਂ ਬਹੁਤ ਛੇਤੀ ਪ੍ਰਭਾਵਿਤ ਹੋ ਜਾਂਦੇ ਹਾਂ, ਖਾਸ ਕਰਕੇ ਜਦੋਂ ਸਾਡੇ ਅੰਦਰ ਅਨਪੜ੍ਹਤਾ ਹੁੰਦੀ ਆ, ਅਸੀਂ ਗਿਆਨ ਨਹੀਂ ਲਿਆ ਹੁੰਦਾ। ਸਾਡੇ ਤਾਂ ਹੁਣ ਤੱਕ ਮੈਂ ਦੇਖਦਾ ਰਿਹਾ ਹਾਂ ਵੀ ਗੁਰਦੁਆਰੇ ਜਾ ਕੇ ਹਰ ਰੋਜ਼ ਜਾਣ ਵਾਲੇ ਜਾਂ ਹਰ ਵੀਕਐਂਡ ਦੇ ਜਾਣ ਵਾਲੇ ਇਹਨਾਂ ਕੰਟਰੀਆਂ ਦੇ ਵਿੱਚ, ਉਹਨਾਂ ਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਨੂੰ ਖੋਲ੍ਹ ਕੇ ਨਹੀਂ ਪੜ੍ਹਿਆ। ਜਿਹੜੇ ਹਰ ਰੋਜ਼ ਜਾ ਕੇ ਸਿਰਫ ਮੱਥਾ ਟੇਕਣ ਜਾਂਦੇ ਆ। ਸ਼ਰਧਾ ਦੀ ਸਾਡੀ ਕੌਮ 'ਚ ਕਮੀ ਨਹੀਂ ਆ, ਪਰ ਸ਼ਰਧਾ ਨਾਲ ਤੁਹਾਡਾ ਪਾਰ ਉਤਾਰਾ ਨਹੀਂ ਹੋਣਾ। ਤੁਹਾਡਾ ਪਾਰ ਉਤਾਰਾ ਉਹਦੇ ਵਿੱਚ ਜੋ ਲਿਖਿਆ ਉਹਨੂੰ ਪੜ੍ਹ ਕੇ ਸਮਝ ਕੇ ਉਹਦੇ ਉੱਤੇ ਚੱਲਣ ਨਾਲ ਹੋਣਾ ਹੈ। ਗੁਰੂ ਸਾਹਿਬ ਕਹਿੰਦਾ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਕੋਈ ਸ਼ੱਕ ਨਹੀਂ, ਉਹ ਅੰਮ੍ਰਿਤ ਹੈਗਾ ਗੁਰੂ ਕੋਲ ਹੀ ਆ, ਪਰ ਉਹ ਮਿਲਣਾ ਕਿਵੇਂ ਆ? ਕਹਿੰਦੇ ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਹੀਂ ਜੀਓ। ਆਹ ਚੀਜ਼ਾਂ ਛੱਡ ਪਰਖੀ ਅਸੀਂ ਛੱਡੀਆਂ।
ਅਸੀਂ ਤਾਂ ਸਾਰਾ ਜ਼ੋਰ ਹੀ ਬੇਸ ਤੇ, ਭੇਖ ਤੇ ਜਾਂ ਚਤਰਾਈ ਤੇ, ਤਿੰਨੇ ਚੀਜ਼ਾਂ ਤੇ ਲਾਇਆ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਕਿਤੇ ਟਿਕਿਆ ਰਹਿ ਮਨਾ, ਕਿਤੇ ਜਾਈ ਨਾ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਪਰ ਅਸੀਂ ਤਾਂ ਉਹ ਬ੍ਰਾਹਮਣ ਵਾਂਗੂ ਜਾਂ ਮੁਸਲਮਾਨ ਧਰਮ ਇਸਲਾਮ ਵਾਂਗੂ ਕਿਤੇ ਹੋਰ ਲੱਭਦੇ ਰਹੇ। ਜੇ ਇਸਲਾਮ ਧਰਮ ਦੇ ਵਿੱਚ ਮੱਕੇ ਲੱਭਦਾ ਆ ਜਾ ਕੇ ਰੱਬ ਨੂੰ, ਤੇ ਅਸੀਂ ਵੀ ਤਾਂ ਗੁਰਦੁਆਰਿਆਂ 'ਚ ਲੱਭ ਰਹੇ ਹਾਂ। ਤੇ ਜੇ ਹਿੰਦੂ ਧਰਮ ਦੇ ਵਿੱਚ ਉਹ ਮੂਰਤੀ ਵਿੱਚ ਲੱਭਦਾ ਆ, ਤੇ ਅਸੀਂ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੂਰਤੀ ਕ੍ਰੀਏਟ ਕਰਕੇ ਗੁਰੂ ਦੀ ਫੋਟੋਆਂ ਦੇ ਰੂਪ ਦੇ ਵਿੱਚ ਉਹਦੇ ਵਿੱਚੋਂ ਮੱਥੇ ਟੇਕੀ ਜਾਂਦੇ ਹਾਂ, ਉਹਨੂੰ ਉਹਦੇ 'ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਫਰਕ ਕੁਝ ਨਹੀਂ ਹੈ, ਕੋਈ ਖਾਸ ਫਰਕ ਨਹੀਂ। ਅਸੀਂ ਸਿਰਫ ਨਾਮ ਬਦਲ ਦਿੱਤਾ ਆ, ਅਸੀਂ ਉਹਨੂੰ ਨਾਮ ਸਿੱਖੀ ਦੇ ਦਿੱਤਾ ਆ। ਪਰ ਜਿਹੜਾ ਸਿੱਖੀ ਸਿਧਾਂਤ ਸੀ, ਬਾਰ-ਬਾਰ ਕੂਕ ਕੇ ਤੁਹਾਨੂੰ ਕਰ ਰਿਹਾ ਆ, ਜਿਹੜਾ ਕਹਿ ਰਿਹਾ ਵੀ ਤੇਰੇ ਅੰਦਰ ਹੀ ਰੱਬ ਆ, ਤੇਰੇ ਅੰਦਰ ਹੀ ਰੱਬ ਆ, ਇੱਥੋਂ ਹੀ ਨਿਕਲਣਾ, ਇੱਥੋਂ ਹੀ ਪੈਦਾ ਕਰਨਾ ਆ, ਹੋਰ ਕੋਈ ਰੱਬ ਨਹੀਂ ਆ ਜਿਹੜਾ ਬਾਹਰ ਬੈਠਾ। ਪਰ ਨਹੀਂ, ਜਿਹੜਾ ਉਹਨੂੰ ਕਹਿੰਦਾ ਨਾ ਵੀ ਬਾਹਰ ਰੱਬ ਨਹੀਂ ਹੈਗਾ, ਉਹਦੇ ਗਲ ਪੈ ਜਾਂਦੇ ਆ, ਤੁਸੀਂ ਤਾਂ ਰੱਬ ਨੂੰ ਮੰਨਦੇ ਨਹੀਂ। ਉਹ ਭਰਾ ਮੈਂ ਨਹੀਂ, ਗੁਰੂ ਨਾਨਕ ਨਹੀਂ ਮੰਨਦਾ ਉਸ ਰੱਬ ਨੂੰ, ਗੁਰੂ ਨਾਨਕ ਪਾਤਸ਼ਾਹ ਨਹੀਂ ਮੰਨਦੇ ਉਸ ਰੱਬ ਨੂੰ। ਉਹ ਬਾਰ-ਬਾਰ ਤੈਨੂੰ ਕਹਿ ਰਿਹਾ ਵੀ ਇੱਥੇ ਬੈਠਾ ਤੇਰੇ ਅੰਦਰ। ਹੋਰ ਇਹਦਾ ਕੀ ਮਤਲਬ ਹੁੰਦਾ? ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੇ ਜੀਓ। ਕਿੰਨੇ ਸ਼ਬਦ ਆ ਕਬੀਰ ਦੇ, ਆਪਾਂ ਪਿਛਲੇ ਹਫ਼ਤੇ ਕੀਤਾ, ਉਸ ਤੋਂ ਪਹਿਲਾਂ ਕੀਤਾ, ਜਿੱਥੇ ਗੱਲ ਹੀ ਉੱਥੇ ਆ ਕੇ ਹੁੰਦੀ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਸਾਹਿਬ ਸਦਾ ਹਦੂਰ ਹੈ, ਸਾਹਿਬ ਸਦਾ ਹਦੂਰ ਹੈ, ਕਿਉਂ ਉੱਚੀ ਕਰੇ ਪੁਕਾਰ। ਬਿਲਕੁਲ। ਕਬੀਰ ਸਾਹਿਬ ਕਹਿੰਦੇ ਆ ਨਾ ਮੁੱਲਾ ਮਿਨਾਰੇ ਕਿਆ ਚੜੇ, ਸਾਈ ਨਾ ਬਹਿਰਾ ਹੋਏ, ਜਿਸ ਕਾਰਨ ਤੂੰ ਵਾਂਗਦੇ ਬਿਲਹੀ ਭੀਤਰ ਸੋਏ। ਕਿੰਨੇ ਸ਼ਬਦ ਆ ਕਿ ਗੁਰੂ ਪਾਤਸ਼ਾਹ ਕਹਿੰਦੇ ਵੀ ਭਾਈ ਤੇਰੇ ਅੰਦਰ ਹੈ ਰੱਬ, ਤੂੰ ਉਹਦੇ ਗੁਣ ਧਾਰਨ ਕਰਨੇ ਕਰਕੇ ਚੰਗੇ ਕਰਮ ਕਰਨੇ ਆ। ਕੋਈ ਫਰਕ ਨਹੀਂ ਸਮਝਣਾ ਵੀ ਆਹ ਕਿਸੇ ਜਾਤ ਪਾਤ ਬਰਾਦਰੀ ਕਿਸੇ 'ਚ ਫਰਕ ਨਹੀਂ ਸਮਝਣਾ। ਜਦੋਂ ਇਹ ਆਪਾਂ ਚੀਜ਼ਾਂ ਆਪਾਂ ਨੂੰ ਪੱਲੇ ਪੈ ਗਈਆਂ, ਆਪਣੇ ਸਮਝ ਆ ਗਈਆਂ, ਆਪਾਂ ਸਿੱਖੀ ਦੀ ਲਹਿ ਤੇ ਸਿੱਖੀ ਦੇ ਸਿਧਾਂਤ ਤੇ ਤੁਰ ਪਏ। ਗਾਂ ਹੋ ਗੁਰਬਾਣੀ ਪੜ੍ਹ ਕੇ ਸਮਝ ਕੇ ਹੋਰ ਆਪਾਂ ਗਾਂ ਤੋਂ ਗਾਂ ਇਹਦੇ ਵਿੱਚ ਤਰੱਕੀ ਕਰਨੀ ਆਪਣੀ। ਹਾਂਜੀ ਭਾਜੀ ਬਿਲਕੁਲ ਜੀ। ਗੁਰੂ ਅਰਜਨ ਪਾਤਸ਼ਾਹ ਨਹੀਂ ਕਹਿੰਦੇ ਸਭ ਕਿਛ ਘਰ ਮਾਹੇ, ਬਾਹਰ ਨਾਹੀਂ ਬਾਹਰ ਟੋਲੇ, ਸੋ ਭਰਮ ਭੁਲਾਈ। ਜਿਹੜਾ ਬਾਹਰ ਲੱਭਦਾ ਫਿਰਦਾ ਤੂੰ ਭਰਮ 'ਚ ਫਸਿਆ ਹੋਇਆ ਆ। ਉਹਦਾ ਤਾਂ ਉਸੇ ਸ਼ਬਦ 'ਚ ਆਉਂਦਾ ਚਿਮਚਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਉਹ ਪੀਣਾ ਸੀਗਾ ਸ਼ਬਦ ਨੂੰ ਸੁਣ ਕੇ। ਪਰ ਅਸੀਂ ਇੱਥੋਂ ਤੱਕ ਹੋ ਗਈ ਨੌਬਤ, ਬਾਬੇ ਕਹਿਣ ਲੱਗ ਪਏ ਤੁਸੀਂ ਬੈਠ ਕੇ ਲਾਈਟਾਂ ਬੰਦ ਕਰਕੇ ਅੱਖਾਂ ਬੰਦ ਕਰ ਲਓ, ਵਾਹਿਗੁਰੂ ਵਾਹਿਗੁਰੂ ਇਸ ਤਰੀਕੇ ਨਾਲ ਕਰੋ, ਤੁਹਾਡੇ ਅੰਦਰ ਅੰਮ੍ਰਿਤ ਡਿੱਗਣਾ ਸ਼ੁਰੂ ਹੋ ਜਾਊਗਾ ਉੱਪਰੋਂ। ਤੁਸੀਂ ਸੁਣੀ ਹੋਣੀ ਵੀਡੀਓ, ਬਾਬਾ ਕਹਿੰਦਾ ਉੱਪਰੋਂ ਡਿੱਗਦਾ ਤੁਹਾਡੇ ਅੰਦਰ, ਇੱਥੋਂ ਮਸਤਕ 'ਚੋਂ ਪਾਣੀ ਕਿਹੜੇ ਦੁਆਰ 'ਚੋਂ ਤੁਹਾਡੇ ਅੰਦਰ ਡਿੱਗੂਗਾ। ਉਹ ਭਾਈ ਨਹੀਂ, ਸਿਆਲਾਂ ਦਾ ਟਾਈਮ ਹੋਵੇ ਤੁਸੀਂ ਐਂ ਕਰੋ ਤਾਂ ਉਹ ਸਿੰਡ ਡਿੱਗਣਾ ਤੁਹਾਡੇ ਅੰਦਰ, ਹੋਰ ਕੁਝ ਨਹੀਂ ਡਿੱਗਣਾ ਹੈਗਾ। ਇੱਦਾਂ ਦਾ ਅੰਮ੍ਰਿਤ ਨਹੀਂ ਹੈ, ਅੰਮ੍ਰਿਤ ਇੱਥੇ ਆ, ਇਹਦੇ ਵਿੱਚ ਪੈਣਾ ਅੰਮ੍ਰਿਤ ਨੇ, ਹੋਰ ਕਿਤੇ ਨਹੀਂ ਪੈਣਾ। ਜਿਹੜਾ ਡਿੱਗ ਰਿਹਾ ਆ ਪਾਣੀ ਦੇ ਰੂਪ ਵਿੱਚ, ਉਹ ਅੰਮ੍ਰਿਤ ਨਹੀਂ ਆ, ਕੁਛ ਹੋ ਰਿਹਾ। ਉਹਨੂੰ ਨਾ ਤੁਸੀਂ ਜਿਹੜਾ ਮਰਜ਼ੀ ਦੇ ਦਿਓ, ਪਰ ਉਹ ਅੰਮ੍ਰਿਤ ਨਹੀਂ ਆ। ਪਰ ਅਸੀਂ ਗੁਰੂ ਪਾਤਸ਼ਾਹ ਵੀ ਕਹਿੰਦੇ ਆ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਹੀਂ। ਪਰ ਅਸੀਂ ਤਾਂ ਕਈ ਬਣਾ ਲਏ ਹੋਏ ਆ। ਖੈਰ ਆਪਾਂ ਟੌਪਿਕ ਹੋਰ ਪਾਸੇ ਰਹਿ ਗਏ। ਇੱਕ ਗੱਲ ਜਿਹੜੀ ਤੁਸੀਂ ਕੀਤੀ ਨਾ ਵੀ ਆ ਜਿਹੜਾ ਟੌਪਿਕ ਨਿਹੰਗਾਂ ਵਾਲਾ ਆ, ਇਹਦੇ ਬਾਰੇ ਇਹ ਸੰਜੀਦਾ ਇੱਦਾਂ ਦਾ ਟੌਪਿਕ ਆ ਵੀ ਜੇ ਨਿਹੰਗਾਂ ਦੇ ਇੱਦਾਂ ਲੱਗਿਆ ਅਗਲੇ ਨੂੰ ਵੀ ਉਹਦੇ ਅਗੇਂਸਟ ਕੋਈ ਗੱਲ ਕਰ ਰਿਹਾ, ਤੇ ਇਹਨਾਂ ਨੇ ਕਹਿਣਾ ਦੇਖੋ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਸਹੀ ਮੰਨਦੇ ਆ, ਕਿਉਂਕਿ ਇਹ ਤਾਂ ਇਹਨਾਂ ਨੂੰ ਮਸਾਲਾ ਚਾਹੀਦਾ ਜਿਹੜੇ ਫੇਸਬੁੱਕ ਤੇ ਬੈਠੇ ਆ। ਤੁਸੀਂ ਕਿਹਾ ਵੀ ਬਹੁਤੇ ਵਿਦਵਾਨ ਨਹੀਂ ਬੋਲੇ ਇਹਦੇ ਉੱਤੇ, ਉਲਟ ਗੋਲ ਮੋਲ ਪੋਸਟਾਂ ਪਾਈਆਂ, ਪਰ ਜਿਹੜੇ ਬੋਲੇ ਆ ਉਹਨਾਂ ਦਾ ਨਾਮ ਲੈਣਾ ਬਣਦਾ ਆ। ਆਪਾਂ ਬੋਲੇ ਆ, ਪਿਛਲੀ ਵਾਰ ਵੀ ਕੱਲ੍ਹ ਵੀ ਬੋਲੇ, ਅੱਜ ਵੀ ਬੋਲੇ। ਦਲਜੀਤ ਸਿੰਘ ਇੰਡੀਆਨਾ ਨੇ ਕੱਲ੍ਹ ਇੱਕ ਪ੍ਰੋਗਰਾਮ ਕੀਤਾ ਰੇਡੀਓ ਉੱਤੇ, ਮੈਨੂੰ ਸੁਣਨ ਦਾ ਮੌਕਾ ਮਿਲਿਆ। ਮੋਲਕ ਸਿੰਘ ਉਹਦੇ ਰੇਡੀਓ 'ਤੇ ਗਿਆ, ਬੜੀ ਖੁੱਲ੍ਹ ਕੇ ਉਹਨੇ ਬਹੁਤ ਵਧੀਆ ਵਿਚਾਰ ਦਿੱਤੀ ਆ। ਸੋ ਜਿਹੜਾ ਕੋਈ ਸਹੀ ਕੰਮ ਕਰਦਾ ਉਹਦੀ ਸ਼ਲਾਘਾ ਕਰਨੀ ਵੀ ਬਣਦੀ ਆ। ਉਹਨਾਂ ਨੇ ਬਹੁਤ ਵਧੀਆ ਠੋਕ ਕੇ ਇਸ ਦੇ ਉੱਤੇ ਟੌਪਿਕ ਦੇ ਉੱਤੇ ਬੋਲਿਆ ਆ, ਉਦਾਹਰਨਾਂ ਦੇ ਕੇ ਬੋਲਿਆ ਆ। ਮਾਲਵਿੰਦਰ ਸਿੰਘ ਮਾਲੀ ਨੇ ਖੁੱਲ੍ਹ ਕੇ ਲਿਖਿਆ, ਉਹਨਾਂ ਨੇ ਪੂਰਾ ਆਪਣਾ ਪੇਜ ਦੇ ਉੱਪਰ ਵਧੀਆ ਲਿਖਿਆ ਤੇ ਆਪਾਂ ਨੂੰ ਟੈਗ ਕਰਦੇ ਰਹਿੰਦੇ ਆ। ਪਾਲੀ ਭੁਪਿੰਦਰ ਧੰਨਵਾਦੀ ਆ ਮਾਲਵਿੰਦਰ ਸਿੰਘ ਮਾਲੀ ਹੁਣਾਂ ਦੇ ਵੀ, ਜੋ ਟੈਗ ਕਰਦੇ, ਸਾਨੂੰ ਕੁਛ ਸਿੱਖਣ ਨੂੰ ਮਿਲਦਾ, ਕੀ ਹੋ ਰਿਹਾ ਆ, ਕੀ ਚੱਲ ਰਿਹਾ ਆ। ਠੀਕ ਹੈ ਨਾ। ਪਾਲੀ ਭੁਪਿੰਦਰ ਨੇ ਬਹੁਤ ਠੋਕ ਕੇ ਲਿਖਿਆ, ਉਹਨੂੰ ਬਹੁਤ ਗਾਲਾਂ ਕੱਢੀਆਂ ਲੋਕਾਂ ਨੇ, ਬਹੁਤ ਉਹਦੇ ਪਿੱਛੇ ਪਏ। ਉਹ ਥੋੜਾ ਅਪਸੈਟ ਵੀ ਹੋ ਗਿਆ ਸੀ ਪਹਿਲੇ ਦਿਨ, ਪਰ ਹਿੰਮਤ ਕੀਤੀ ਬੋਲਣ ਦੀ ਵੀ ਜੋ ਸੱਚ ਆ, ਤੁਸੀਂ ਸੱਚ ਨੂੰ ਕਿੰਨਾ ਚਿਰ ਲੁਕੋ ਸਕਦੇ ਆ, ਸੱਚ ਤਾਂ ਸਾਹਮਣੇ ਆ ਹੀ ਜਾਂਦਾ ਆ, ਪਤਾ ਸਭ ਨੂੰ ਆ। ਭਾਜੀ ਇੱਕ ਪਾਸੇ ਅਸੀਂ ਕਹਿੰਦੇ ਆ ਗੁਰਬਾਣੀ ਕਹਿੰਦੀ ਆ ਸੱਚ, ਹਨਾ, ਬਾਣੀ ਕਹਿੰਦੀ ਸੱਚ ਸਭਨਾਂ ਦਾ ਖਸਮ ਹੈ। ਤੇ ਜਦੋਂ ਸੱਚ ਬੋਲਦੇ ਆ, ਠੀਕ ਹੈ ਨਾ, ਉਦੋਂ ਫਿਰ ਉਹ ਜੀ ਕੂੜ ਦੀ ਕੰਧ ਬਣੀ ਆ, ਉਹ ਫਿਰ ਜਦੋਂ ਪਾੜਦੀ ਆ ਤੇ ਫਿਰ ਇਹਨਾਂ ਦੇ
ਮਤਲਬ ਇਹ ਕੂੜ ਦੇ ਸਹਾਰੇ ਬੈਠੇ ਆ ਲੋਕ, ਕੂੜ, ਹੋਰ ਕੁਛ ਨਹੀਂ। ਇੱਕ ਏਦਾਂ ਹੁੰਦਾ ਭਾਜੀ, ਮੈਂ ਕਾਫੀ ਕਈ ਵਾਰ ਆਪਾਂ ਨਾਂ ਲੈਣਾ ਚੰਗਾ ਨਹੀਂ ਸਮਝਦੇ, ਕਿਉਂਕਿ ਜਿਹੜਾ ਹਰ ਬੰਦਾ ਉਹ ਆਪਣੀ ਇੱਕ ਨਫ਼ਰਤ ਪਾਲੀ ਬੈਠਾ ਆ ਕਿਸੇ ਨਾ ਕਿਸੇ ਪ੍ਰਤੀ। ਉਹ ਨਫ਼ਰਤ ਆਪਣੀ ਕੱਢਦਾ ਆ, ਪੜਾਸ ਕੱਢਦਾ ਆ ਕਿਸੇ ਨਾ ਕਿਸੇ ਤਰੀਕੇ ਨਾਲ। ਜੇ ਉਹਦੀ ਜਿਹਨੂੰ ਕਹਿੰਦੇ ਨਾ ਅੰਨੀ ਵਿਰੋਧਤਾ, ਤੇ ਮੋਲਕ ਸਿੰਘ ਨੇ ਬਹੁਤ ਵਧੀਆ ਸ਼ਬਦ ਇੱਕ ਦਿਨ ਮੈਨੂੰ ਇਸ ਤਰ੍ਹਾਂ ਕਹਿੰਦਾ, ਅੰਨੀ ਸ਼ਰਧਾ ਤੇ ਅੰਨੀ ਵਿਰੋਧਤਾ ਦੋਨੇ ਮਾੜੀਆਂ। ਬਿਲਕੁਲ। ਕੱਲ ਮੈਂ ਇੱਕ ਮੌਕਾ ਮਿਲਿਆ ਮੈਨੂੰ ਨੈਟਫਲਿਕਸ ਤੇ ਬੈਠੇ ਨੂੰ ਪ੍ਰੋਗਰਾਮ ਦੇਖਣ ਦਾ, ਇੱਕ ਸੀਰੀਜ਼ ਜਿਹੀ ਆ ਵੀ ਉਹ ਜਿਹੜਾ ਹੈਗਾ ਬੁਰਾੜੀ 11 ਬੰਦੇ ਆਪਣੇ ਆਪ ਨੂੰ ਵਿੱਚੇ ਬੱਚੇ, ਵਿੱਚੇ ਮਾਂ ਪਿਓ, ਉਹਨਾਂ ਦੀ ਮਾਂ, ਹਾਊਸ ਆਫ ਸੀਕ੍ਰੇਟ ਮੈਂ ਉਹ ਦੇਖੀ ਨੈਟਫਲਿਕਸ ਤੇ 11 ਜਾਣੇ ਆਪਣੇ ਨੂੰ ਹੈ, ਉਹ ਹੈਗੀ ਅੰਨੀ ਸ਼ਰਧਾ ਦੀ ਨਿਸ਼ਾਨੀ। ਬਿਲਕੁਲ। ਏਦਾਂ ਹੀ ਬਹੁਤ ਸਾਰੇ ਜਿਹੜੇ ਸਾਡੀਆਂ ਬੀਬੀਆਂ, ਸਾਡੀਆਂ ਭੈਣਾਂ, ਸਾਡੀਆਂ ਮਾਵਾਂ, ਉਹ ਅੰਨੀ ਸ਼ਰਧਾ ਕਰਕੇ ਜਿਹੜਾ ਆ, ਜਿੱਦਾਂ ਵੀ ਵੀਰ ਸਰਬਜੀਤ ਸਿੰਘ ਧੁੰਦਾ ਹੁਣਾਂ ਨੂੰ ਕਾਲ ਕੀਤੀ ਆ, ਤੇ ਕਾਲ ਉਹਨਾਂ ਨੇ ਬਾਹਰ, ਉਹ ਕਹਿੰਦੇ ਵੀ ਮੇਰੇ ਕੋਲ ਇੱਕ ਕਾਲ ਨਹੀਂ, ਇੱਦਾਂ ਦੀਆਂ ਅਨੇਕਾਂ ਕਾਲਾਂ ਆਈਆਂ। ਕਿਸੇ ਪਿੰਡ ਦੇ ਸਰਪੰਚ ਦੀ ਵੀ ਕਾਲ ਆਈ ਵੀ ਤੁਸੀਂ ਬਾਬਾ ਜੀ ਦੇ ਖਿਲਾਫ ਕਿਉਂ ਬੋਲਦੇ ਹੋ। ਤੇ ਵੀਰ ਸਰਬਜੀਤ ਸਿੰਘ ਧੁੰਦਾ ਨਾਲ ਮੇਰੀ ਪਰਸੋਂ ਗੱਲ ਹੋਈ, ਤਾਂ ਉਹ ਕਹਿੰਦੇ ਵੀ ਮੈਂ ਕਿਸੇ ਗਿਆ ਸੀਗਾ ਪਿੰਡ ਸਮਾਗਮ, ਹਰ ਸਮਾਗਮ ਦੇ ਵਿੱਚ ਉਹ ਕਿਸਾਨੀ ਦੇ ਮੁੱਦਿਆਂ, ਕਿਸਾਨੀ ਦੇ ਬਿੱਲਾਂ ਬਾਰੇ ਜ਼ਰੂਰ 20-25 ਮਿੰਟ 20 ਮਿੰਟ ਬੋਲਦੇ ਆ, ਜਿੱਥੇ ਵੀ ਉਹ ਸਮਾਗਮ ਕਰਦੇ ਗੁਰਮਤ ਦਾ। ਗੱਲ ਵੀ ਇਹ ਆ, ਗੱਲ ਵੀ ਕਰਨੀ ਇੱਦਾਂ ਹੀ ਬਣਦੀ ਆ। ਹੁਣ ਆਪਾਂ ਕੋਈ ਨਾਨਕ ਸਰੀਆ ਸਾਧ ਜਾਂ ਕੋਈ ਇਹ ਭੁੱਚੋ ਵਾਲਾ ਹੀ ਕੋਈ ਸੁਣਿਆ ਕਿਸਾਨੀ ਮੁੱਦਿਆਂ ਤੇ ਗੱਲ ਕਰਦਾ, ਠੀਕ ਹੈ ਨਾ। ਉਹ ਕਹਿੰਦੇ ਵੀ ਮੈਨੂੰ ਉਹ ਸਰਪੰਚ ਦਾ ਫੋਨ ਆਇਆ, ਕਹਿੰਦਾ ਵੀ ਬਾਬਾ ਜੀ ਕੋਲ ਸ਼ਕਤੀ ਬਹੁਤ ਆ। ਕਹਿੰਦਾ ਜੇ ਸ਼ਕਤੀ ਆ ਫਿਰ ਤੁਸੀਂ 3 ਕਾਨੂੰਨ ਹੀ ਰੱਦ ਕਰਾ ਦਿਓ, ਬਾਬਾ ਜੀ ਨੂੰ ਕਹਿ ਦਿਓ। ਕਹਿੰਦਾ ਜੀ ਤੁਸੀਂ ਟੇਢੀਆਂ ਗੱਲਾਂ ਕਰਦੇ ਆ। ਉਹ ਕਹਿੰਦੇ ਵੀ ਸ਼ਕਤੀ ਹੋਰ ਕਿਹੜੀ ਹੋ ਗਈ, ਹੋਰ ਕਿਸ ਤਰੀਕੇ ਦੀ ਸ਼ਕਤੀ ਹੋ ਗਈ। ਇੱਕ ਕਹਿੰਦੇ ਵੀ ਇੱਕ ਘਟਨਾ ਇਹ ਹੋਈ ਕਿ ਮੈਂ ਦੀਵਾਨ ਲਾ ਕੇ ਹਟਿਆ ਆ, ਇੱਕ ਭਾਈ ਸਾਹਿਬ ਆਏ, ਉਹਨਾਂ ਨੇ ਲਿਫਾਫਾ ਲਿਆ, ਮੇਰੀ ਜੇਬ ਦੇ ਵਿੱਚ ਲਿਫਾਫਾ ਪਾ ਦਿੱਤਾ। ਮੈਂ ਕਿਹਾ ਜੀ ਅਸੀਂ ਏਦਾਂ ਪੈਸੇ ਨਹੀਂ ਲੈਂਦੇ। ਕਹਿੰਦਾ ਨਹੀਂ ਜੀ ਇਹ ਕਿਸਾਨ ਮੋਰਚੇ ਲਈ ਆ। ਕਹਿੰਦਾ ਮੈਂ ਕਿਹਾ ਤੁਹਾਨੂੰ ਮੈਂ ਦੱਸ ਦੇਣਾ, ਤੁਸੀਂ ਜਾ ਕੇ ਤੇ ਸਾਡੀ ਟੀਮ ਬੈਠੀ ਆ ਉੱਥੇ ਦੇ ਦਿਓ। ਕਹਿੰਦੇ ਨਹੀਂ ਅਸੀਂ ਜਾ ਨਹੀਂ ਸਕਦੇ। ਬਜ਼ੁਰਗ ਕਹਿੰਦੇ ਵੀ ਬਾਪੂ ਸੀ, ਕਹਿੰਦਾ ਮੈਂ ਜਾ ਨਹੀਂ ਸਕਦਾ, ਪਰ ਮੈਂ ਇਹ ਸੇਵਾ ਤੁਹਾਨੂੰ ਦੇਣੀ, ਤੁਸੀਂ ਉੱਥੇ ਪਹੁੰਚਦੀ ਕਰ ਦਿਓ। ਤੇ ਕਹਿੰਦੇ ਅਸੀਂ ਉਹ ਲਿਫਾਫਾ ਲੈ ਲਿਆ। ਕਹਿੰਦਾ ਘਰ ਜਾ ਕੇ ਅਸੀਂ ਲਿਫਾਫਾ ਖੋਲਿਆ, ਉਹਦੇ ਵਿੱਚ ਸੋਨੇ ਦੀ ਚੇਨ ਵੀ ਨਿਕਲੀ, ਗੋਲਡ ਦੀ। ਤੁਸੀਂ ਦੇਖੋ ਵੀ ਇੱਕ ਕਿਸਾਨ, ਇੱਕ ਬਜ਼ੁਰਗ ਮਤਲਬ ਪੈਸੇ ਦੇ ਨਾਲ ਸੋਨੇ ਦੀ ਚੇਨ ਦੇ ਕੇ ਵੀ ਕਿਸਾਨੀ ਅੰਦੋਲਨ ਦੇ ਹੱਕ 'ਚ ਖੜ ਰਿਹਾ। ਤੇ ਇਹ ਜਿਹੜੇ ਸਾਧ ਬਾਬੇ ਆ, ਇਹ ਨਵੇਂ ਡਰੈਸਾਂ ਪਾ ਕੇ, ਨਵੇਂ ਜਿੱਦਾਂ ਕਹਿੰਦੇ ਹੁੰਦੇ ਆ ਵੀ ਗੱਡੀਆਂ ਲੈ ਕੇ ਘੁੰਮਦੇ ਆ। ਇਹ ਆਪਾਂ ਨੂੰ ਦੇਖਣਾ ਪੈਣਾ ਵੀ ਇੱਕ ਕਿਸਾਨ ਜਿਹੜਾ ਆ ਉਹ ਤਾਂ ਆਪਣੀ ਸੋਨੇ ਦੀ ਚੇਨ ਲੈ ਕੇ ਵੀ ਦਾਨ ਕਰ ਰਿਹਾ ਹੈ। ਇਹ ਮੋਰਚਾ ਇਹਨਾਂ ਲੋਕਾਂ ਸਿਰ ਤੇ ਖੜਾ ਆ, ਕਿਰਤੀ ਲੋਕਾਂ ਸਿਰ ਤੇ ਖੜਾ ਆ, ਵੇਲੜ ਲੋਕਾਂ ਸਿਰ ਤੇ ਨਹੀਂ ਖੜਾ। ਬਿਲਕੁਲ। ਹੁਣ ਅਮੋਲਕ ਸਿੰਘ ਆ, ਜਾਂ ਤੁਸੀਂ ਆ, ਜਾਂ ਮੈਂ ਆ, ਜਾਂ ਦਲਜੀਤ ਸਿੰਘ ਡਿਆਣਾ ਭਾਜੀ ਆ, ਆਪਾਂ ਕੋਈ ਜਾ ਕੇ ਉੱਥੇ ਖੇਤੀ ਥੋੜ੍ਹਾ ਕਰਨੀ। ਹੁਣ ਬਿਲਕੁਲ ਆਪਾਂ ਨੂੰ ਇੱਕ ਦਰਦ ਆ ਉੱਥੇ ਜਿਹੜੇ ਬੈਠੇ ਸਾਡੇ ਭੈਣ ਭਰਾ, ਕਿਉਂਕਿ ਸਾਡਾ ਉਹੀ ਬਲੱਡ ਸਾਡੇ 'ਚ ਫਲੋ ਕਰ ਰਿਹਾ, ਜਿਹੜੇ ਸਾਡੇ ਭੈਣ ਭਰਾ। ਇੱਕ ਸਾਡੇ ਇੱਥੇ ਇਹ ਲਾਬੀ ਬੈਠੀ ਆ ਜਿਹੜੀ ਸਿਰਫ ਇਸ ਕਰਕੇ ਬੈਠੀ ਆ ਵੀ ਸਾਡੀਆਂ ਦੁਕਾਨਾਂ ਅਮਰੀਕਾ 'ਚ ਕਿੱਦਾਂ ਚੱਲਣ, ਚਾਹੇ ਉਹ ਕੌਮੀ ਘਰ ਖਾਲਿਸਤਾਨ ਦੇ ਨਾਂ ਤੇ ਚੱਲਣ, ਚਾਹੇ ਉਹ ਸਾਡੀ ਦੁਕਾਨ 2020 ਦੇ ਨਾਂ ਤੇ ਚੱਲੇ, ਵੀ ਸਾਡੀਆਂ ਇੱਥੇ ਦੁਕਾਨਾਂ ਕਿੱਦਾਂ ਚੱਲਣ, ਅਸੀਂ ਕਿੱਦਾਂ ਲੋਕਾਂ ਤੋਂ ਪੈਸੇ ਕੱਢੀਏ, ਕਿੱਦਾਂ ਲੋਕਾਂ ਨੂੰ ਮੂਰਖ ਬਣਾਈਏ। ਇੱਕ ਲੋਕ ਸੁਹਿਰਦ ਉਹ ਲੋਕ ਆ ਜਿਹੜੇ ਫੇਸਬੁੱਕਾਂ ਤੇ ਲਿਖਣਾ ਨਹੀਂ ਚਾਹੁੰਦੇ, ਜਿਨ੍ਹਾਂ ਕੋ ਕਹਿੰਦੇ ਯਾਰ ਛੱਡੋ ਫੇਸਬੁੱਕ ਤੇ ਕੀ ਲਿਖ ਕੇ ਲੈਣਾ, ਪਰ ਉਹ ਬੰਦੇ ਨਾਲ ਤੁਰ ਰਹੇ ਅੰਦੋਲਨ ਦੇ। ਸੋ ਸਾਡੀ ਇਹ ਬੇਨਤੀ ਆ ਵੀ ਜਿਹੜੇ ਵੀ ਭੈਣ ਭਰਾ ਕੁਛ ਲਿਖ ਸਕਦੇ ਆ, ਆਪਣੀ ਆਵਾਜ਼ ਜ਼ਰੂਰ ਫੇਸਬੁੱਕ ਤੇ ਬੁਲੰਦ ਕਰਿਆ ਕਰੋ। ਤੇ ਮੈਂ ਥੋੜ੍ਹੀਆਂ ਕਮੈਂਟਾਂ ਜਿਹੜੇ ਆਪਣੇ ਵੀਰ ਆਪਾਂ ਨੂੰ ਲਾਈਵ ਦੇਖ ਰਿਹਾ, ਅੱਜ ਰਣਦੀਪ ਸਿੰਘ ਧੋਤਰ ਲਾਈਵ ਦੇਖ ਰਹੇ, ਨਿਸ਼ਾਨ ਸਿੰਘ ਢਿੱਲੋਂ ਭਾਜੀ ਰੈਗੂਲਰ ਆਪਣੇ ਆਉਂਦੇ ਆ, ਬਹੁਤ ਹੀ ਵਧੀਆ ਇਨਸਾਨ ਵੀ ਆ, ਤੇ ਚਰਨਜੀਤ ਕੌਰ ਭੈਣ ਜੀ, ਬਲਜੀਤ ਕੌਰ ਭੈਣ ਜੀ, ਹਰਭਜਨ ਸਿੰਘ ਦੇਵ, ਵੀਰਪਾਲ ਕੌਰ ਭੈਣ ਜੀ, ਹਰਜਿੰਦਰ ਸਿੰਘ ਸਾਡੇ ਡਲੇਨੋ ਤੋਂ ਸਾਡੇ ਵੱਡੇ ਵੀਰ, ਉਹ ਵੀ ਸਾਨੂੰ ਦੇਖ ਰਿਹਾ, ਕੁਲਵਿੰਦਰ ਸਿੰਘ, ਬਲਜੀਤ ਕਿੰਗਰਾ, ਸੋ ਕਾਫੀ ਜਾਣੇ, ਕਰਨਦੀਪ ਸਿੰਘ, ਕਸ਼ਮੀਰ ਸਿੰਘ ਭਿੰਡਰ ਰੈਗੂਲਰ ਸਾਡੇ ਪ੍ਰੋਗਰਾਮਸ ਦੇ, ਮਨਜੀਤ ਸਿੰਘ ਮੰਡ, ਕਾਲਾ ਮੰਡ, ਵਿਜੇ ਕੁਮਾਰ ਗੋਇਲ, ਸੁਖਜਿੰਦਰ ਸਿੰਘ ਜੌਹਲ, ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ, ਲਵਪ੍ਰੀਤ ਸਿੰਘ ਸੰਧੂ। ਸੋ ਕਾਫੀ ਜਾਣੇ ਜਿਹੜੇ ਲਾਈਵ ਦੇਖ ਰਹੇ, ਜਿਹੜੇ ਸਾਡੇ ਨਾਲ ਦਰਸ਼ਕ ਜੁੜੇ ਹੋਏ ਆ, ਭੁਪਿੰਦਰ ਸਿੰਘ ਜੌਹਲ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਜੁੜੇ ਹੋਏ ਆ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਤੱਥਾਂ ਭਰਪੂਰ ਜਾਣਕਾਰੀ ਜਿਹੜੀ ਤੁਹਾਡੇ ਤੱਕ ਲੈਂਦੀ ਰਹੇ। ਹਾਂਜੀ ਭਾਜੀ, ਆਪਣੇ ਬਿੰਦਰ ਭੈਣ ਜੀ ਹੁਣੇ, ਵੱਡੇ ਭੈਣ ਜੀ ਸਾਡੇ ਸੰਧੂ ਸੈਕਰਾਮੈਂਟੋ ਤੋਂ, ਉਹ ਵੀ ਸਾਡੇ ਦੇਖ ਰਹੇ ਪ੍ਰੋਗਰਾਮ, ਹਮੇਸ਼ਾ ਦੇਖਦੇ ਆ ਪ੍ਰੋਗਰਾਮ।
ਤੇ ਇਨਪੁਟ ਵੀ ਸਾਨੂੰ ਮਿਲਦੀ ਰਹਿੰਦੀ ਆ ਭਾਜੀ ਤੋਂ ਬਾਅਦ 'ਚ। ਹਾਂਜੀ ਬਿਲਕੁਲ ਜੀ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਵੀ ਇਹ ਟੌਪਿਕ ਇਹੋ ਜਿਹਾ ਆ, ਇਹ 'ਤੇ ਗੱਲ ਕਰਨ ਤੋਂ ਵੀ ਹਰ ਕੋਈ ਝਿਜਕਦਾ। ਬਿਲਕੁਲ। ਗੱਲ ਕਿਉਂ ਨਹੀਂ ਆਈ ਅੱਜ ਕੋਈ, ਜਦ ਕਿ ਆਮ ਦੇ ਮੁਕਾਬਲੇ ਅੱਜ ਆਪਣੇ ਨਾਲ ਆਡੀਅנס ਜ਼ਿਆਦਾ ਜੁੜੀ ਹੋਈ ਸੀ ਆਮ ਫੇਸਬੁੱਕ 'ਤੇ, ਕਿਉਂਕਿ ਟੀਵੀ ਵਾਲੇ ਤਾਂ ਹੁੰਦੇ ਹੀ ਆਪਣੇ ਰੈਗੂਲਰ ਆ ਜਿਹੜੇ ਟੀਵੀ 'ਤੇ ਦੇਖਦੇ ਆ। ਪਰ ਅੱਜ ਮਨਜੀਤ ਕੌਰ ਬਰਾੜ ਭੈਣ ਜੀ ਕਹਿੰਦੇ ਆ ਵੀ ਆਈ ਐਮ ਵਾਚਿੰਗ ਫਰੋਮ ਸਿਆਟਲ। ਧੰਨਵਾਦ ਭੈਣ ਜੀ ਤੁਹਾਡਾ। ਸੋ ਕਾਰਨ ਇਹ ਆ ਵੀ ਇਹ ਮਸਲਾ ਹੀ ਸਾਨੂੰ ਉਲਝਾਇਆ ਹੀ ਇਸ ਤਰ੍ਹਾਂ ਗਿਆ ਆ, ਔਰ ਇਹੀ ਕਾਰਨ ਆ ਸਾਨੂੰ ਇਸ ਮਸਲੇ 'ਚ ਉਲਝਾਉਣ ਦਾ। ਬੇਅਦਬੀ ਦਾ ਮਸਲਾ ਪਿਛਲੇ 5 ਸਾਲ ਤੋਂ ਕਿਉਂ ਸਾਨੂੰ 5-6 ਸਾਲ ਤੋਂ ਉਲਝਾਇਆ ਜਾ ਰਿਹਾ ਇਸ ਮਸਲੇ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਸਿੱਖ ਵਾਸਤੇ ਸਭ ਤੋਂ ਸਰਵੋਤਮ। ਲਓ ਜੀ ਕਾਲ ਆ ਗਈ ਤੁਹਾਡੀ, ਬੇਨਤੀ ਪ੍ਰਵਾਨ ਕੀਤੀ ਦਰਸ਼ਕਾਂ ਨੇ। 2 ਕਾਲਾਂ ਆ ਗਈਆਂ ਜੀ। ਹਾਂਜੀ ਹਰਭਜਨ ਦੇਵ ਜੀ ਤੁਸੀਂ ਹੋਲਡ ਰੱਖਿਓ। ਕੈਨੇਡਾ ਤੋਂ 0647 ਤੁਸੀਂ ਆਨ 에ਅਰ ਹੋ ਜੀ। ਹਾਂਜੀ ਆਵਾਜ਼ ਬੰਦ ਕਰ ਲਓ, ਪਿੱਛੋਂ ਡਿਸਟਰਬੈਂਸ ਆ ਰਹੀ ਹੈ ਕਿਸੇ ਵੱਲੋਂ। ਹਾਂਜੀ 0647 ਤੁਸੀਂ ਆਨ 에ਅਰ ਹੋ। ਹਾਂਜੀ ਭਾਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਬੇਕਰਫੀਲਡ ਤੋਂ ਭਾਜੀ। ਹਾਂਜੀ ਹਾਂਜੀ ਅੱਛਾ ਬੇਕਰਫੀਲਡ ਤੋਂ। 661 ਕਈ ਵਾਰ ਭੁਲੇਖਾ ਲੈ ਜਾਂਦਾ ਵੀ ਕੈਨੇਡਾ ਵਾਲਾ 6 ਤੋਂ ਸ਼ੁਰੂ ਹੁੰਦਾ। ਹਾਂਜੀ ਕਰੋ ਗੱਲ। ਸੋਚਣ ਹੀ ਡਿਆ ਸੀ, ਮੈਂ ਕਿਹਾ ਭਾਜੀ ਉਹਨਾਂ ਨੂੰ ਕਾਲ ਕਰਾਂ। ਸ਼ੁਰੂ ਤੋਂ ਲੈ ਕੇ ਤੁਹਾਡਾ ਪ੍ਰੋਗਰਾਮ ਅੱਜ ਸੁਣ ਰਹੇ ਸੀ, ਬਹੁਤ ਵਧੀਆ ਆ। ਸਭ ਤੋਂ ਪਹਿਲਾਂ ਤੇ ਇਹ ਗੱਲ ਆ ਭਾਜੀ ਵੀ ਤੁਹਾਨੂੰ ਦੋਵਾਂ ਵੀਰਾਂ ਨੂੰ ਸ਼ਾਬਾਸ਼ ਆ ਵੀ ਤੁਸੀਂ ਏਦਾਂ ਦੇ ਪ੍ਰੋਗਰਾਮ ਚੰਗੇ ਚੰਗੇ ਲੈ ਕੇ ਆਉਂਦੇ ਆ, ਟੌਪਿਕ ਚੁਣਨੇ ਆ। ਲੋਕਾਂ ਦੇ ਨੇ ਨਾ ਉਹ ਨਿਕਲਦੇ ਨੇ ਬਹੁਤ ਸਾਰੇ। ਹਾਂਜੀ 2-3 ਦਿਨ ਤੋਂ ਕਾਫੀ ਰੌਲਾ ਰੱਪਾ, ਕੁਛ ਵਿਰੋਧ ਵਿੱਚ ਕੁਛ ਹੱਕ ਵਿੱਚ ਚੱਲ ਰਿਹਾ ਸੀ। ਹਾਂਜੀ ਜਿੱਦਣ ਇਹ ਹੋਈ ਨਾ ਘਟਨਾ, ਮੈਂ ਸਵੇਰੇ ਉੱਠਦਿਆਂ ਸਾਰ ਭਾਜੀ ਜਗਮੋਹਨ ਸਿੰਘ ਨੂੰ 5-7 ਪਿਕਚਰਾਂ ਤੇ 1-2 ਵੀਡੀਓ ਨਾ ਸੈਂਡ ਕੀਤੀਆਂ ਸਨ। ਉਹਦੇ ਨਾਲ ਹੀ ਉੱਠਦਿਆਂ ਸਾਰ ਮੈਂ 1.5 ਮਿੰਟ ਦੀ ਨਾ ਆਪਣਾ ਬੋਲ ਕੇ ਇੱਕ ਸੈਂਡ ਕਰਤੀ ਸੀ। ਮੈਂ ਕਿਹਾ ਭਾਜੀ ਮੇਰਾ ਆਪਣਾ ਓਪੀਨੀਅਨ ਆ, ਬੜੇ ਮੈਂ ਵਿਚਾਰ ਆਉਣੇ ਨੇ ਹੁਣ ਫੇਸਬੁੱਕ ਭਰੀ ਜਾਣੀ ਥੋੜੇ ਟਾਈਮ ਦੇ ਵਿੱਚ। ਮੇਰਾ ਆਪਣਾ ਮੈਂ ਵਿਚਾਰ ਆ ਵੀ ਕਿਸਾਨੀ ਮੋਰਚੇ ਨੂੰ ਢਾਹ ਲਾਉਣ ਵਾਸਤੇ ਇਸ ਬੰਦੇ ਨੂੰ ਵੀ ਬਲੀ ਦਾ ਬੱਕਰਾ ਬਣਾਇਆ ਗਿਆ ਆ ਤੇ ਨਿਹੰਗਾਂ ਨੂੰ ਵੀ ਵਰਤਿਆ ਗਿਆ ਆ। ਚਲੋ ਇਹ ਗੱਲ ਕਰਦੇ ਹਾਂ। ਤੇ ਦੂਜੀ ਜਿਹੜੀ ਇਹ ਨਾ ਰਮਿੰਦਰ ਸਿੰਘ ਜੀ ਆਏ ਸਨ ਆਪਣੇ ਕਿਸਾਨ ਨੇਤਾ। ਹਾਂਜੀ ਹਾਂਜੀ ਉਹਨਾਂ ਦੇ ਬੋਲਣ ਦਾ ਅੰਦਾਜ਼, ਉਹਨਾਂ ਦੀ ਡੂੰਘਾਈ, ਉਹਨਾਂ ਦੀ ਜਾਣਕਾਰੀ, ਉਹਨਾਂ ਦੀ ਲਿਆਕਤ, ਉਹਨਾਂ ਦੇ ਨਾ 1 ਘੰਟੇ ਦੇ ਪ੍ਰੋਗਰਾਮ ਦੇ ਵਿੱਚੋਂ ਬਹੁਤ ਕੁਝ ਉੱਗੜ ਕੇ ਸਾਹਮਣੇ ਆ ਗਿਆ ਹੈ। ਇਸ ਗੱਲ ਦੀ ਨਾ ਬਹੁਤ ਵੱਡੀ ਖੁਸ਼ੀ ਹੋਈ ਆ ਵੀ ਸਾਡੇ ਜਿਹੜੇ ਆਗੂ ਨੇ ਨਾ ਉਹ ਵਾਕਈ ਬਹੁਤ ਚੰਗੇ ਨੇ। ਔਰ ਸਾਨੂੰ ਉਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ, ਜਿੱਦਾਂ ਤੁਸੀਂ ਹੁਣੇ ਕਿਹਾ ਸੀ ਵੀ ਹੱਥ ਨਹੀਂ ਟਿਕਦਾ। ਬੈਠੇ ਬੈਠੇ ਬਸ ਜਿਹੜਾ ਥੋਟ ਮਨ ਦੇ ਵਿੱਚ ਆਇਆ ਨਾ ਉਹਨੂੰ ਚੱਕ ਕੇ ਤੇ ਅੱਗੇ ਦੀ ਅੱਗੇ ਉਹਨੂੰ ਲਿਖਤਾ ਜਾਂ ਸ਼ੇਅਰ ਕਰਤਾ, ਹਨਾ ਵੀ ਸੁਣਦੇ ਨਹੀਂ ਗੇ। ਜਿਹੜਾ ਆਗੂ ਹੁੰਦਾ ਨਾ ਭਾਜੀ, ਘਰ ਤੋਂ ਸ਼ੁਰੂ ਕਰੀਏ, ਜਿਹੜਾ ਹੈਡ ਆਫ ਫੈਮਿਲੀ ਹੈ ਨਾ, ਅਗਰ ਉਹ ਜਵਾਰੀ ਹੋਵੇ, ਸ਼ਰਾਬੀ ਕਬਾਬੀ ਹੋਵੇ, ਏਦਾਂ ਦੇ ਉਲਟੇ ਸਿੱਧਿਆਂ ਕੰਮਾਂ ਦੇ ਵਿੱਚ ਪੈਸੇ ਉਜਾੜਦਾ ਹੋਵੇ, ਘਰ ਤਕਰੀਬਨ ਨਾ ਬਹੁਤ ਪਿੱਛੇ ਚਲਾ ਜਾਂਦਾ ਆ। ਜਿੰਨਾ ਚਿਰ ਬੱਚੇ ਨਾ ਸੰਭਲਣ ਉਹਨਾਂ ਸਮਾਂ ਨਾ ਘਰ ਆ ਜਿਹੜਾ ਮੁੱਢ ਮੂੰਹ ਡਿੱਗਾ ਰਹਿੰਦਾ। ਜਿਹੜੇ ਸਾਡੇ ਮਹੱਲਿਆਂ ਦੇ ਆਗੂ ਨੇ, MC ਨੇ ਜਾਂ ਪਿੰਡਾਂ ਦੇ ਸਰਪੰਚ ਨੇ, ਅਗਰ ਉਹ ਏਦਾਂ ਦੇ ਨੇ ਤੇ ਪਿੰਡ ਦਾ ਮਹੱਲੇ ਦਾ ਕੁਛ ਨਹੀਂ ਬਣਦਾ। ਜਿਹੜੇ ਸਾਡੇ ਦੇਸ਼ ਦੇ ਆਗੂ ਨੇ ਨਾ, ਅਗਰ ਉਹ ਏਦਾਂ ਦੇ ਨੇ ਤੇ ਫਿਰ ਦੇਸ਼ ਦਾ ਵੀ ਕੁਛ ਨਹੀਂ ਬਣਦਾ। ਜਿਹੜੇ ਸਾਡੇ ਕੌਮੀ ਆਗੂ ਨੇ ਨਾ, ਕਿਉਂਕਿ ਉਹਨਾਂ ਦੇ ਕੋਲ ਵੀਟੋ ਪਾਵਰ ਆ, ਉਹਨਾਂ ਦੇ ਹੱਥ ਵਿੱਚ ਕੁਛ ਕਰਨ ਦੀ ਸਮਰੱਥਾ ਆ। ਜੇ ਉਹ ਕੁਛ ਕਰਨਾ ਚਾਹੁਣ ਤੇ ਬਹੁਤ ਕੁਛ ਕਰ ਸਕਦੇ ਆ। ਤੇ ਜੇ ਉਹ ਸਾਨੂੰ ਕਿਤੇ ਜਾ ਕੇ ਮੰਝ ਧਾਰ ਵਿੱਚ ਡੁਬੋਣਾ ਚਾਹੁਣ ਤੇ ਫਿਰ ਡੁੱਬਦਿਆਂ ਵੀ ਬਾਹਲਾ ਟਾਈਮ ਨਹੀਂ ਲੱਗਦਾ, ਬੰਦਾ ਡੁੱਬ ਵੀ ਜਾਂਦਾ ਆ। ਔਰ ਇਹਨਾਂ ਦੇ ਡੁਬੋਈ ਅੱਜ ਕੱਲ ਤਕਰੀਬਨ ਜਿਹੜੇ ਨਾ ਇਹਨਾਂ ਦੇ ਡੁਬੋਏ ਆਪਾਂ ਕਰਨ ਦਾ ਯਤਨ ਕਰਨ ਰਹੇ ਵੀ ਨਿਕਲੀਏ ਕਿਸੇ ਢੰਗ ਨਾਲ ਬਾਹਰ। ਇੱਕ ਆਗੂ ਦੀ ਗਲਤੀ ਜਿਹੜੀ ਭਾਜੀ, ਉਹ ਆਮ ਬੰਦਾ ਕੋਈ ਗਲਤੀ ਕਰੇ ਨਾ 1000 ਗਲਤੀ, ਉਹਦੇ ਨਾਲੋਂ ਇੱਕ ਆਗੂ ਦੀ ਗਲਤੀ ਹੈ ਨਾ ਜਿਹੜੀ ਉਹ 1000 ਗੁਣਾ ਅੱਗੇ ਦਾ ਕੰਮ ਕਰਦੀ। ਬਿਲਕੁਲ, ਕਿਉਂਕਿ ਮਗਰ ਬਹੁਤ ਲੱਗੇ ਹੁੰਦੇ।
ਮਗਰ ਬਹੁਤ ਲੱਗੇ ਹੁੰਦੇ, ਸਵਾਰ ਵੀ ਦਿੰਦੀ ਉਹਨਾਂ ਦੀ ਇੱਕ ਚੰਗੀ ਗੱਲ ਤੇ ਵਿਗਾੜ ਵੀ ਬਹੁਤ ਕੁਛ ਦਿੰਦੀ। ਹੁਣੇ ਤੁਸੀਂ ਗੱਲ ਕੀਤੀ ਸੀ ਭਾਜੀ, ਥੋੜਾ ਸ਼ਾਰਟ ਰੱਖਿਓ ਜਮੇਰ ਸਿੰਘ ਜੀ, ਆਪਣਾ ਸਮਾਂ ਹੋ ਗਿਆ, 2 ਕਾਲਰ ਹੋਲ ਨੇ, ਥੋੜਾ ਜਿਹਾ ਸ਼ਾਰਟ ਰੱਖਿਓ, ਆਪਾਂ ਥੋੜਾ ਜਿਹਾ ਲੰਮਾ ਕਰ ਲੈਂਦੇ ਪ੍ਰੋਗਰਾਮ, ਕੋਈ ਗੱਲ ਨਹੀਂ, ਪਰ ਥੋੜਾ ਸ਼ਾਰਟ ਰੱਖਿਓ। ਹੁਣੇ ਨਾ ਭਾਜੀ ਨੇ ਇੱਕ ਗੱਲ ਕੀਤੀ ਸੀ ਵੀ ਜਿਹੜੇ ਨੇ ਸਾਡਾ ਨਿਹੰਗਾਂ ਨਾਲ ਕੋਈ ਵਿਰੋਧ ਨਹੀਂਗਾ। ਹਕੀਕਤ ਆ, ਨਾ ਬਾਬਿਆਂ ਨਾਲ ਵਿਰੋਧ ਆ, ਨਾ ਨਿਹੰਗਾਂ ਨਾਲ ਵਿਰੋਧ ਆ। ਵਿਰੋਧ ਇਹਨਾਂ ਦੇ ਕਾਰਨਾਮਿਆਂ ਨੂੰ ਵੇਖ ਕੇ ਜਗਦਾ ਜਾਂਦਾ। ਔਰ ਉਹ ਵੀ ਗੱਲ ਆਪਾਂ ਜਿਹੜੀ ਕਰਨੇ ਆ ਨਾ, ਉਹ ਸੱਚਾਈ ਵਿੱਚ ਕਰਨੇ ਆ, ਨਾ ਕਿ ਈਰਖਾ ਦੇ ਵਿੱਚ ਵੱਜ ਕੇ ਕਰਨੇ ਆ, ਹੈਨਾ। ਤੇ ਬਹੁਤ ਵਧੀਆ ਪ੍ਰੋਗਰਾਮ ਆ। ਲਓ ਤੁਸੀਂ ਦੂਜੀਆਂ ਕਾਲਾਂ ਨੂੰ, ਮੈਂ ਕਾਲ ਕਰਨ ਹੀ ਲੱਗਾ ਸੀ ਤੇ ਬੇਟਾ ਸੁਣਿਆ ਸੀ, ਤੇ ਬਹੁਤ ਵਧੀਆ ਚੰਗਾ ਲੱਗਾ। ਤੇ ਕਰੋ ਦੂਜਿਆਂ ਨਾਲ ਗੱਲਬਾਤ। ਹਾਂਜੀ ਹਰਭਜਨ ਦੇਵ ਜੀ, ਤੁਸੀਂ ਆਉਣੇ ਰਹੋ। ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਫੋਨ ਇਹੋ ਕੀਤਾ, ਤੁਸੀਂ ਕਹਿੰਦੇ ਵੀ ਫੋਨ ਨਹੀਂ ਕਰਦੇ, ਤੇ ਮੈਂ ਕਿਹਾ ਫੋਨ ਕਰ ਲੈਂਦੇ ਆ। ਵੈਸੇ ਬੜਾ ਵਧੀਆ ਪ੍ਰੋਗਰਾਮ ਆ, ਇੰਜੋਏ, ਬਹੁਤ ਵਧੀਆ ਇਨਫੋਰਮੇਸ਼ਨ ਮਿਲਦੀ ਆ ਜੀ, ਬਹੁਤ ਬਹੁਤ ਧੰਨਵਾਦ। ਤੇ ਫੋਨ ਕਰਨ ਨਾਲ ਤਾਂ ਉਹ ਖਾਸ ਨਹੀਂ, ਵੈਸੇ ਮੈਂ ਤਾਂ ਆਈ ਵਾਜ਼ ਰਿਵਿਟਡ ਉਹ ਮੁੰਡੇ ਨੂੰ ਸੁਣ ਕੇ ਨਾ, ਜਿਹੜਾ ਸੀਗਾ ਗੈਸਟ ਆਇਆ, ਫੈਂਟੈਸਟਿਕ। ਏਦਾਂ ਦੇ ਲੋਕ ਜੀ ਸਾਡੇ ਕਿਤੇ ਪੋਲੀਟੀਕਲ ਫੋਰਮ ਤੇ ਮੋਹਰੇ ਆਉਣ ਤਾਂ ਸਾਡੇ ਦੇਸ਼ ਦਾ ਕੁਛ ਬਣ ਸਕਦਾ। ਉਹ ਜਿਹੜੇ ਮੋਹਰੇ ਬੈਠੇ ਆ, ਉਹ ਤਾਂ ਐਵੇਂ ਹੀ ਨਾ ਉਹਨਾਂ ਨੂੰ ਬੋਲਣਾ ਆਉਂਦਾ ਆ, ਤੇ ਏਦਾਂ ਵੀ ਲੱਗਦਾ ਕਿ ਲੈਕ ਆਫ ਐਜੂਕੇਸ਼ਨ ਵੀ ਆ। ਆਹੀ ਤਾਂ ਟ੍ਰੈਜਡੀ ਆ ਹਰਭਜਨ ਦੇਵ ਜੀ, ਜਿਹੜੇ ਅਨਪੜ੍ਹ ਆ ਉਹ ਲੀਡਰ ਬਣੇ ਹੋਏ ਆ ਆਪਣੇ ਦੇਸ਼ ਦੇ, ਤੇ ਜਿਹੜੇ ਪੜ੍ਹੇ ਲਿਖੇ ਆ ਰਮਿੰਦਰ ਸਿੰਘ ਵਰਗੇ, ਜਿਨ੍ਹਾਂ ਨੇ ਵਕਾਲਤ ਕੀਤੀ ਹੋਈ ਆ, ਵਕਾਲਤ ਦੀਆਂ ਡਿਗਰੀਆਂ ਆ, ਉਹ ਵਿਚਾਰੇ ਸੰਘਰਸ਼ ਕਰ ਰਹੇ ਆ ਕਿਸਾਨਾਂ ਵਾਸਤੇ ਜਾਂ ਹੋਰਾਂ ਵਾਸਤੇ। ਸਾਡੀ ਇਹ ਟ੍ਰੈਜਡੀ ਆ। ਹਾਂਜੀ, ਲੁੱਟ ਮਾਰ ਪਈ ਆ ਜੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਪ੍ਰੋਗਰਾਮ ਸੀਗਾ ਅੱਜ ਵੀ। ਤੇ ਮੈਂ ਜਗਮੋਹਨ ਸਿੰਘ ਹੋਣਾ ਨਾਲ ਤਾਂ ਕਰ ਲੈਣਾ ਹੁੰਦਾ ਗੱਲ ਵੈਸੇ ਰੈਗੂਲਰਲੀ, ਤੇ ਥੈਂਕ ਯੂ ਵੈਰੀ ਮਚ। ਚੰਗਾ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ 4088 ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਭਾਜੀ ਦੋਵਾਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਗੁਰਵਿੰਦਰ ਸਿੰਘ ਐਡਮਿੰਟਨ ਤੋਂ ਬੋਲ ਰਿਹਾ ਜੀ। ਹਾਂਜੀ ਹਾਂਜੀ ਗੁਰਵਿੰਦਰ ਸਿੰਘ ਜੀ। ਹਾਂਜੀ, ਬੜਾ ਵਧੀਆ ਜੀ ਪ੍ਰੋਗਰਾਮ। ਅੱਜ ਮੈਂ ਤਾਂ ਬੜੇ ਦਿਨਾਂ ਬਾਅਦ ਲਾਇਆ ਵਾ, ਪਰ ਮੈਂ ਇੱਕ ਗੱਲ ਵੇਖੀ ਹੈ, ਕੱਲ ਯੂਕੇ ਦੇ ਵਿੱਚ ਇੱਕ ਪ੍ਰੋਟੈਸਟ ਹੋਇਆ ਕਿਸਾਨਾਂ ਦਾ। ਉਹਦੇ ਵਿੱਚ ਕਿਸਾਨਾਂ ਦੇ ਪ੍ਰੋਟੈਸਟ ਵਾਸਤੇ ਕਾਲ ਦਿੱਤੀ ਹੈ ਕਿਸੇ ਨੇ, ਤੇ ਉਹਦੇ ਵਿੱਚ ਆ ਗਏ ਨੇ ਮੁੜ ਕੇ ਦੂਜੇ ਝੰਡਿਆਂ ਵਾਲੇ ਖਾਲਿਸਤਾਨ। ਪਹਿਲਾਂ ਤੇ ਉੱਥੇ ਬੜਾ ਉਹਨਾਂ ਦਾ ਆਪਸ ਚ ਕਲੈਸ਼ ਹੋਇਆ। ਹੁਣ ਜੇ ਆਪਾਂ ਇੱਥੇ ਬਹਿ ਕੇ ਵੀ ਆਪਾਂ ਇੱਕ ਵੀ ਕਾਲ ਲੈ ਕੇ ਆਪਾਂ ਉਹਦੇ ਤੇ ਕੰਸਨਟਰੇਟ ਹੋ ਕੇ ਵੀ ਇਹਨਾਂ ਕੰਟਰੀਆਂ ਚ ਉਹਦਾ ਮੈਸੇਜ ਉੱਥੇ ਕੀ ਜਾਂਦਾ? ਬਿਲਕੁਲ ਜੀ, ਉਹ ਤੇ ਅੱਗੇ ਉਹ ਗੌਰਮੈਂਟਾਂ ਇਹੋ ਜਿਹੀ ਇਹ ਜਿਹੜੇ ਆਪਸ ਚ ਪਾਟੇ ਨੇ। ਗੁਰਵਿੰਦਰ ਸਿੰਘ ਜੀ, ਪਾਟੇ ਦਾ ਨਹੀਂ ਮਤਲਬ, ਉਹ ਹੁੰਦਾ ਹੀ ਤਾਂ ਹੈ ਇਹੀ ਮੈਸੇਜ ਦੇਣ ਵਾਸਤੇ। ਉਹਨਾਂ ਦਾ ਕੰਮ ਹੀ ਇਹ ਆ ਵੀ ਆ ਕੇ ਇਹ ਮੈਸੇਜ ਦੇਣਾ, ਇਹ ਨੈਰੇਟਿਵ ਸੈੱਟ ਕਰਨਾ ਵੀ ਇਹ ਜਿਹੜਾ ਮੋਰਚਾ ਹੈ ਖਾਲਿਸਤਾਨੀਆਂ ਦਾ ਹੈ। ਅੱਛਾ, ਫਿਰ ਉਹਦੇ ਵਿੱਚ ਇੱਕ ਸਿੰਘ ਨਿਹੰਗ ਸਿੰਘ ਸੀ ਬੰਦਾ, ਉਹ ਕਹਿੰਦਾ, ਉਹਨੂੰ ਸਵਾਲ ਪੁੱਛਿਆ, ਉਹ ਕਹਿੰਦਾ ਜੀ ਉੱਥੇ ਤੇ ਜਿਹੜੇ ਕਾਮਰੇਡ ਬੈਠੇ ਨੇ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਦਾ ਹੀ ਫਿਕਰ ਹੈ। ਵੇਖੋ ਗੱਲ, ਵੇਖੋ ਉਹਦੀ, ਕਹਿੰਦਾ ਇਹਨਾਂ ਨੂੰ ਜ਼ਮੀਨਾਂ ਦਾ ਹੀ ਫਿਕਰ ਹੈ, ਇਹਨਾਂ ਨੂੰ ਗੁਰੂ ਦਾ ਥੋੜ੍ਹੀ ਅਦਰ ਦਾ ਸਤਿਕਾਰ ਦਾ ਪਤਾ ਵਾ। ਇਹ ਜਿਹੜੇ ਕਾਮਰੇਡ, ਉਹ ਹੁਣ ਇਹਦੀ ਸੋਚ ਵੇਖੋ ਇਸ ਬੰਦੇ ਦੀ, ਇਹਨਾਂ ਨਿਹੰਗਾਂ ਦੀ। ਫਿਰ ਕਹਿੰਦੇ ਨੇ ਵੀ ਉਹ ਸਾਡੇ ਨਾਲ ਨਹੀਂ ਤੁਰਦੇ। ਸਾਡੇ ਨਾਲ ਤੁਰਨ ਕਿਉਂ? ਜ਼ਮੀਨਾਂ ਕਰਕੇ ਤੇ ਉਹ ਬੈਠੇ ਨੇ ਉੱਥੇ। ਤੁਸੀਂ ਅਜੇ ਵੀ ਕਹੀ ਜਾਂਦੇ ਹੋ ਤੁਹਾਨੂੰ ਅਜੇ ਵੀ ਅਕਲ ਨਹੀਂ ਆਈ 1.5 ਸਾਲ ਤੋਂ, ਤਾਂ ਉਹ ਕਿਸ ਕਰਕੇ ਬੈਠੇ ਤੇ ਜ਼ਮੀਨਾਂ ਵਾਸਤੇ ਤਾਂ ਸ਼ਰੇਆਮ ਇਹ ਤੇ ਚੱਲ ਰਿਹਾ ਵਾ ਮੁੱਦਾ ਤੇ ਜ਼ਮੀਨਾਂ ਬਚਾਉਣ ਵਾਸਤੇ ਹੀ ਕਿਸਾਨ ਜਿਹੜੇ ਉੱਥੇ ਪ੍ਰੋਟੈਸਟ ਕਰਦੇ ਨੇ। ਤੇ ਫਾਰਨ 'ਚ ਵੀ ਇੱਥੇ ਲੋਕੀ ਜਿਹੜੇ ਉਹਨਾਂ ਦੀ ਸਪੋਰਟ ਤੇ ਫਾਰਮਰ ਦੇ ਫੇਵਰ ਤੇ ਪ੍ਰੋਟੈਸਟ ਕਰ ਰਹੇ ਨੇ। ਇਹ ਤੇ ਇਹਨਾਂ ਉੱਥੇ ਲੋਕਾਂ ਦੀ ਸੋਚ ਆ। ਹੁਣ ਉਹ ਕਿੱਡਾ ਕੁ ਸੋਚ ਦਾ ਮਾਲਕ ਹੋਏਗਾ ਜਿਹੜਾ ਉਹ ਨਿਹੰਗ ਆ ਜਾਂ ਕਿੱਦਾਂ ਵੀ ਆ। ਬਿਲਕੁਲ ਗੁਰਵਿੰਦਰ ਸਿੰਘ ਜੀ, ਉਹ ਗੁਰਬਾਣੀ ਕਹਿੰਦੀ ਨਾ, ਓੜਕ ਸੱਚ ਰਹੀ, ਐਂਡ ਵਿੱਚ ਸੱਚ ਨੇ ਸਾਹਮਣੇ ਆ ਹੀ ਜਾਣਾ ਹੁੰਦਾ। ਜਿਹੜੀ ਗੱਲ ਰਾਜੇਵਾਲ ਉਹਨਾਂ ਨੇ ਅੱਜ ਤੋਂ 8 ਮਹੀਨੇ ਪਹਿਲਾਂ ਕਹੀ ਸੀ, ਬੜੀ ਚੁੱਭੀ ਸੀ ਲੋਕਾਂ ਨੂੰ ਵੀ ਭਾਈ ਤੁਸੀਂ ਛਾਉਣੀ ਪਾਉਣੀ ਆ ਨਿਹੰਗਾਂ ਦੀ ਤੇ ਕਿਤੇ ਪਿੱਛੇ ਜਾ ਕੇ ਪਾ ਲਓ ਜਾਂ ਕਿਤੇ ਹੋਰ ਪਾ ਲਓ, ਤੁਸੀਂ ਸਾਡੇ ਤੋਂ ਅੱਗੇ ਬੈਠੇ ਆ। ਉਦੋਂ ਲੋਕਾਂ ਨੂੰ ਬੜਾ ਚੁੱਭਿਆ ਸੀ। ਅੱਜ ਸੋਚੋ, ਜਿਨ੍ਹਾਂ ਨੂੰ ਸਾਰੇ ਕਾਮਰੇਡ ਕਹਿੰਦੇ ਨੇ, ਜਿਹੜਾ ਤੁਸੀਂ ਸੁਰਿੰਦਰ ਸਿੰਘ ਦਾ ਵੀ ਨਾਂ ਲਿਆ, ਇਹਨੇ ਰਾਜੇਵਾਲ ਨੂੰ 6 ਮਹੀਨੇ ਹੋਏ ਨੇ, ਇੰਨੀ ਇਹਨੇ ਵੀਡੀਓ ਪਾ ਕੇ ਤੇ ਉਹਦੇ ਰਾਜੇਵਾਲ ਹੋਣਾ ਦੇ ਅਗੇਂਸਟ ਇੰਨਾ ਇਹਨੇ ਕੂੜ ਪ੍ਰਚਾਰ ਕੀਤਾ ਉਹ ਵੀਡੀਓ ਚ, ਸੁਰਿੰਦਰ ਸਿੰਘ ਜਿਹੜਾ ਇੱਥੇ ਬੈਠਾ ਹੈ। ਹਾਂਜੀ ਹਾਂਜੀ, ਔਰ ਦੇਖੋ ਅਸੀਂ ਸੁਰਿੰਦਰ ਸਿੰਘ ਦੀ ਹੈਲਪ ਵੀ ਕਰ ਰਹੇ ਹਾਂ। ਰਾਜੇਵਾਲ ਸਾਹਿਬ, ਡਾਕਟਰ ਦਰਸ਼ਨਪਾਲ, ਜਿਹੜੇ ਬੰਦੇ ਨੇ ਉੱਥੇ, ਇਹਨਾਂ ਜਿਹੜੇ ਬਾਕੀ ਲੋਕ ਜਿਹੜੇ ਕ੍ਰਿਟੀਸਾਈਜ਼ ਕਰਦੇ ਨੇ, ਕੀ ਉਹਨਾਂ ਦੇ ਲੈਵਲ ਦੀ ਪੜ੍ਹਾਈ ਲਿਖਾਈ ਇਹਨਾਂ ਦੀ ਹੈਗੀ ਹੈ ਜਿਹੜੀ ਇਹ ਉਹਨਾਂ ਦੇ ਅਗੇਂਸਟ ਗੱਲਾਂ ਕਰਦੇ? ਸਿਰਫ ਇਹਨਾਂ ਦਾ ਕੰਮ ਉਹੀ ਭੰਡਣਾ ਤੇ
ਦੂਜਿਆਂ ਨੂੰ ਇਹ ਮੈਸੇਜ ਦੇਣਾ, ਉਹ ਤਾਂ ਫੇਰ ਵੀ ਇਕੱਠੇ ਨੇ ਸਾਰੇ। ਦੇਖੋ ਹਰ ਗੱਲ ਤੇ ਭਾਵੇਂ ਕਿਸੇ ਬੀਜੇਪੀ ਦਾ ਬੁਲਾਰਾ ਆ ਕੇ ਟੀਵੀ ਤੇ ਦੇਖ ਲਓ, ਡਿਬੇਟ 'ਚ ਦੇਖ ਲਓ, ਉਹ ਸਾਰੇ ਇੱਕ ਮੁੱਠ ਨੇ, ਇੱਕ ਉਹਨਾਂ ਦਾ ਬਿਆਨ ਹੁੰਦਾ ਸਾਰਿਆਂ ਦਾ ਹੀ। ਬਿਲਕੁਲ ਬਿਲਕੁਲ। ਔਰ ਹਰ ਤਰ੍ਹਾਂ ਦਾ ਬੰਦਾ ਉੱਥੇ ਬੈਠਾ ਹੈ, ਉੱਥੇ ਅੰਮ੍ਰਿਤਧਾਰੀ ਵੀ ਬੈਠੇ ਆ, ਦੂਜੀ ਸੋਚ ਵਾਲੇ ਵੀ ਬੈਠੇ, ਖਾਲਿਸਤਾਨੀ ਸੋਚ ਵਾਲੇ ਵੀ ਬੈਠੇ ਆ, ਜਿਹੜੇ ਕਿਸਾਨ ਲੀਡਰ ਆ ਉਹ ਤਾਂ ਸਾਰੇ ਇਕੱਠੇ ਆ। ਇਹ ਬਾਹਰ ਵਾਲਿਆਂ ਨੂੰ ਜ਼ਿਆਦਾ ਮੈਂ ਤਾਂ ਹੈਰਾਨ ਯੂਕੇ ਵਾਲਿਆਂ ਤੇ ਹੋਇਆ ਵਾ, ਉਹਨਾਂ ਦਾ ਆਪਸ ਹੀ ਦੋਵਾਂ ਦਾ ਸਵਾਲ ਜਵਾਬ। ਕਦੀ ਉਹ ਜਰਨਲਿਸਟ ਸਾਹਿਬ ਅਕਾਲ ਚੈਨਲ ਵਾਲੇ, ਉਹ ਕਦੀ ਉੱਧਰ ਜਾਂਦੇ, ਕਦੀ ਉੱਧਰ ਜਾਂਦੇ, ਕਦੀ ਉੱਧਰ ਜਾਂਦੇ, ਕੀ ਤਮਾਸ਼ਾ ਹੀ ਬਣ ਗਿਆ। ਬਿਲਕੁਲ ਜੀ ਭਾਜੀ, ਇਹ ਤਮਾਸ਼ਾ ਨਹੀਂ ਆ, ਇਹਨੂੰ ਸੋਚਣਾ ਪੈਣਾ। ਸਾਡੇ ਅਮਰੀਕਾ ਤਾਂ ਇੱਥੇ ਕਲੀਅਰ ਹੋ ਗਿਆ ਵੀ ਜਿੰਨਿਆਂ ਤੇ ਇੰਡੀਆ ਟਾੜਾ ਲੱਗੀ ਸੀ ਉਹ ਸਾਰੇ ਅਮਰੀਕਾ ਜਾ ਕੇ ਬੈਠੇ ਆ ਇਸ ਟਾਈਮ। ਇਹ ਨਹੀਂ ਮੈਨੂੰ ਪਤਾ ਵੀ ਇੰਡੀਆ 'ਚ ਟਾੜਾ ਲੱਗੀ, ਇੰਡੀਆ 'ਚੋਂ ਜੇਲ੍ਹ 'ਚ ਛੁੱਟੇ ਆ ਤੇ ਸਿੱਧੇ ਆ ਕੇ ਅਮਰੀਕਾ ਦੇ ਵਿੱਚ ਉਹ ਲੀਡਰ ਬਣੇ ਹੋਏ ਗੁਰਦੁਆਰਿਆਂ ਦੇ ਜਾਂ ਪੱਤਰਕਾਰ ਬਣੇ ਹੋਏ ਆ। ਇੱਦਾਂ ਦਾ ਇੱਦਾਂ ਹੀ ਜਿਹੜੀ ਸਰਕਾਰ ਆ ਉਹਨਾਂ ਨੇ ਇਹ ਨਿਹੰਗ ਹੋ ਗਏ ਜਾਂ ਇਹ ਬੰਦੇ ਆ। ਕਈ ਤਾਂ ਬੰਦੇ ਜਿਹੜਾ ਮੇਨ ਹੈ ਨਾ, ਅਸੀਂ ਗੱਲ ਕੀਤੀ ਸੀ ਵੀ ਅੰਧੇ ਆਗੂ ਦੀ, ਵੀ ਜਿਹੜੇ ਇਹ ਬੰਦੇ ਇਹ ਪੇਡ ਹੁੰਦੇ ਆ। ਇੱਕ ਬੰਦਾ ਪੇਡ ਆ, ਉਹ ਜਿਹੜਾ ਆ 20-25 ਨਾਲ ਲੈ ਕੇ ਚੱਲਿਆ ਵੀ ਆਪਾਂ ਉੱਥੇ ਖਾਲਿਸਤਾਨ ਦੇ ਨਾਅਰੇ ਮਾਰ ਰਹੇ ਆ ਦੇ, ਉਹ ਬੰਦੇ ਨੂੰ ਤਨਖਾਹ ਮਿਲਦੀ ਆ। ਪਰ ਜਿਹੜੇ ਤੁਹਾਡੇ ਮੇਰੇ ਅੱਗੇ ਇਮੋਸ਼ਨਲ ਹੋ ਕੇ ਨਾਲ ਚੱਲ ਜਾਂਦੇ ਆ ਵੀ ਯਾਰ ਹਾਂ ਆਪਣਾ ਦੇਸ਼ ਹੋਣਾ ਚਾਹੀਦਾ ਆ, ਮੁੜ ਕੇ ਪਤਾ ਲੱਗਦਾ ਵੀ ਇੱਥੋਂ ਸਾਡੇ ਕੋਲ ਇਦਾਂ ਦੀਆਂ ਕਨਵਰਸੇਸ਼ਨਾਂ ਵੀ ਹੈਗੀਆਂ ਨਾ ਬੰਦਿਆਂ ਦੀਆਂ, ਵੀ ਇਹ ਕਹਿੰਦੇ ਵੀ ਫਲਾਨਾ ਬੰਦਾ ਐ ਆ, ਅੱਛਾ ਇਹ ਆਪਣੇ ਆਖੇ ਨਹੀਂ ਲੱਗਦਾ, ਇਹ ਇੰਡੀਆ ਜਾਊਗਾ, ਇੰਡੀਆ ਚੁਕਾ ਦੇਾਂਗੇ ਇਹਨੂੰ। ਪਰ ਅਲਟੀਮੇਟਲੀ ਭਾਜੀ, ਅਲਟੀਮੇਟਲੀ ਇਹ ਦੇਖੋ ਨਾ ਕਿ ਸਿੱਖ ਹੀ ਕਿੱਡੇ ਲਾਲਚੀ ਤੇ ਕਿੱਡੇ ਸਵਾਰਥੀ ਆ, ਜਿਹੜੇ ਮਿੰਟੋ ਮਿੰਟੀ ਜਿਹੜੇ ਵਿਕਦੇ ਨੇ। ਜੇ ਵਿਕਦੇ ਨਾ ਹੁੰਦੇ ਤਾਂ ਸਿੱਖ ਰਾਜ ਕਦੇ ਜਾਂਦਾ ਨਾ ਜੀ। ਜਦੋਂ ਤੁਸੀਂ ਪੜ੍ਹੋਗੇ ਸਿੱਖ ਰਾਜ ਕਿਵੇਂ ਗਿਆ, ਉਹਦੇ ਚ ਕਾਰਨ ਸਿੱਖ ਹੀ ਆ, ਕਿਸੇ ਬਾਹਰੋਂ ਆ ਕੇ ਨਹੀਂ ਕੁਛ ਵੀ ਕੀਤਾ, ਆਪ ਹੀ ਵੇਚਿਆ ਹਮੇਸ਼ਾ ਹੀ। ਅੱਜ ਵੀ ਪਹਾੜਾ ਸਿੰਘ ਹੁਣੀ ਹੈਗੇ ਆ ਸਾਡੀ ਕੌਮ ਦੇ ਵਿੱਚ, ਉਹ ਕਿਤੇ ਗਏ ਨਹੀਂ ਹੈਗੇ, ਅੱਗੇ ਨਾਲੋਂ ਕਿਤੇ ਵੱਧ ਆ, ਔਰ ਉਹ ਰਹਿਣੇ ਆ। ਵੱਧ ਨੇ ਜੀ, ਨੰਬਰਸ ਆਫ ਹੈਗੇ ਨੇ। ਧੀਰ ਮਲੀਏ, ਰਾਮ ਰਾਈਏ, ਕਿਤੇ ਗਏ ਨਹੀਂ ਹੈਗੇ। ਚਲੋ ਸ਼ਾਬਾਸ਼ ਹੈ ਜੀ ਤੁਹਾਡੇ ਪ੍ਰੋਗਰਾਮ ਦੀ, ਤੇ ਜਿਹੜੇ ਤੁਸੀਂ ਲੈ ਕੇ ਆਉਂਦੇ ਹੋ ਬੰਦੇ ਇੰਟਲੈਕਚੁਅਲ ਇੱਥੇ, ਉਹਨਾਂ ਤੋਂ ਬੜਾ ਕੁਛ ਪਤਾ ਲੱਗਦਾ ਜੀ, ਉਹਨਾਂ ਦੀਆਂ ਇੰਟਰਵਿਊਆਂ ਦਾ। ਤੇ ਜਿਹੜੇ ਉੱਥੇ ਕਿਸਾਨੀ ਲੀਡਰ ਬੈਠੇ ਨੇ, ਚਾਹੇ ਉਹ ਜੋ ਮਰਜ਼ੀ ਆ, ਜਿੱਦਾਂ ਮਰਜ਼ੀ ਆ, ਕਾਮਰੇਡ ਦੀ ਸੋਚ ਵੇਖੋ। ਜਿਹੜਾ ਬੰਦਾ ਗਰੀਬ ਦੀ ਸੋਚ ਰਿਹਾ, ਜਿਹੜਾ ਬੰਦਾ ਗਰੀਬ ਦੀ ਫੇਵਰ 'ਚ ਕਰ ਰਿਹਾ, ਜਿਹੜਾ ਬੰਦਾ ਗਰੀਬ ਦਾ ਭਲਾ ਮੰਗ ਰਿਹਾ, ਉਹਦੀ ਸੋਚ ਸਾਡੇ ਸਿੱਖਾਂ ਦੀ ਸੋਚ ਨਾਲੋਂ ਤਾਂ ਕਿਤੇ ਉੱਚੀ ਹੈ, ਚਾਹੇ ਉਹ ਕਾਮਰੇਡ ਹੈ, ਚਾਹੇ ਉਹ ਕੋਈ ਵੀ ਗੱਲ ਤਾਂ ਸੋਚਦੀ ਹੈ। ਗੁਰਿੰਦਰ ਸਿੰਘ ਜੀ, ਅਸੀਂ ਕਿਰਪਾਨਾਂ ਪਾ ਕੇ ਵੀ ਅਸੀਂ ਇੱਕ ਦੂਜੇ ਦੇ ਗੱਲ ਪੈਂਦੇ। ਬਿਲਕੁਲ। ਮੈਂ ਰਾਤੀ ਇੱਕ ਪਾਰਟੀ ਸੀ ਤੇ ਉੱਥੇ ਗੱਲ ਚੱਲ ਰਹੀ ਸੀ ਕਾਮਰੇਡ ਦੀ। ਮੈਂ ਕਿਹਾ ਤੁਸੀਂ ਦੱਸੋ, ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਵੀ ਸੋਹਣ ਸਿੰਘ ਜੋਸ਼ ਕੌਣ ਸੀ, ਕਾਮਰੇਡ ਸੀ ਕਿ ਸਿੱਖ ਸੀ? ਤੇ ਅਗਲੇ ਨੂੰ ਜਵਾਬ ਨਹੀਂ ਆਇਆ ਵਾਪਸ। ਮੈਂ ਕਿਹਾ ਗਦਰੀ ਬਾਬੇ ਕੌਣ ਸੀਗੇ, ਤੁਸੀਂ ਦੱਸੋ ਵੀ ਉਹਨੂੰ ਕਾਮਰੇਡ ਕਹੋਗੇ ਕਿ ਉਹਨਾਂ ਨੂੰ ਸਿੱਖ ਕਹੋਗੇ? ਜਦੋਂ ਆਪਾਂ ਗੱਲ ਕਰਦੇ ਹਾਂ ਵੀ ਸਿੱਖਾਂ ਦਾ ਆਜ਼ਾਦੀ ਦੇ ਵਿੱਚ ਕੀ ਯੋਗਦਾਨ ਆ, ਸਭ ਤੋਂ ਪਹਿਲਾਂ ਗਦਰੀ ਬਾਬਿਆਂ ਦੀ ਗੱਲ ਕਰਦੇ ਆ। ਉਹ ਕੌਣ ਸੀਗੇ? ਜੇ ਆਪਾਂ ਕਹੀਏ ਉਹ ਕਾਮਰੇਡ ਹੀ ਸੀਗੇ ਜੀ, ਸਿੱਖਾਂ ਨੇ ਤਾਂ ਕੋਈ ਹਿੱਸਾ ਹੀ ਨਹੀਂ ਲਿਆ, ਤੇ ਫਿਰ ਸਿੱਖ ਤਾਂ ਸਾਰੇ ਪਾਸੇ ਕਰ ਲਾਉਣਾ। ਭਗਤ ਸਿੰਘ ਵੀ ਕਾਮਰੇਡ, ਊਧਮ ਸਿੰਘ ਵੀ ਕਾਮਰੇਡ, ਗਦਰੀ ਬਾਬੇ ਵੀ ਕਾਮਰੇਡ, ਤੇ ਸੋਹਣ ਸਿੰਘ ਜੋਸ਼ ਹੁਣੀ ਵੀ ਕਾਮਰੇਡ। ਫਿਰ ਤੁਸੀਂ ਕੀ ਕੀਤਾ? ਜੇ ਤੁਸੀਂ ਕਹਿੰਦੇ ਆ ਵੀ ਆ ਸਿੱਖ ਨਿਹੰਗਾਂ ਨੇ ਕਿਤੇ ਲਾਇਆ ਹੋਵੇ ਕੋਈ ਮੋਰਚਾ, ਮੈਨੂੰ ਦੱਸ ਦਿਓ। ਉਹਨਾਂ ਨੇ ਕੀਤਾ ਨਾ ਜਿਹਨਾਂ ਨੂੰ ਤੁਸੀਂ ਅੱਜ ਕਾਮਰੇਡ ਜਾਂ ਕੋਈ ਹੋਰ ਨਾਮ ਦਿੰਦੇ ਆ। ਪਹਿਲਾਂ ਸਿੱਖ ਹੁੰਦਾ ਆ, ਜਿਹੜੀ ਸੋਚ ਆ ਤੁਹਾਡੀ ਰਾਜਨੀਤਿਕ ਸੋਚ, ਉਹ CPM ਆ, CPI ਆ, ਕਾਂਗਰਸ ਆ, ਅਕਾਲੀ ਆ, ਉਹ ਬਾਅਦ 'ਚ ਆ। ਪਰ ਇਹ ਲੋਕਾਂ ਨੂੰ ਸਮਝ ਨਹੀਂ ਆਉਂਦੀ, ਲਾਲ ਕੱਛੇ ਲਾਲ ਕੱਛੇ। ਫਿਰ ਭਾਜੀ ਉਹ ਨਿਹੰਗ ਕਹਿੰਦਾ, ਇੱਕ ਸਵਾਲ ਇਹ ਪੁੱਛਿਆ ਵੀ ਤੁਸੀਂ ਉੱਥੇ ਕੀ ਕਰਦੇ ਹੋ? ਕਹਿੰਦਾ ਜੀ ਐਡੇ ਵੱਡੇ ਅੰਦੋਲਨ 'ਚ ਜੇ ਆਪਾਂ ਆਪਣਾ ਹਿੱਸ ਪ੍ਰਚਾਰ ਨਹੀਂ ਕਰਨਾ, ਅਸੀਂ ਗੁਰੂ ਦੀ ਗੱਲ ਨਹੀਂ ਕਰਨੀ, ਤਾਂ ਹੋਰ ਕਿੱਥੇ ਕਰਨੀ ਹੈ? ਉਹ ਤੁਹਾਡੇ ਕੋਲ ਹੋਰ ਥੋੜੇ ਥਾਂ ਨੇ। 1.5 ਸਾਲ ਪਹਿਲਾਂ ਤੁਹਾਡੇ ਤੋਂ ਕੋਈ ਤੁਹਾਨੂੰ ਪ੍ਰੋਗਰਾਮ ਨਹੀਂ ਲੱਭਾ ਤੁਹਾਨੂੰ ਪ੍ਰਚਾਰ ਕਰਨ ਵਾਸਤੇ ਗੁਰੂ ਦਾ। ਬਿਲਕੁਲ। ਔਰ ਦੇਖੋ ਇਹਦਾ ਮਤਲਬ ਵੀ ਸਾਫ਼ ਆ ਵੀ ਤੁਸੀਂ ਕੈਸ਼ ਕਰ ਰਹੇ ਆ ਅੰਦੋਲਨ ਨੂੰ ਆਪਣੇ ਕੰਮ ਵਾਸਤੇ। ਬਿਲਕੁਲ। ਅਕਾਲ ਚੈਨਲ ਤੋਂ ਵੀ ਉੱਥੋਂ ਵੀ ਇਹ ਜਿਹੜੇ ਇੰਟਰਵਿਊ ਨਿਹੰਗਾਂ ਦੀਆਂ ਆਉਂਦੀਆਂ। ਬਿਲਕੁਲ ਜੀ, ਬਿਲਕੁਲ। ਐਸੇ ਕਾਂਡ ਦੇ ਸੰਬੰਧ ਵਿੱਚ। ਹਾਂਜੀ, ਧੰਨਵਾਦ ਤੁਹਾਡਾ। ਆਪਣਾ ਟਾਈਮ ਉੱਪਰ ਚੱਲ ਰਿਹਾ, ਕਾਫੀ ਉੱਪਰ ਹੋ ਗਿਆ। ਟੀਵੀ ਵਾਲਿਆਂ ਨੂੰ ਹੋਏਗੀ, ਆਪਾਂ ਫੇਸਬੁੱਕ ਤੇ। ਹਾਂਜੀ ਜਗਮੋਹਨ ਸਿੰਘ ਜੀ, ਅਖੀਰ 'ਚ। ਹਾਂਜੀ, ਆਖਰੀ ਦੇ ਵਿੱਚ ਇਹ ਕਹਾਂਗੇ ਆਪਾਂ ਵੀ ਜੇ ਕੋਈ ਗੱਲਬਾਤ ਹੈਗੀ ਸਾਡੇ ਨਾਲ ਕਰ ਸਕਦੇ ਹੋ ਤੁਸੀਂ। ਅਗਲੇ ਪ੍ਰੋਗਰਾਮ ਵਿੱਚ ਅਗਲੇ ਵੀਕ ਆਪਾਂ ਲੈ ਕੇ ਆਵਾਂਗੇ, ਫਿਰ ਕਿਸੇ ਕਿਸਾਨ ਲੀਡਰ ਨੂੰ ਲੈ ਕੇ ਆਵਾਂਗੇ, ਤਾਜ਼ਾ ਹਾਲਾਤ ਕੀ ਬਣੇ ਉਹਦੇ ਬਾਰੇ ਗੱਲਬਾਤ ਕਰਾਂਗੇ। ਬਾਕੀ ਸਾਡਾ ਫੇਸਬੁੱਕ ਤੇ ਚੱਲਦਾ ਪ੍ਰੋਗਰਾਮ, ਉੱਥੋਂ ਲਾਈਕ ਕਰ ਸਕਦੇ ਹੋ, ਜਾਂ ਜੇ ਫੇਸਬੁੱਕ ਜਾਂ YouTube ਨਹੀਂ ਚੱਲਦੀ, ਸਾਡੀ ਆਪਣੀ ਐਪ ਹੈ, ਦੇਸੀ ਚੈਨਲ ਐਪ ਆ, ਉਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਆ। ਉਹਦੇ ਉੱਪਰ ਗੁਰਮਤ TV
ਚੱਲਦਾ ਆ। ਉਹਦੇ ਵਿੱਚ ਸਾਰਾ ਦਿਨ ਭਾਈ ਸਰਬਜੀਤ ਸਿੰਘ ਤੁੰਦਾ, ਭਾਈ ਪੰਥਪ੍ਰੀਤ ਜੀ, ਹਰਜਿੰਦਰ ਸਿੰਘ ਸਭਰਾ, ਗਿਆਨੀ ਰਾਮ ਸਿੰਘ ਹੁਣੀ, ਇਹਨਾਂ ਸਾਰਿਆਂ ਦੀ ਕਥਾ ਵਿਚਾਰ ਜਿਹੜੀਆਂ ਉਹਦੇ ਵਿੱਚ ਤੱਤ ਗੁਰਮਤਿ ਦਾ ਪ੍ਰਚਾਰ ਚੱਲਦਾ ਰਹਿੰਦਾ। ਤੇ ਸਾਡੇ ਪੁਰਾਣੇ ਪ੍ਰੋਗਰਾਮ 'ਚ ਰਿਪੀਟ ਹੁੰਦੇ ਰਹਿੰਦੇ। ਜੇ ਕਿਸੇ ਨੇ ਨਹੀਂ ਸੁਣਿਆ, ਹਿਸਟਰੀ ਦੇ ਮੁਤਾਬਕ ਜਿੰਨੇ ਪ੍ਰੋਗਰਾਮ ਕੀਤੇ ਆ ਬਾਬਾ ਬੰਦਾ ਸਿੰਘ ਬਹਾਦਰ ਤੇ ਕੀਤੇ ਆ। ਬਾਕੀ ਗੱਲ ਇਹ ਆ ਭਾਜੀ, ਜਿਹੜਾ ਇਹ ਲਾਲ ਕੱਛੇ ਵਾਲੀ ਆ ਜਾਂ ਇਹ ਆ, ਇਹਨਾਂ ਲੋਕਾਂ ਦੀ ਇਹ ਨਫ਼ਰਤ ਆ, ਇਹਨਾਂ ਨੂੰ ਨੌਲੇਜ ਨਹੀਂ ਆ। ਬਹੁਤ ਸਾਰੇ ਮੈਂ ਇੱਥੇ ਵੀਰ ਦੇਖਦਾ ਹੈਗਾ ਆ ਵੀ ਉਹ ਨੌਲੇਜ ਨਹੀਂ ਆ। ਜਦੋਂ ਆਮ ਆਦਮੀ ਪਾਰਟੀ ਆਈ ਆ, ਉਹ ਆ ਗਏ ਜੀ ਟੋਪੀਆਂ ਵਾਲੇ, ਆ ਗਏ ਜੀ ਝਾੜੂ ਵਾਲੇ। ਮਤਲਬ ਸਾਡੇ ਕੋਲ ਹੁੰਦਾ ਜਦੋਂ ਸਾਡੇ ਕੋਲ ਪੀਰ ਦਲੀਲ ਖਤਮ ਹੋ ਜਾਂਦੀ ਆ, ਫਿਰ ਅਸੀਂ ਨਿੱਜੀ ਅਟੈਕ ਕਰਦੇ ਆ। ਪਹਿਲਾਂ ਤਾਂ ਉਹਦੀ ਪਰਸਨੈਲਿਟੀ ਤੇ ਅਟੈਕ, ਉਹਦੀ ਪਾਰਟੀ ਤੇ ਅਟੈਕ, ਫਿਰ ਉਹ ਆ ਗੱਲ ਪਾਲਿਸੀਜ਼, ਮੁੱਦਿਆਂ ਤੇ ਨੀਤੀਆਂ ਦੀ ਹੋਣੀ ਚਾਹੀਦੀ ਆ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਜੋਗੀਆਂ ਨਾਲ ਸੰਵਾਦ ਰਚਾਇਆ, ਉਹ ਜਾ ਕੇ ਨਹੀਂ ਕਿਹਾ ਵੀ ਤੁਸੀਂ ਨਾਗੇ ਤੁਰੇ ਫਿਰਦੇ, ਤੁਸੀਂ ਆਹ ਕਰਦੇ ਆ, ਤੁਸੀਂ ਉਹ ਕਰਦੇ। ਪਿਆਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਆਹ ਸਹੀ ਆ, ਆਹ ਗਲਤ ਆ। ਇਹ ਜਦੋਂ ਆਪਾਂ ਬਾਣੀ ਪੜ੍ਹਦੇ ਆ, ਆਪਾਂ ਨੂੰ ਸਮਝ ਆ ਜਾਣੀ ਚਾਹੀਦੀ ਆ। ਪਰ ਮੈਨੂੰ ਲੱਗਦਾ ਬਹੁਤ ਸਾਰੇ ਰਾਈਟਰ ਇੱਦਾਂ ਦੇ ਫੇਸਬੁੱਕ ਤੇ ਵਿਦਵਾਨ ਬੈਠੇ ਆ ਜਾਂ ਵਟਸਐਪ ਨੌਲੇਜ ਬੈਠੇ ਆ, ਜਿਹੜੇ ਆਪ ਗੁਰਬਾਣੀ ਨਹੀਂ ਮੈਨੂੰ ਲੱਗਦਾ ਉਹਨਾਂ ਨੇ ਅੱਜ ਤੱਕ ਪੜ੍ਹੀ। ਜੇ ਪੜ੍ਹੀ ਆ ਤਾਂ ਉਹਨਾਂ ਨੇ ਅੰਦਰ ਨਹੀਂ ਪਾਈ। ਕਿਉਂਕਿ ਮੈਨੂੰ ਲੱਗਿਆ ਨਹੀਂ ਵੀ ਜਿਹੜਾ ਬੰਦਾ ਗੁਰਬਾਣੀ ਦਾ ਗਿਆਤਾ ਹੋਵੇ, ਜਿਹਨੇ ਗੁਰਬਾਣੀ ਪੜ੍ਹੀ ਹੋਵੇ, ਵੀ ਮੈਂ ਨਹੀਂ ਕਦੀ ਉਹ ਇੱਦਾਂ ਦਾ ਇਨਸਾਨ ਦੇਖਿਆ ਜਿਹਨੇ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਪੜ੍ਹ ਕੇ ਮੇਰੇ ਨਾਲ ਉਹਦੇ ਵਿਚਾਰ ਡਿਫਰੈਂਸ ਆਏ ਹੋਣ। ਕਦੀ ਵੀ ਨਹੀਂ ਆਏ। ਕਿਉਂਕਿ 99.9% ਉਹਦੀ ਸੋਚ ਮੇਰੀ ਸੋਚ ਮਿਲਦੀ ਹੁੰਦੀ ਆ। ਕਿਉਂਕਿ ਉਹਦੀ ਸੋਚ ਜਿਹੜੀ ਆ ਉਹ ਗੁਰੂ ਨੂੰ ਸਮਰਪਿਤ ਆ। ਸਾਡੀ ਕਿਤੇ ਨਾ ਕਿਤੇ ਸੋਚ ਜਿਹੜੀ ਆ, ਉਹ ਅਸੀਂ ਗੁਰੂ ਦੀ ਬਾਣੀ ਵੀ ਪੜ੍ਹ ਲੈਂਦੇ ਆ, ਪਰ ਸਾਡੇ ਅੰਦਰ ਉਹ ਨਫ਼ਰਤ ਵੀ ਕਿਤੇ ਨਾ ਕਿਤੇ ਬੈਠੀ ਆ, ਜਾਂ ਕਿਸੇ ਪਾਰਟੀ ਵਾਸਤੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਸਾਡੇ 'ਚ ਉਹ ਨਫ਼ਰਤ ਬੈਠੀ ਆ। ਸੋ ਜਿੱਦਾਂ ਆਪਾਂ ਗੱਲ ਹਮੇਸ਼ਾ ਕਰਦੇ ਹੁੰਦੇ ਆ ਵੀ ਤੁਸੀਂ ਆਪ ਬਾਣੀ ਪੜ੍ਹੋ, ਇਹਨੂੰ ਸਮਝੋ ਤੇ ਇਹਨੂੰ ਪ੍ਰੈਕਟੀਕਲ ਜੀਵਨ 'ਚ ਲਾਗੂ ਕਰੋ। ਕੰਪੇਅਰ ਕਰੋ ਵੀ ਮਲਕ ਭਾਗੋ ਦੇ ਹੱਕ 'ਚ ਅੱਜ ਕੌਣ ਖੜਾ, ਕਿ ਮਲਕ ਭਾਗੋ ਦੇ ਹੱਕ ਦੇ ਵਿੱਚ ਵੀ ਕਾਮਰੇਡ ਲੜ ਰਹੇ ਆ ਜਾਂ ਮਲਕ ਭਾਗੋ ਦੇ ਹੱਕ 'ਚ ਸਿੱਖ ਲੜ ਰਹੇ ਆ। ਜੇ ਤੁਸੀਂ ਇੱਦਾਂ ਵੀ ਇਹਦਾ ਨਿਰਣੇ ਕਰਨਾ ਆ, ਅੱਜ ਭਾਈ ਲਾਲੋ ਦੇ ਹੱਕ ਦੇ ਵਿੱਚ ਜਿਹਨਾਂ ਨੂੰ ਤੁਸੀਂ ਕਾਮਰੇਡ ਕਹਿੰਦੇ, ਅੱਜ ਦੇ ਨਹੀਂ ਆ, ਜਦ ਦੇ ਸ਼ੁਰੂ ਹੋਏ ਤਦ ਦੇ ਹੀ ਲੜ ਰਹੇ ਆ। ਉਹ ਪਹਿਲਾਂ ਸਿੱਖ ਆ, ਫਿਰ ਉਹ ਕਾਮਿਊਨਿਸਟ ਪਾਰਟੀ ਨਾਲ ਜਾਂ ਉਸ ਵਿਚਾਰਧਾਰਾ ਨੂੰ ਪੜ੍ਹਿਆ ਉਹਨਾਂ ਨੇ ਵੀ ਹਾਂ ਗਰੀਬਾਂ ਵਾਸਤੇ ਆਹ ਵਿਚਾਰਧਾਰਾ ਲੜਦੀ ਆ। ਕਿਉਂਕਿ ਸਾਡੇ ਸਿੱਖ ਜਿਹੜੇ ਆ, ਉਹ ਤਾਂ ਚਾਹੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਹੋਣੀ ਆ, ਚਾਹੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਹੋਣੀ ਆ, ਇਹ ਤਾਂ ਜਾ ਕੇ ਜਿਹੜੇ ਪੂੰਜੀਪਤੀ ਮਲਕ ਭਾਗੋ ਆ, ਉਹਨਾਂ ਦੇ ਪੈਰਾਂ ਦੇ ਵਿੱਚ ਜਾ ਕੇ ਡਿੱਗ ਪਏ ਆ। ਉੱਥੇ ਜਾ ਕੇ ਇਹਨਾਂ ਨੇ ਆਪਣਾ ਸੀਸ ਨਮਨ ਕਰ ਦਿੱਤਾ ਆ ਵੀ ਤੁਸੀਂ ਰਿਲਾਇੰਸ ਖੋਲੋ, ਜੋ ਮਰਜ਼ੀ ਖੋਲੋ। ਪਰ ਉਹ ਲੋਕ ਕੌਣ ਆ ਹੁਣ ਜਿਨ੍ਹਾਂ ਨੂੰ ਤੁਸੀਂ ਲਾਲ ਕੱਛੇ ਵਾਲੇ ਜਿਹਦੇ ਕਾਮਰੇਡ ਕਹਿੰਦੇ, ਉਹ ਕੌਣ ਆ? ਉਹ ਅਸਲੀ ਨਾਨਕ ਪਾਤਸ਼ਾਹ ਦੇ ਵੰਸ਼ਜ ਹੀ ਉਹ ਆ, ਜਿਹੜੇ ਜਾ ਕੇ ਬੈਠੇ ਆ ਵੀ ਹਾਂ ਅਸੀਂ ਭਾਈ ਲਾਲੋ ਦੇ ਹੱਕ ਜਿਹੜੇ ਆ ਉਹ ਲੈ ਕੇ ਦੇਣੇ ਆ ਮਲਕ ਭਾਗਵਾਂ ਤੋਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਂਡ 'ਚ ਜਿਹੜੇ ਲੋਕ ਹਾਲੇ ਤੱਕ ਇਹ ਸਮਝਦੇ ਆ ਵੀ ਜਿਹੜਾ ਇਹ ਅੰਦੋਲਨ ਆ ਸ਼ਾਇਦ ਸਿਰਫ ਕਿਸਾਨਾਂ ਦਾ ਆ, ਇਹ ਦੁਕਾਨਦਾਰ ਦਾ ਜਾਂ ਬਿਜ਼ਨਸਮੈਨ ਦਾ ਜਾਂ ਕਿਸੇ ਹੋਰ ਦਾ ਨਹੀਂ, ਤੇ ਭਾਈ ਇਹ ਸ਼ੁਰੂਆਤ ਆ। ਸਭ ਤੋਂ ਵੱਡੀ ਜਮਾਤ ਭਾਰਤ ਦੇ ਵਿੱਚ ਕਿਸਾਨੀ ਸੀਗੀ। ਪਹਿਲਾਂ ਉਹਨਾਂ ਨੇ ਕਿਸਾਨੀ ਨੂੰ ਹੱਥ ਪਾਇਆ। ਮੈਂ ਤੁਹਾਨੂੰ ਲੇਟੈਸਟ ਖਬਰ ਦਿੰਦਾ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਮੇਰੇ ਕੋਲ 7-11 ਆ ਅਤੇ ਸਾਨੂੰ 7-11 ਤੋਂ ਵੀ ਖਬਰ ਮਿਲ ਜਾਂਦੀ ਆ। 7-11 ਨੇ ਅੰਬਾਨੀ ਨਾਲ ਡੀਲ ਆਲਰੇਡੀ ਕਰ ਲਈ ਆ। ਭਾਰਤ ਵਿੱਚ ਸਾਡੇ ਹਿੰਦੁਸਤਾਨ ਦੇ ਵਿੱਚ 7-11 ਖੁੱਲ੍ਹਣ ਜਾ ਰਹੇ ਆ। ਉਹਦੇ ਨਾਲ ਜਿਹੜਾ ਛੋਟਾ ਦੁਕਾਨਦਾਰ ਆ ਉਹ ਖਤਮ ਹੋ ਜਾਊਗਾ। ਇੱਥੇ ਜਿੱਥੇ 7-11 ਖੁੱਲ੍ਹ ਜਾਂਦਾ, ਨਾਲ ਦਾ ਲਿਕਰ ਸਟੋਰ ਬਿਲਕੁਲ ਬੰਦ ਹੋਣ ਵਾਲੀ ਹਾਲਤ ਹੋ ਜਾਂਦੀ ਆ, ਕਿਉਂਕਿ ਉਹਨਾਂ ਨੇ ਡੀਲਾਂ ਦੇਣੀਆਂ ਹੁੰਦੀਆਂ, ਐਪ ਆ, ਇਹ ਆ, ਉਹ ਆ, ਸਾਰਾ ਕੁਛ। ਸੋ ਭਾਈ ਇਹ ਤਾਂ ਸ਼ੁਰੂਆਤ ਆ ਕਿਸਾਨੀ ਦੀ। ਇਹ ਜਿਹੜਾ ਕੋਆਪਰੇਟ ਇੰਡੀਆ ਆ, ਇਹ ਤੁਹਾਡੇ ਪਿੱਛੇ ਪੂਰੀ ਤਰ੍ਹਾਂ ਆ ਰਿਹਾ ਆ। ਉਹਦੇ ਵਿੱਚ ਵਪਾਰੀ ਹੋਵੋ, ਚਾਹੇ ਦੁਕਾਨਦਾਰ ਹੋਵੇ, ਚਾਹੇ ਕੋਈ ਹੋਵੇ, ਸਾਰਿਆਂ ਨੂੰ ਇਹਨਾਂ ਨੇ ਹੱਥ ਪਾਉਣਾ ਆ, ਇੱਕ ਇੱਕ ਕਰਕੇ ਫੜਨਾ ਆ। ਇਹਨਾਂ ਦਾ ਮੇਨ ਮਕਸਦ ਹੀ ਇਹ ਆ ਵੀ ਉੱਥੇ ਸਿਰਫ ਕੋਆਪਰੇਟ ਇੰਡੀਆ ਹੀ ਚੱਲੇ, ਅੰਬਾਨੀ ਅੰਡਾਨੀ ਦੇ ਥੱਲੇ ਹੀ ਸਾਰਾ ਕੁਛ ਹੋਵੇ। ਉਹਨਾਂ ਦੀ ਵੀ ਆਪਸ 'ਚ ਦੌੜ ਲੱਗੀ ਹੋਈ ਆ ਵੀ ਅੰਬਾਨੀ ਨੇ ਅਮੀਰ ਆ ਕਿ ਅਡਾਨੀ ਅਮੀਰ ਆ, ਅਤੇ ਦੋਨੇ ਹਰ ਤਰ੍ਹਾਂ ਦੀ ਏਅਰ ਇੰਡੀਆ ਵੇਚਤੀ, ਰੇਲਵੇ ਵੇਚਤੀ, ਕੀ ਰਹਿ ਕੀ ਗਿਆ ਆ ਮੈਨੂੰ ਇਹ ਦੱਸੋ। 20 ਦੀ ਪਹਿਲਾਂ ਦੀ ਵੇਚਤੀ ਹੋਈ ਆ, ਹੁਣ ਹੈ ਕੀ ਆ ਸਰਕਾਰ ਦੇ ਕੋਲ। ਸੋ ਸੋਚੋ, ਜਾਗੋ, ਅੰਨ੍ਹਿਆਂ ਆਗੂਆਂ ਦੇ ਪਿੱਛੇ ਲੱਗਣਾ ਛੱਡੋ। ਜਿਹੜੀ ਮੇਨ ਗੱਲ ਆ ਨਾ, ਜਦੋਂ ਅੰਨਾ ਆਗੂ ਆ ਤਾਂ ਤੁਹਾਨੂੰ ਉਹ ਗਲਤ ਥਾਂ 'ਤੇ ਸਿੱਟੂਗਾ। ਜਾ ਕੇ ਆਪਣਾ ਦਿਮਾਗ ਵਰਤੋ, ਗੁਰਬਾਣੀ ਆਪ ਪੜ੍ਹੋ, ਸਮਝੋ,
ਸੱਚ ਨੂੰ ਸੱਚ ਕਹਿਣਾ ਸਿੱਖੋ ਤੇ ਝੂਠ ਨੂੰ ਝੂਠ ਕਹਿਣਾ ਸਿੱਖੋ, ਸਹੀ ਨੂੰ ਸਹੀ ਕਹਿਣਾ ਸਿੱਖੋ ਤੇ ਗਲਤ ਨੂੰ ਗਲਤ ਕਹਿਣਾ ਸਿੱਖੋ। ਉਹ ਕੋਈ ਵੀ ਹੋਵੇ, ਪਰਸਨਲ ਰੰਜਿਸ਼ਾਂ ਕਰਕੇ ਇਹ ਨਾ ਕਹੋ ਵੀ ਮੇਰੀ ਉਹਨਾਂ ਪਰਸਨਲ ਰੰਜਿਸ਼ ਆ ਜਾਂ ਮੇਰੀ ਉਹਦੀ ਫਲਾਣੀ ਗੱਲ ਕਰਕੇ ਵਿਚਾਰ ਨਹੀਂ ਰਲਦੀ, ਸੋ ਉਹਨੇ ਆ ਵੀ ਕਿਹਾ ਵੀ ਗਲਤ ਆ। ਬਹੁਤ ਵਾਰੀ ਇਹੀ ਹੁੰਦਾ ਆ ਔਰ ਇਹ ਹੋ ਰਿਹਾ ਆ। ਮੈਂ ਬੜੇ ਬੜੇ ਸੁਹਿਰਦ ਬੰਦੇ ਦੇਖੇ ਜਿਨ੍ਹਾਂ ਨੇ ਇਸ ਮਸਲੇ ਉੱਤੇ ਨਿਹੰਗਾਂ ਦੇ ਹੱਕ ਵਿੱਚ ਸਟੈਂਡ ਲੈ ਲਿਆ। ਇਹੀ ਰਵਾਇਤਾਂ ਜੀ, ਇਹੀ ਰਵਾਇਤਾਂ ਆ, ਗੁੱਟ ਲਾਉਣਾ, ਬੰਦੇ ਨੂੰ ਮਾਰਨਾ। ਬੜੇ ਵਧੀਆ ਵਧੀਆ ਅਖਬਾਰਾਂ ਵਾਲੇ ਜਿਹੜੇ ਰਿਪੋਰਟਰ ਆ ਜਾਂ ਦੂਜੇ ਵੱਡੇ ਵੱਡੇ ਆਰਟੀਕਲ ਲਿਖਦੇ ਰਹੇ ਆ, ਜਿਹੜੇ ਅੱਜ ਤੱਕ ਇਹਨਾਂ ਨੂੰ ਧੂਤੇ ਕਹਿੰਦੇ ਰਹੇ ਆ, ਇਹ ਧੂਤੇ ਆ ਜੀ, ਸਾਨੂੰ ਗਾਲਾਂ ਕੱਢਦੇ ਆ। ਉਹ ਗਾਲਾਂ ਕੱਢਣ ਵਾਲਾ ਧੂਤਾ ਹੋ ਗਿਆ, ਗੁੱਟ ਵੱਢਣ ਵਾਲਾ ਸਹੀ ਹੋ ਗਿਆ। ਉਹ ਉਹਨਾਂ ਦੇ ਹੱਕ 'ਚ ਲਿਖ ਰਹੇ ਆ ਵੱਡੇ ਵੱਡੇ ਲੇਖ। ਇਹ ਜੀ ਬਿਲਕੁਲ ਸਹੀ ਕੀਤਾ ਇਹਨਾਂ ਨੇ, ਇੱਦਾਂ ਹੀ ਇਹ ਰੋਕ ਪੈਣੀ ਸੀ। ਭਾਈ ਜੇ ਕੱਲ੍ਹ ਨੂੰ ਤੁਹਾਨੂੰ ਆ ਕੇ ਤੁਹਾਡਾ ਗੁੱਟ ਵੱਢਦੇ ਆ ਵੀ ਤੁਸੀਂ ਭਾਈ ਸਾਡੇ ਸਰਵ ਲੋਕ ਗ੍ਰੰਥ ਦੇ ਖਿਲਾਫ ਆਹ ਲਿਖਿਆ ਆ ਜਾਂ ਦਸਮ ਗ੍ਰੰਥ ਦੇ ਖਿਲਾਫ ਲਿਖਿਆ, ਤੇ ਫਿਰ ਤੁਸੀਂ ਤਾਂ ਪਹਿਲਾਂ ਇਹਨਾਂ ਨੂੰ ਸਹੀ ਕਹਿ ਰਹੇ ਆ ਵੀ ਇਹ ਰਵਾਇਤ ਹੀ ਹੈ, ਇਹਨਾਂ ਦੀ ਇੱਦਾਂ ਹੀ ਕਰਦੇ ਹੁੰਦੇ ਆ। ਕੁਛ ਸੋਚੋ। ਆਪਣੇ ਆਪ ਨੂੰ ਜਾਗਰੂਕ ਕਹਿਣ ਨਾਲ ਕੋਈ ਜਾਗਰੂਕ ਨਹੀਂ ਬਣਦਾ, ਜਾਂ ਆਪਣੇ ਆਪ ਨੂੰ ਅਪਗ੍ਰੇਡ ਕਹਿਣ ਨਾਲ ਕੋਈ ਅਪਗ੍ਰੇਡ ਨਹੀਂ ਬਣਦਾ। ਉਹ ਤੁਹਾਡੇ ਕੰਮਾਂ 'ਚੋਂ ਦਿਖਣਾ ਚਾਹੀਦਾ। ਜਾਗਰੂਕ ਬਣੋ, ਅਪਗ੍ਰੇਡ ਬਣੋ, ਪਰ ਸਹੀ ਬਣੋ, ਸਹੀ ਤਰੀਕੇ ਨਾਲ, ਗੁਰਬਾਣੀ ਵਾਲੇ ਤਰੀਕੇ ਨਾਲ। ਮੈਂ ਫਿਰ ਕਹਿੰਦਾ ਐਂਡ 'ਚ ਜਿਨ੍ਹਾਂ ਬੰਦਿਆਂ ਨੇ ਇੱਥੇ ਵਧੀਆ ਸਟੈਂਡ ਲਿਆ ਆ, ਭਾਈ ਰਣਜੀਤ ਸਿੰਘ ਨੇ ਵਧੀਆ ਸਟੈਂਡ ਲਿਆ ਆ, ਦਲਜੀਤ ਸਿੰਘ ਨੇ ਵਧੀਆ ਸਟੈਂਡ ਲਿਆ, ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਆ। ਅਤੇ ਉਹ ਗੱਲ ਸਪਸ਼ਟ, ਜੇ ਅਗਲੇ ਨੂੰ ਲੱਗਦਾ ਵੀ ਆਹ ਗੱਲ ਸਪਸ਼ਟ ਹੈ, ਔਰ ਕਰਨ 'ਚ ਤੁਹਾਨੂੰ ਝਿਜਕ ਨਹੀਂ ਹੋਣੀ ਚਾਹੀਦੀ, ਕਦੇ ਵੀ ਝਿਜਕ ਨਹੀਂ। ਦੋਗਲੀ ਜੀ ਗੱਲ, ਗੋਲਮੋਲ ਜੀ ਗੱਲ ਇਹ ਕਰਨੀ ਛੱਡ ਦਿਓ। ਅਤੇ ਜਾਂ ਸਿੱਧਾ ਹੀ ਤੁਸੀਂ ਉਹਨਾਂ ਦੇ ਹੱਕ 'ਚ ਭੁਗਤ ਰਹੇ ਹੋ ਤਾਂ ਬਹੁਤਾ ਹੀ ਬਾਹਲਾ ਹੀ ਮਾੜਾ ਆ। ਫਿਰ ਕੱਲ੍ਹ ਨੂੰ ਇਹ ਨਾ ਕਹੋ ਭਾਈ ਸਾਨੂੰ ਇਹ ਤੰਗ ਕਰਦੇ ਆ, ਸਾਨੂੰ ਆਹ ਕਰਦੇ ਆ। ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।